ਸ੍ਰੀ ਰਾਗ ਮਹਲਾ ਪਹਿਲਾ ਕਰ ਚੌਥਾ। ਏਕਾ ਸੁਰਤ ਜੀਤੇ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਮਨ ਇਕਾਗਰ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਨਾਲ ਜੁੜੀਏ। ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਸ੍ਰੀ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੇ 29 ਸ਼ਬਦ ਹੋ ਚੁੱਕੇ ਨੇ। ਸੋ ਆਓ ਜਿਸ ਪ੍ਰਕਾਰ ਗੁਰੂ ਸਾਹਿਬ ਕਿਰਪਾ ਕਰਦੇ ਹੈ, ਇਹ ਸ਼ਬਦ ਮਹਾਰਾਜ ਸਾਹਿਬ ਜੀ ਨੇ ਅਚਲ ਬਟਾਲੇ ਉਚਾਰਨ ਕੀਤਾ ਹੈ। ਇਹਦੀ ਉਸਾਨ ਕਾ ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਸ਼ਿਵਰਾਤਰੀ ਦਾ ਮੇਲਾ ਸੀ। ਕਹਿੰਦੇ ਉਹਨਾਂ ਸਮਿਆਂ 'ਚ ਔੜ ਲੱਗੀ ਹੋਈ ਸੀ ਬਹੁਤ ਜ਼ਿਆਦਾ। ਲੋਕ ਬੜੇ ਤੰਗ ਹੋਏ, ਜਾਨਵਰ ਪਿਆਸੇ ਮਰ ਰਹੇ ਨੇ, ਫਸਲਾਂ ਸੁੱਕ ਗਈਆਂ, ਮਨੁੱਖ ਵੀ ਬਹੁਤ ਤੰਗ ਹੋਏ। ਉਹ ਸਾਰੇ ਇਕੱਠੇ ਹੋ ਕੇ ਸਿੱਧਾਂ ਦਾ ਪ੍ਰਭਾਵ ਸੀ, ਉਹਨਾਂ ਕੋਲ ਚਲੇ ਗਏ ਵੀ ਮਹਾਰਾਜ ਮੀਂਹ ਪਿਆ ਦਿਓ। ਸਿੱਧ ਕਹਿੰਦੇ ਵੀ ਠੀਕ ਹੈ। ਉਹ ਆਪਣੀ ਪੂਜਾ ਕਰਾਉਣ ਦੇ ਲਾਲਚ ਵਿੱਚ ਉਹਨਾਂ ਨੇ ਸ਼ਕਤੀ ਨਾਲ ਮੀਂਹ ਪਵਾ ਦਿੱਤਾ। ਉਹ ਮੀਂਹ ਤਾਂ ਪੈਣ ਲੱਗ ਪਿਆ, ਪਰ ਕੁਦਰਤ ਦਾ ਕਹਿਰ ਐਸਾ ਵਰਤਿਆ, ਉਹਦੇ 'ਚ ਗੜੇ ਬਹੁਤ ਪੈਣ ਲੱਗੇ। ਗੜੇ ਇੰਨੇ ਪਏ, ਝੱਖੜ ਇੰਨਾ ਝੁਲਿਆ, ਜਿਹਦੇ ਵਿੱਚੋਂ ਪਸ਼ੂ ਮਰ ਗਏ, ਲੋਕਾਂ ਦੇ ਮਕਾਨ ਢਹਿ ਗਏ, ਜਾਨਵਰ ਬਹੁਤ ਮਰ ਗਏ। ਕਹਿਰ ਵਰਤ ਗਿਆ, ਤਰਾਹੇ ਤਰਾਹੇ ਹੋ ਗਈ। ਉਹ ਸਾਰੇ ਫਿਰ ਇਹ ਦੁੱਖ ਦੇ ਵਿੱਚ ਇਕੱਠੇ ਹੋ ਕੇ ਮਹਾਰਾਜ ਸਾਹਿਬ ਜੀ ਦੇ ਕੋਲ ਆਏ। ਕਹਿਣ ਲੱਗੇ ਗਰੀਬ ਨਵਾਜ਼ ਵੀ ਅਸੀਂ ਸਿੱਧਾਂ ਨੂੰ ਬੇਨਤੀ ਕਰਕੇ ਮੀਂਹ ਤਾਂ ਪਵਾ ਲਿਆ, ਵੀ ਮੀਂਹ ਕਾਹਦਾ ਪਵਾਇਆ, ਤਾਂ ਕਹਿਰੇ ਹੋ ਗਿਆ। ਮਹਾਰਾਜ ਕਹਿੰਦੇ ਵੀ ਇਹਨਾਂ ਸਿੱਧਾਂ ਨੇ ਇਸ ਤਰ੍ਹਾਂ ਸੂਤ ਨਹੀਂ ਆਉਣਾ। ਉਹਨਾਂ ਦੀਆਂ ਸਾਰੀਆਂ ਸ਼ਕਤੀਆਂ ਹੀ ਮਹਾਰਾਜ ਨੇ ਆਪਣੀ ਮੁੱਠੀ 'ਚ ਲੈ ਲਈ। ਕਹਿੰਦੇ ਨਾ ਅੱਗੇ ਤੋਂ ਇਹੋ ਜਿਹਾ ਕਹਿਰ ਹੋਵੇ ਤੇ ਨਾ ਤੁਸੀਂ ਸ਼ਕਤੀਆਂ ਦਿਖਾਓ। ਥੋਥੇ ਹੋ ਕੇ ਸਿੱਧ ਉਹ ਮਹਾਰਾਜ ਦੇ ਕੋਲ ਆ ਕੇ ਬੈਠ ਗਏ। ਤੇ ਇਹਨੇ ਨੂੰ ਕੀ ਹੋਇਆ, ਲੋਕਾਂ 'ਚ ਰੌਲਾ ਪੈ ਗਿਆ, ਇਹ ਜਾਨਵਰ ਜਿਉਂਦੇ ਹੋ ਗਏ ਜੀ, ਜਾਨਵਰ ਜਿਉਂਦੇ ਹੋ ਗਏ। ਤੇ ਉਹ ਭਾਈ ਜਿੱਤੇ ਨੇ ਕੀ ਕਿਹਾ, ਉਹ ਸਰੋਵਰ ਸੀ ਉੱਥੇ, ਉਹਦੇ ਤੇ ਚਾਦਰ ਵਿਛਾ ਕੇ ਉਹਦੇ ਉੱਤੇ ਬਹਿ ਗਿਆ ਜਿਵੇਂ ਕਿਸ਼ਤੀ ਚੱਲਦੀ ਹੈ। ਉਹ ਐਂ ਕਿਸ਼ਤੀ ਦੀ ਤਰ੍ਹਾਂ ਉੱਪਰ ਚਲਾਵੇ ਤੇ ਜਾਨਵਰ ਨੂੰ ਫੜੇ, ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ, ਉਹ ਜਾਨਵਰ ਜਿਉਂਦੇ ਕਰੀ ਜਾਵੇ। ਤੇ ਮਹਾਰਾਜ ਕਹਿੰਦੇ ਆ ਕਿਹੜਾ ਜਿਹੜਾ ਮਰਿਆਂ ਨੂੰ ਜਿਉਂਦੇ ਕਰਦਾ ਹੈ। ਸਿੰਧ ਕਹਿੰਦੇ ਮਹਾਰਾਜ ਸਾਡੇ 'ਚ ਤਾਂ ਸਾਰੀਆਂ ਸ਼ਕਤੀਆਂ ਖਤਮ ਹੋ ਗਈਆਂ। ਕਹਿੰਦੇ ਤੁਹਾਡਾ ਹੀ ਚੇਲਾ ਹੈ। ਅਖੇ ਕੌਣ? ਕਹਿੰਦੇ ਜਿੱਤਾ ਰੰਧਾਵਾ, ਜਿਹਨੇ ਸਵਾ ਪਹਿਰ ਮਹਾਰਾਜ ਦੇ ਚਰਨਾਂ ਤੇ ਸਿਰ ਨਹੀਂ ਸੀ ਚੱਕਿਆ। ਮਹਾਰਾਜ ਨੇ ਕਿਹਾ ਸੀ ਨਿਹਾਲ ਹੋ, ਪਿੱਛੇ ਸੁਣਿਆ ਤੁਸੀਂ। ਕਹਿੰਦੇ ਸ਼ਕਤੀਆਂ ਤਾਂ ਦਿੱਤੀਆਂ ਸੀ, ਉਹਨੂੰ ਤਾਂ ਨਾਲ ਕਿਹਾ ਸੀ ਵੀ ਤੂੰ ਜਰ ਲਈ। ਤੇ ਮਹਾਰਾਜ ਸਾਹਿਬ ਨੇ ਅਜਿੱਤੇ ਨੂੰ ਬੁਲਾਇਆ ਤੇ ਉਹਦੀਆਂ ਸ਼ਕਤੀਆਂ ਵੀ ਖਿੱਚ ਲਈਆਂ। ਕਹਿੰਦੇ ਲੈ ਹੁਣ ਕਰ ਜਿਉਂਦੇ। ਨਿੰਮੋ ਚੂਣੇ ਹੋ ਕੇ ਬਹਿ ਗਏ। ਭਾਈ ਸੰਗਤੀਆ ਜਿਹੜਾ 12 ਵਰ੍ਹੇ ਦਾ ਸੀ, ਮਹਾਰਾਜ ਦਾ ਬਚਨ ਮੰਨ ਕੇ ਚਿਖਾ 'ਚ ਬੈਠਿਆ। ਲੰਮੇ ਪ੍ਰਸੰਗਨ ਉਹ ਚਿਖਾ ਛੱਡ ਨਹੀਂ ਸੀ ਸਕਿਆ। ਬੜੇ ਅਚਰਜ ਹੋਏ ਲੋਕ। ਕਹਿੰਦੇ ਸੰਗਤੀਆ ਮੰਗ ਲੈ, ਜਿਹੜਾ ਕੋਈ ਮੰਗਣਾ ਮੈਂ ਤੇਰੇ ਤੇ ਬਹੁਤ ਪ੍ਰਸੰਨ ਹਾਂ। ਕਹਿੰਦਾ ਮਹਾਰਾਜ ਮੈਂ ਕੀ ਮੰਗਣਾ, ਥੋਤੋਂ ਵੱਡੀ ਕੋਈ ਚੀਜ਼ ਹੈ ਨਹੀਂ। ਕਹਿੰਦੇ ਨਹੀਂ ਮੰਗ ਲੈ ਬੱਚੇ, ਮੈਂ ਬਹੁਤ ਹੀ ਪ੍ਰਸੰਨ ਹਾਂ। ਕਹਿੰਦੇ ਚੰਗਾ ਮਹਾਰਾਜ ਤੀਸਰਾ ਵਚਨ ਕਿਹਾ ਤਾਂ ਫਿਰ ਮੇਰੀ ਬੇਨਤੀ ਹੈ ਵੀ ਆਹ ਸਿੱਧ ਜਿਹੜੇ ਨੇ ਇਹਨਾਂ ਦੀਆਂ ਕਰਾਮਾਤਾਂ ਵਾਪਸ ਕਰ ਦਿਓ, ਨਾਲੇ ਜਿੱਤੇ ਰੰਧਾਵੇ ਦੀਆਂ। ਮਹਾਰਾਜ ਕਹਿੰਦੇ ਬੱਚੇ ਇਹਨਾਂ ਨੇ ਤਾਂ ਕਹਿਰ ਕਰ ਦਿੱਤਾ। ਇਹਨਾਂ ਨੇ ਜਾਨਵਰ ਮਾਰਨ ਦਾ ਕਹਿਰ ਕਰਿਆ, ਇਹ ਜਿਉਂਦੇ ਕਰਨ ਦਾ। ਕਹਿੰਦੇ ਇਹ ਤਾਂ ਰੱਬ ਦੀ ਮਰਜ਼ੀ ਹੈ। ਇਹ ਸ਼ਕਤੀਆਂ ਦਿਖਾ ਕੇ ਲੋਕਾਂ ਦੀ ਪੂਜਾ ਕਰਾਉਂਦੇ। ਕਹਿੰਦੇ ਮਹਾਰਾਜ ਮੇਰੀ ਬੇਨਤੀ ਮੰਨ ਕੇ। ਕਹਿੰਦੇ ਤੂੰ ਐਸਾ ਕਿਉਂ ਕਰਦਾ ਹੈ? ਕਹਿੰਦੇ ਮਹਾਰਾਜ ਸਮੁੰਦਰ ਦੇ ਵਿੱਚ 999 ਨਦੀਆਂ ਸੁਣੀਆਂ ਪੈਂਦੀਆਂ ਨੇ, ਸਮੁੰਦਰ ਵੱਡਾ ਨਹੀਂ ਹੋ ਜਾਂਦਾ। ਇਹ ਜੇ ਪਾਣੀ ਦੀ ਇੱਕ ਬੂੰਦ ਪਾ ਦਈਏ ਤਾਂ ਵੱਡਾ ਨਹੀਂ ਹੋ ਜਾਂਦਾ, ਵਿੱਚੋਂ ਕੱਢ ਦਈਏ ਘਾਟਾ ਨਹੀਂ ਪੈਂਦਾ। ਤੁਸੀਂ ਤਾਂ ਹੈ ਸਮੁੰਦਰ, ਇਹ ਤਾਂ ਬੂੰਦਾਂ ਨਾ। ਉਹ ਬੱਚੇ ਨੇ ਉਹੀ ਸਿਰੇ ਲਾਤੀ ਤੈ ਉਹਨਾਂ ਦੀ। ਇਹ ਦੇਖ ਕੇ ਕਹਿੰਦੇ ਜਾ ਬੱਚਾ, ਤੈਨੂੰ ਕਿਹਾ ਸਿੱਧਾ ਨੂੰ ਕਿਹਾ ਵੀ ਅੱਗੇ ਵਾਸਤੇ ਐਸਾ ਕਹਿਰ ਨਹੀਂ ਕਰਨਾ। ਕਹਿੰਦੇ ਮਹਾਰਾਜ ਠੀਕ ਹੈ ਵੀ ਅੱਗੇ ਤੁਸੀਂ ਅਜਿੱਤੇ ਰੰਧਾਵੇ ਨੇ ਵੀ ਵਚਨ ਕੀਤਾ। ਉਸ ਵੇਲੇ ਸ੍ਰੀ ਰਾਗ ਦੇ ਵਿੱਚ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ ਰਾਗ ਦੇ ਚੌਥੇ ਸੁਰਤਾਲ ਵਿੱਚ। ਪਰ ਇਹਦੇ ਵਿੱਚ ਇੰਨਾ ਕੁ ਭੇਦ ਜਾਣਨਾ ਕਿ ਜੋ ਅੰਮ੍ਰਿਤਸਰੀ ਭਾਈ ਮਨੀ ਸਿੰਘ ਦੀ ਸੰਪਰਦਾ ਚੱਲਦੀ ਹੈ, ਮੁੱਢ ਭਾਵੇਂ ਦਮਦਮਾ ਸਾਹਿਬ ਹੀ ਹੈ, ਉਹਦੇ 'ਚ ਇਹ ਉਥਾਨਕਾ ਜਿਹੜੀ ਹੈ ਉਹ ਦੱਸੀ ਹੋਈ ਵੀ ਬਾਹਰ ਦੇਸ਼ ਦੇ ਵਿੱਚ ਹੋਈ ਹੈ। ਇਹਦਾ ਮਤਲਬ ਕੀ ਹੈ
ਕਈ ਵਾਰੀ ਇੱਕ ਸ਼ਬਦ ਦੋ ਥਾਂ ਤੇ ਉਚਾਰਨ ਕੀਤਾ ਹੁੰਦਾ ਹੈ, ਇੱਕ ਥਾਂ ਉਚਾਰਨ ਕੀਤਾ ਦੂਜੀ ਵਾਰ ਦੁਹਰਾ ਦਿੱਤਾ। ਇਸ ਕਰਕੇ ਇਹਦਾ ਕੋਈ ਭਰਮ ਨਹੀਂ ਕਰਨਾ। ਆ ਜਿਹੜੇ ਨਾਸਤਿਕ ਲੋਕ ਕਹਿੰਦੇ ਜੀ ਸੰਪਰਦਾਇ ਤਾਂ ਆਪਸ ਵਿੱਚ ਹੀ ਆਪੇ ਨਹੀਂ ਵਿਚਾਰ ਮਿਲਦੀ ਇਹਨਾਂ ਦੀ, ਉਹ ਵੀ ਅਕਲ ਤੋਂ ਹੀਣ ਨੇ। ਸਾਡੇ ਕੋਲ ਉਹਦਾ ਉੱਤਰ ਚਾਹੀਦਾ ਵੀ ਇੱਕ ਸ਼ਬਦ ਚਾਹੇ ਤਿੰਨ ਥਾਂ ਸੋਧਾਰ ਹੈ, ਤਿੰਨ ਥਾਂ ਉਚਾਰਨ ਕੀਤਾ ਹੈ। ਤੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਨੇ ਉਸ ਵੇਲੇ ਸ਼ਬਦ ਉਚਾਰਨ ਕੀਤਾ। ਆਓ ਅੱਜ ਥੋੜੀ ਜਿਹੀ ਆਪਣੀ ਸੁਰਤ ਨੂੰ ਹੋਰ ਵੀ ਤੇਜ਼ ਰੱਖੀਏ। ਗੁਰੂ ਕਿਰਪਾ ਕਰੇ ਵੀ ਆਪਾਂ ਸ਼ਬਦ ਜਿਹੜੇ ਜਿਸੇ ਮਹਾਰਾਜ ਕਿਰਪਾ ਕਰੇਗਾ ਉਹਦੇ ਅਨੁਸਾਰ ਕਈ ਵਿਚਾਰਾਂ ਗੁਰੀਆਂ ਵੀ ਆ ਰਹੀਆਂ ਨੇ, ਦੂਰੇ ਦੂਰੇ ਸ਼ਬਦ ਵੀ ਆ ਰਹੇ। ਸੋ ਆਓ ਮਨ ਵਿੱਚ ਇਕਾਗਰ ਕਰਕੇ ਸੁਣੋ। ਸ੍ਰੀ ਰਾਗ ਮਹਲਾ ਪਹਿਲਾ ਕਰ ਚੌਥਾ। ਸ੍ਰੀ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਚੌਥੇ ਸੁਰਤਾਲ ਵਿੱਚ ਉਚਾਰਨ ਕਰਦੇ ਹਨ ਜੀ। ਏਕਾ ਸੁਰਤ ਜੀਤੇ ਹੈ ਜੀ। ਹੇ ਮੇਰੇ ਪਰਮੇਸ਼ਰ ਵਾਹਿਗੁਰੂ, ਜੇਤੇ ਜਿੰਨੇ ਵੀ ਇਹ ਜੀਵਨ ਨਾ ਤੂੰ ਪੈਦਾ ਕੀਤੇ ਹੋਏ, ਇਹ ਸਾਰੇ ਇਹਨਾਂ ਦਾ ਏਕਾ ਇੱਕ ਹੀ ਸੁਰਤ। ਸੁਰਤ ਇੱਥੇ ਹੰਕਾਰ ਦਾ ਵਾਚਕ ਸ਼ਬਦ ਹੈ। ਇਹ ਹੰਕਾਰ ਦੇ ਵਿੱਚ ਹੈ ਇਹਨਾਂ ਦੀ ਸੁਰਤ। ਇਹਨਾਂ ਦੀ ਸੁਰਤ ਵਿੱਚ ਹੰਕਾਰ ਬੈਠਾ ਹੈ। ਹਉ ਵਿੱਚ ਆਇਆ ਹਉ ਵਿੱਚ ਗਿਆ, ਤਾਂ ਹੀ ਜੰਮਦੇ ਮਰਦੇ ਨੇ। ਸੁਰਤ ਹੰਕਾਰ ਤੋਂ ਅੱਗੇ ਦੱਸਦੇ ਨੇ ਸੁਰਤ ਵੀ ਹੋਣਾ ਕੋਈ ਨਾ ਕੀ। ਤੇ ਇਹ ਤੋਂ ਸੁਰਤ ਹੰਕਾਰ ਤੋਂ ਵੀ ਹੋਣਾ, ਕੋਈ ਵੀ ਜੀਵ ਪੈਦਾ ਨਹੀਂ ਹੋਇਆ, ਨਿੱਕੇ ਜਿਹੇ ਬੱਚੇ 'ਚ ਵੀ ਹੰਕਾਰ ਹੈ। ਤੇ ਇਸ ਕਰਕੇ ਕੀਤਾ ਜਿਹੜਾ ਜੋ ਤੁਸੀਂ ਕੀਤੇ ਨੇ ਮਹਾਰਾਜ, ਜਿਤਨੇ ਜੀਵ ਸੰਸਾਰ ਵਿੱਚ ਪੈਦਾ ਕੀਤੇ ਨੇ ਸਭ ਦੀ ਅਗਵਾਈ ਲਈ ਇੱਕ ਸੁਰਤ ਸਮਝ ਦਿੱਤੀ ਤੁਸੀਂ। ਇਸ ਕਰਕੇ ਜੋ ਸੁਰਤ ਤੋਂ ਸਮਝ ਤੋਂ ਬਿਨਾਂ ਕੋਈ ਜੀਵ ਨਹੀਂ ਹੈ। ਇਹ ਸੁਰਤ ਸੁੱਧ ਚੇਤਨ ਵਾਲੀ ਨਹੀਂ, ਬਲਕਿ ਮੈਂ ਮੇਰੀ ਵਾਲੀ ਸੁਰਤ ਹੈ ਜਿਸ ਦੇ ਵਿੱਚ ਹੰਕਾਰ ਹੁੰਦਾ ਹੈ। ਇਹ ਉਹਦੀ ਗੱਲ ਕੀਤੀ ਹੈ। ਇੱਕ ਦੂਸਰੀ ਸੁਰਤ ਵੀ ਹੁੰਦੀ ਹੈ, ਸ੍ਰੇਸ਼ਟ ਪ੍ਰੀਤੀ ਦੇ ਚਰਤੇ ਜਾਣ ਦਾ ਵੀ ਅਰਥ ਬਣਦਾ ਹੁੰਦਾ ਹੈ, ਪਰ ਇੱਥੇ ਨਹੀਂ ਲੱਗਦਾ। ਇਸ ਕਰਕੇ ਅੱਗੇ ਫਰਮਾਨ ਕਰਦੇ ਹਨ ਜੇ ਜਿਹੀ ਸੁਰਤ ਤਿਹਾ ਤਿਨ ਰਾਹ। ਜਿਹੋ ਜੀ ਕਿਸੇ ਦੀ ਸੁਰਤ ਹੰਗਤ ਹੈ, ਹੰਕਾਰ ਹੈ, ਉਹ ਹੈ ਜਿਹੀ ਤਿੰਨ ਉਹਨਾਂ ਨੇ ਰਾਹੋ ਰਸਤਾ ਫੜਿਆ ਹੋਇਆ ਹੈ। ਲੇਖਾ ਇੱਕੋ ਆਵਹ ਜਾਹ। ਸਾਰਿਆਂ ਦੇ ਸਿਰ ਤੇ ਇੱਕੋ ਹੀ ਇੱਕ ਹੰਗਤਾ ਦਾ ਹੀ ਲੇਖਾ ਹੈ, ਜਿਸ ਕਰਕੇ ਜੀਵ ਆਵਹੋ ਆਉਂਦੇ ਨੇ ਜੰਮ ਕੇ, ਜਾਹੋ ਜਾਂਦੇ ਨੇ ਮਰ ਕੇ। ਜੰਮਦੇ ਮਰਦੇ ਰਹਿੰਦੇ ਨੇ, ਇਹ ਹੰਕਾਰ ਕਰਕੇ ਜੰਮਦੇ ਮਰਦੇ ਨੇ। ਕਾਹੇ ਜੀ ਕਰਹਿ ਚਤਰਾਈ। ਇਹ ਦੇਖੋ ਭਾਈ ਬੋਲਣ ਦੇ ਵਿੱਚ ਧਿਆਨ ਰੱਖੀਦਾ। ਹੁਣ ਐਡਾ ਮੁਕਤਾ ਸੀ ਨਾ, ਉਹ ਸੁਣਿਆ ਤੁਸੀਂ ਬੋਲਿਆ ਗਿਆ ਉਹ ਜੀ। ਜੀਆ ਵੀ ਨਹੀਂ ਕਹਿਣਾ, ਕੰਨਾਂ ਲੱਗ ਜੂ ਜੀ। ਇਹ ਜੀਵ ਕਾਹੇ ਜੀ ਕਰੇ ਚਤਰਾਈ। ਹੈ ਜੀਵ ਤੂੰ ਚਤਰਾਈ ਨਾਮ ਚਲਾਕੀ ਦਾ। ਇੱਥੇ ਕਹਿੰਦੇ ਚਲਾਕੀਆਂ ਕਾਹਦੇ ਕਰਦਾ, ਕਿਉਂ ਕਰੇ, ਕਿਉਂ ਕਰਦਾ ਤੂੰ? ਉਹ ਪਰਮੇਸ਼ਰ ਜੋ ਹੈ ਲੇਵੈ ਦੇਵੈ ਢਿੱਲ ਨਾ ਪਾਏ। ਉਹ ਪਰਮੇਸ਼ਰ ਜਿੰਦ ਨੂੰ ਲੇਵੈ ਲੈ ਵੀ ਲੈਂਦਾ ਤੇ ਦੇਵੈ ਦੇ ਵੀ ਦਿੰਦਾ। ਸਰੀਰ ਦੇ ਵਿੱਚ ਜੀਵਾਤਮਾ ਨੂੰ ਕੱਢ ਵੀ ਲੈਂਦਾ, ਇਹਦੇ 'ਚ ਪਾ ਵੀ ਦਿੰਦਾ। ਢਿੱਲ ਨਾ ਪਾਈ, ਉਹਦੇ ਕੋਲ ਕੋਈ ਢਿੱਲ ਨਹੀਂ ਹੈ। ਜੀਵਾਤਮਾ ਦੇਣ ਹਰਨ ਭਰਨ ਜਾ ਕਰ ਨੇਤਰ ਫੋਰ। ਸਾਰੇ ਸੰਸਾਰ ਨੂੰ ਇੱਕ ਛਿਣ ਵਿੱਚ ਖਤਮ ਕਰ ਸਕਦਾ ਹੈ। ਏਕਾ ਸੁਰਤ ਤੇ ਚਲੋ ਜੀ ਦੁਬਾਰੇ। ਏਕਾ ਸੁਰਤ ਜੀਤੇ ਹੈ ਜੀ। ਤੇ ਹੇ ਪ੍ਰਭੂ, ਜਿੰਨੇ ਜੀਵ ਤੈਂ ਪੈਦਾ ਕੀਤੇ ਨੇ, ਤੈਨੂੰ ਸਾਰਿਆਂ ਦੇ ਜੇਤੇ ਜੀ ਜਿੰਨੇ ਵੀ ਪੈਦਾ ਕੀਤੇ ਹਨ, ਉਹ ਸਾਰੇ ਜੀਵ ਹੈ ਜੋ ਸੁਰਤ ਵਿਹੋਣਾ ਕੋਈ ਨਾ ਕੀ। ਤੈਨੂੰ ਏਕਾ ਹਰ ਇੱਕ ਦੀ ਸੁਰਤ ਗਿਆਤ ਹੈ। ਏਕਾ ਸੁਰਤ ਸਾਰਿਆਂ ਦੀ ਗਿਆਤ ਹੈ। ਤੇਰੇ ਧਿਆਨ ਵਿੱਚ ਧਿਆਨ ਤੋਂ ਪਰੇ ਕੋਈ ਜੀਵ ਨਹੀਂ ਹੈ। ਤੇ ਆਪਣੀ ਸੁਰਤ ਗਿਆਤ ਤੋਂ ਵੀ ਹੋਣਾ ਬਿਨਾਂ ਕੋਈ ਵੀ ਜੀ ਪੈਦਾ ਨਹੀਂ ਕੀਤਾ ਹੈ। ਜਿਹੀ ਸੁਰਤ ਤਿਹਾ ਤਿਨ ਰਾਹ। ਜਿਹੋ ਜੀ ਸੁਰਤ ਗਿਆਤ ਜੀਵ ਦੇ ਅੰਦਰ ਪਾਈ ਹੈ, ਤੇਹੋ ਜਿਹਾ ਹੀ ਉਹਦਾ ਰਾਹ ਉਸੇ ਰਸਤੇ ਪੈ ਜਾਂਦਾ ਹੈ। ਲੇਖਾ ਇੱਕੋ ਆਵਹ ਜਾਹ। ਇਹਨਾਂ ਦੇ ਸਿਰ ਲੇਖਾ ਇੱਕੋ ਪਰਮੇਸ਼ਰ ਵਾਹਿਗੁਰੂ ਤੇਰਾ ਹੀ ਲਿਖਿਆ, ਜਿਸ ਕਾਰਨ ਇਹ ਜੀਵ ਆਉਂਦੇ ਜਾਂਦੇ ਹਨ। ਕਾਹੇ ਜੀ ਕਰਹਿ ਚਤਰਾਈ। ਇਹ ਜੀ ਭਾਵੇਂ ਤੂੰ ਰੱਬ ਦੇ ਅੱਗੇ ਕਾਹੇ ਕਿਉਂ ਚਤਰਾਈਆਂ ਚਲਾਕੀਆਂ ਕਰਦੇ ਹੋ? ਕਿਉਂਕਿ ਪਰਮੇਸ਼ਰ ਜੀਵਾਂ ਦਾ ਜਿਹੜਾ ਦਾਨ ਦੇਣ ਵਾਲਾ ਲੈਣ ਵਾਲਾ ਹੈ। ਲੇਵੈ ਦੇਵੈ ਢਿੱਲ ਨਾ ਪਾਏ। ਉਹ ਜੀ ਦਾਨ ਦੇਵੈ ਦੇਣ ਵਾਲਾ ਵੀ ਹੈ ਤੇ ਜਿੰਦ ਲੈਣ ਵਾਲਾ ਵੀ ਹੈ। ਢਿੱਲ ਨਹੀਂ ਕਰਦਾ ਹੈ, ਦੇਰੀ ਨਹੀਂ ਕਰਦਾ। ਫਿਰ ਚਲੋ ਜੀ ਏਕਾ ਸੁਰਤ। ਏਕਾ ਸੁਰਤ ਜੀਤੇ ਹੈ ਜੀ। ਇੱਕ ਪ੍ਰਭੂ ਸਾਰੇ ਜੀਵਾਂ ਦੀ ਸੁਰਤ ਸੰਭਾਲ ਹੈ। ਉਹਨੂੰ ਆਪਣੀ ਸੁਰਤ ਸੰਭਾਲ ਤੋਂ ਸੁਰਤ ਵੀ ਹੋਣਾ ਕੋਈ ਨਾ ਕੀ। ਇਹ ਵਾਹਿਗੁਰੂ ਆਪਣੀ ਸੁਰਤ ਸੰਭਾਲ ਤੋਂ ਬਿਨਾਂ ਕੋਈ ਵੀ ਜੀਵ ਪੈਦਾ ਨਹੀਂ ਕੀਤਾ ਤੈਂ। ਜਿਹੀ ਸੁਰਤ ਤਿਹਾ ਤਿਨ ਰਾਹ। ਜਿਹੋ ਜਿਹੀ ਸੁਰਤ ਸੰਭਾਲ ਹੈ, ਉਹ ਜਿਹੀ
ਤੇ ਪਰਮਾਰਥ ਜਾਂ ਸਵਾਰਥ ਦਾ ਰਾਹੋ ਰਸਤਾ ਪਕੜ ਲਿਆ ਜੀਵਾਂ ਨੇ। ਲੇਖਾ ਇੱਕੋ ਆਵਹੁ ਜਾਹ। हे ਪਰਮੇਸ਼ਰ, ਸਾਰੇ ਜੀਵਾਂ ਦੇ ਸਿਰ ਤੇ ਤੇਰਾ ਹੀ ਲੇਖਾ ਹੈ, ਜਿਸ ਕਾਰਨ ਇਹ ਸੰਸਾਰ ਵਿੱਚ ਆਉਂਦੇ ਜਾਂਦੇ ਭਾਵ ਜੰਮਦੇ ਮਰਦੇ ਰਹਿੰਦੇ ਹਨ। ਕਾਹੇ ਜੀਅ ਕਰਹਿ ਚਤੁਰਾਈ। ਇਹ ਜੀਵ ਤੂੰ ਕਿਉਂ ਚਤਰਾਈਆਂ ਕਰਦਾ, ਚਲਾਕੀਆਂ ਕਰਦਾ, ਜਦੋਂ ਪਰਮੇਸ਼ਰ ਪਦਾਰਥਾਂ ਦਾ ਦਾਤਾ ਹੈ ਤੇ ਐਸਾ ਵਾਹਿਗੁਰੂ ਹੈ। ਲੇਵੈ ਦੇਵੈ ਢਿਲ ਨਾ ਪਾਈ। ਉਹ ਪਦਾਰਥ ਦੇਣ ਲੱਗਿਆ ਵੀ ਢਿੱਲ ਨਹੀਂ ਕਰਦਾ ਤੇ ਵਾਪਸ ਲੈਣ ਲੱਗਿਆ ਵੀ ਢਿੱਲ ਨਹੀਂ ਕਰਦਾ। ਹੰਕਾਰ ਨਾ ਕਰੀ, ਇਹ ਹੰਕਾਰ ਤੇਰਾ ਐਵੇਂ ਹੀ ਹੈ, ਹੰਕਾਰ ਕਰਨਾ ਬਣਦਾ ਨਹੀਂ। ਫੇਰ ਚੱਲੋਗੇ ਏਕਾ ਸੁਰਤ। ਏਕਾ ਸੁਰਤ ਜੀਤੇ ਹੈ ਜੀ। ਜਿੰਨੇ ਵੀ ਜੀਵਨ ਸਾਰਿਆਂ ਦੀ ਸੁਰਤ ਸੋ ਸ੍ਰੇਸ਼ਟ ਰਤ ਪ੍ਰੀਤੀ ਪਰਮੇਸ਼ਰ ਨਾਲ ਹੋਣੀ ਚਾਹੀਦੀ ਹੈ। ਉਹ ਸਾਰਿਆਂ ਦੇ ਸੁਰਤ ਨਾਮ ਤੇ ਸੋ ਨਾਮ ਸ੍ਰੇਸ਼ਟ ਹੈ, ਰਤ ਨਾਮ ਪ੍ਰੀਤੀ ਦਾ ਹੈ। ਵਾਹਿਗੁਰੂ ਵਿੱਚ ਪ੍ਰੀਤੀ ਹੋਣੀ ਚਾਹੀਦੀ ਹੈ। ਤੇ ਕਿਉਂਕਿ ਸੁਰਤ ਵਿਹੋਣਾ ਕੋਇ ਨਾ ਕੀ। ਕਿਉਂਕਿ ਸੁਰਤ ਸੋ ਸ੍ਰੇਸ਼ਟ ਪ੍ਰੀਤੀ ਰਤ ਪ੍ਰੀਤੀ ਤੋਂ ਵਿਹੋਣ ਬਿਨਾ ਵਾਹਿਗੁਰੂ ਪਰਮੇਸ਼ਰ ਕਿਸੇ ਨੂੰ ਅਪਣਾਉਂਦਾ ਨਹੀਂ ਵੀ ਮੇਰਾ ਇਹ। ਜੇ ਸੱਚੀ ਪ੍ਰੀਤੀ ਹੋਗੀ ਅਪਣਾ ਲੈਂਦਾ ਵੀ ਇਹ ਮੇਰਾ। ਜੇ ਪ੍ਰੀਤੀ ਨੇ ਵਾਹਿਗੁਰੂ ਅਪਣਾਉਂਦਾ ਨਹੀਂ ਹੈ। ਜਿਹੇ ਸੁਰਤ ਤਿਹਾ ਤਿਨ ਰਾਹ। ਜਿਹੋ ਜੀ ਜੀਵਾਂ ਦੇ ਵਿੱਚ ਪ੍ਰੀਤ ਹੈ ਉਹ ਹੈ ਜਿਹਾ ਉਹਨਾਂ ਦਾ ਰਸਤਾ ਹੁੰਦਾ ਹੈ। ਜਿਨ੍ਹਾਂ ਦੇ ਅੰਦਰ ਗਿਆਨ ਦੀ ਪ੍ਰੀਤੀ ਹੈ ਉਹ ਗਿਆਨ ਦੇ ਮਾਰਗ ਦੇ ਰਸਤੇ ਤੇ ਚੱਲ ਪੈਂਦੇ ਹੈ। ਜਿਨ੍ਹਾਂ ਦੇ ਭਗਤੀ ਦੀ ਪ੍ਰੀਤੀ ਹੈ ਉਹ ਭਗਤੀ ਦੇ ਮਾਰਗ ਤੇ ਰਾਹੋ ਇਹ ਰਾਹ ਤੇ ਚੱਲ ਪੈਂਦੇ ਹੈ। ਤੇ ਜਿਨ੍ਹਾਂ ਦੀ ਕਰਮ ਨਾਲ ਪ੍ਰੀਤੀ ਹੈ ਉਹ ਕਰਮਕਾਂਡ ਦੇ ਰਸਤੇ ਚੱਲ ਪੈਂਦੇ, ਨਿਸ਼ਕਾਮ ਕਰਮ ਕਰਦੇ ਹੈ। ਹੇ ਵਾਹਿਗੁਰੂ ਜੀ, ਲੇਖਾ ਇੱਕੋ ਆਵਹੁ ਜਾਹ। ਹੇ ਪ੍ਰਭੂ, ਜੋ ਤੇਰੀ ਸ਼ਰਨ ਵਿੱਚ ਆਉਂਦੇ ਆ ਉਹਨਾਂ ਦਾ ਇੱਕੋ ਹੀ ਲੇਖਾ ਤੇਰੇ ਕੋਲ ਹੈ। ਉਹ ਲੇਖਾ ਆਉਣ ਜਾਣ ਵਾਲਾ ਹੋ ਜਾਂਦਾ ਹੈ। ਭਾਵ ਕੀ ਹੈ? ਖਤਮ ਹੋ ਜਾਂਦਾ ਹੈ। ਧਰਮ ਰਾਜ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਲੇਖਾ ਛੋੜ ਅਲੇਖਾ ਛੁਟੈ ਹਮ ਨਿਰਗੁਣ ਲਿਹੋ ਉਬਾਰੀ। ਐ ਫਿਰ ਉਬਾਰ ਲੈਂਦੇ ਹੈ। ਉਹ ਜੰਮਦੇ ਮਰਦੇ ਨਹੀਂ ਹਨ। ਫਿਰ ਕਾਹੇ ਜੀਅ ਕਰਹਿ ਚਤੁਰਾਈ। ਹੇ ਜੀਵ, ਤੂੰ ਵਾਹਿਗੁਰੂ ਨੇ ਪੈਦਾ ਕੀਤਾ ਤੇ ਇਸ ਕਰਕੇ ਉਸ ਵਾਹਿਗੁਰੂ ਦੇ ਤੂੰ ਵਾਹਿਗੁਰੂ ਨਾਲੇ ਚਤਰਾਈਆਂ ਕਰਦਾ, ਚਲਾਕੀਆਂ ਵੀ ਵਾਹਿਗੁਰੂ ਨਾਲੇ ਕਰਦਾ ਜਿਹਨੇ ਪੈਦਾ ਕੀਤਾ ਹੈ ਤੈਨੂੰ। ਤੇ ਇਹ ਜੀਵਾਂ ਦਾ ਮਾਲਕ ਜੋ ਹੈ ਤੇ ਹਾਂਜੀ ਬੋਲ ਦਿਓ, ਦੁਬਾਰੇ ਬੋਲ ਦਿਓ। ਕਾਹੇ ਜੀਅ ਕਰਹਿ ਚਤੁਰਾਈ। ਇਹ ਜੀਵ ਤੂੰ ਕਾਹੇ ਕਿਉਂ ਚਤਰਾਈਆਂ ਚਲਾਕੀਆਂ ਕਿਉਂ ਕਰਦਾ ਹੈ? ਆਪਸ ਵਿੱਚ ਵੀ ਸੰਸਾਰ ਨਾਲ ਵੀ ਚਲਾਕੀ ਕਰਦਾ ਹੈ ਤੇ ਰੱਬ ਨਾਲ ਵੀ ਚਲਾਕੀਆਂ ਕਰਦਾ ਹੈ। ਤੋਂ ਲੇਵੈ ਦੇਵੈ ਢਿਲ ਨਾ ਪਾਈ। ਉਹ ਵਾਹਿਗੁਰੂ ਤਾਂ ਪਾਈ ਆ ਜਿਹੜਾ ਤੈਨੂੰ ਜਵਾਨੀ ਦਿੱਤੀ ਹੈ, ਧਨ ਦਿੱਤਾ ਹੈ, ਪਦਾਰਥ ਦਿੱਤਾ ਹੈ, ਜੇ ਉਹ ਦੇ ਸਕਦਾ ਤਾਂ ਲੈ ਵੀ ਸਕਦਾ। ਉਹ ਤੰਦਰੁਸਤੀ ਉਹਨੇ ਦਿੱਤੀ ਹੈ, ਤੰਦਰੁਸਤੀ ਵਾਪਸ ਵੀ ਲੈ ਸਕਦਾ। ਉਹ ਢਿੱਲ ਨਹੀਂ ਕਰਦਾ ਲੈਣ ਦੇਣ ਵੇਲੇ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਆ ਜੀ, ਤੇਰੇ ਜੀਆ ਕਾ ਤੋਹੇ। ਹੁਣ ਆਪਣੀ ਬਿਰਤੀ ਮਹਾਰਾਜ ਨੇ ਸਨਮੁਖ ਵਾਹਿਗੁਰੂ ਕਨੀ ਕਰਕੇ ਕਹਿੰਦੇ ਨੇ, ਹੇ ਮੇਰੇ ਪਰਮੇਸ਼ਰ, ਆ ਜਿਹੜੇ ਗੜੇ ਨੇ ਪਵਾ ਕੇ ਨਾ ਤੇਰੀ ਰਜਾ ਤੋਂ ਉਲਟ ਚੱਲੇ ਸਿੱਧ। ਪਰ ਇੰਨੀ ਗੱਲ ਹੈ ਮਹਾਰਾਜ, ਜਿਹੜੇ ਜੀਵ ਮਰ ਗਏ ਮੈਨੂੰ ਬੜਾ ਤਰਸ ਆਉਂਦਾ ਹੈ। ਤੇ ਐਸਾ ਮਹਾਰਾਜ ਦੇ ਅੰਦਰ ਪਿਆਰ ਸੀ ਜੀਵਾਂ ਦਾ, ਦਇਆ ਸੀ ਗੁਰੂ ਨਾਨਕ ਸਾਹਿਬ ਦੇ ਅੰਦਰ। ਏਤੀ ਮਾਰ ਪਈ ਕੁਰਲਾਨਾ ਤੈ ਕੀ ਦਰਦ ਨਾ ਆਇਆ, ਸ਼ਾਇਦ ਪਰ ਕਹਿ ਨਹੀਂ ਸੀ ਦਿੱਤਾ ਉੱਥੇ। ਤੋ ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ, ਹੇ ਵਾਹਿਗੁਰੂ, ਇਹ ਜੀਵ ਜੰਤ ਤੇਰੇ ਨਾ, ਤੇਰੇ ਜੀਆਂ ਕਾ ਤੋਹੇ। ਇਹ ਜੀਆਂ ਦਾ ਮਾਲਕ ਤੂੰ ਹੈ, ਜੀਵ ਤੇਰੇ ਦਾਸ ਨ, ਜੀ ਜੰਤ ਤੇਰੇ ਆਸਰੇ ਮਾਰੇ, ਤੂੰ ਜੀਵਾਂ ਦਾ ਜੀਵਨ ਰੂਪ ਹੈ। ਕਿਤ ਕੋ ਸਾਹਿਬ ਆਵਹਿ ਰੋਹੇ। ਹੇ ਸਾਹਿਬ ਮਾਲਕ, ਤੂੰ ਗੁੱਸੇ ਵਿੱਚ ਕਿਉਂ ਆ ਗਿਆ? ਜਿਹੜੇ ਇੰਨੇ ਜਾਨਵਰ ਮਾਰਤੇ, ਇਹ ਕਿਸ ਵਾਸਤੇ ਰੋਹੇ ਕ੍ਰੋਧ ਵਿੱਚ ਆ ਗਏ? ਆ ਮਾਰੇ ਕਿਰਪਾਲੂ ਰਹੋ ਜੀਵਾਂ ਤੇ। ਜੇ ਤੂੰ ਸਾਹਿਬ ਆਵਹਿ ਰੋਹੇ। ਹੇ ਮਾਲਕ, ਜੇ ਤੂੰ ਗੁੱਸੇ ਦੇ ਵਿੱਚ ਆ ਜਾਵੇਂਗਾ ਤਾਂ ਫਿਰ ਜੇ ਤੂੰ ਸਾਹਿਬ ਆਵੇ ਹੈ ਰੋਹੇ, ਫਿਰ ਜੇਕਰ ਸਾਹਿਬ ਮਾਲਕ ਜੋ ਮੰਦ ਕਰਮ ਦੇਖ ਕੇ ਕ੍ਰੋਧ ਦੇ ਵਿੱਚ ਆ ਵੀ ਜਾਵੇਂ, ਤੂੰ ਨਾ ਕਾ ਤੇਰੇ ਓਹੇ। ਉਹ ਇਸ ਤਰ੍ਹਾਂ ਹੈ ਜਿਵੇਂ ਕੋਈ ਦੋ ਭਰਾ ਲੜ ਪੈਣ। ਉਹ ਕਹਿੰਦੇ ਆਪਾਂ ਵਿੱਚ ਆਉਣ ਦੀ ਲੋੜ ਨਹੀਂ, ਕਹਿੰਦੇ ਆਪਸ ਵਿੱਚ ਇੱਕ ਹੋ ਜਾਣਾ ਇਹਨੇ। ਇਹ ਤੇਰਾ ਭਰਾ, ਉਹ ਤੇਰਾ ਭਰਾ। ਕਹਿੰਦੇ ਮਾਲਕ ਤੀਵੀਂ ਦੀ ਲੜਾਈ ਹੋ ਜਾਏ ਤਾਂ ਕਹਿੰਦੇ ਪਾ ਵੀ ਇਹਨਾਂ ਨੂੰ ਤਾਂ ਇੱਕ ਹੋ ਜਾਣਾ। ਬੁਰਾ ਪੈ ਜਾਂਦਾ ਜਿਹੜਾ ਦੂਸਰਾ ਬੰਦਾ ਹੁੰਦਾ। ਇਹ ਕਰਕੇ ਮਹਾਰਾਜ, ਇਹ ਜੀਵ ਜੇ ਇਹਨਾਂ ਤੋਂ ਗਲਤ ਵੀ ਕੰਮ ਹੋ ਗਿਆ ਨਾ, ਤੂੰ ਉਹਨਾਂ ਕਾ ਤੇਰੇ ਓਹੇ। ਹੇ ਪ੍ਰਭੂ, ਉਹਨਾਂ ਜੀਵਾਂ ਦਾ ਕਾ ਦਾ ਅਰਥ ਹੈ ਮਾਲਕ, ਤੇ ਉਹ ਜੀਵ ਤੇਰੇ ਰਚੇ ਹੋਏ ਨੇ। ਫਿਰ ਕਿਰਪਾ ਕਰਨੀ ਬਣਦੀ ਹੈ ਮਹਾਰਾਜ, ਤੂੰ ਇਹਨਾਂ ਦਾ ਜੀਵਾਂ ਦਾ ਸੁਆਮੀ ਹੈ। ਇਸ ਕਰਕੇ ਮਹਾਰਾਜ ਸਾਰਿਆਂ ਤੇ ਕਿਰਪਾ ਕਰ ਦੋ। ਜਿਨ੍ਹਾਂ ਨੇ ਗਲਤੀ ਕੀਤੀ ਸਿੱਧਾਂ ਨੇ, ਇਹਨਾਂ ਤੇ ਵੀ ਕਿਰਪਾ ਕਰੋ। ਜਿਹੜੇ ਮਰ ਗਏ ਵਿਚਾਰੇ, ਉਹਨਾਂ ਤੇ ਵੀ ਕਿਰਪਾ ਕਰ ਦਿਓ ਜੀ। ਅਸੀਂ ਬੋਲ ਵਿਗਾੜ ਹੈ ਬੋਲ। ਹੁਣ ਸਿੱਧਾਂ ਵਾਲੇ ਪਾਸੇ ਤੋਂ ਬਚਨ ਉਚਾਰਿਆ ਹੈ
ਵੀ ਇਹ ਬੋਲ ਵਿਗਾੜ ਨੇ, ਇਹਨਾਂ ਨੇ ਬੋਲ ਕੇ ਨਾ ਵਿਗਾੜ ਪਾ ਲਿਆ ਤੇਰੇ ਨਾਲ, ਤਾਂ ਤੇਰਾ ਗੁੱਸਾ ਹੋ ਗਿਆ। ਸਿੱਧਾਂਤ ਮੁਖ ਦੁਆਰਾ ਕਹਿੰਦੇ ਨੇ ਅਸੀਂ ਬੋਲ ਵਿਗਾੜਾਂ ਬਚਨਾਂ ਦਾ ਵਿਰੋਧ ਕਰਨ ਵਾਲੇ ਹਾਂ, ਤੇ ਇਸ ਕਰਕੇ ਮਹਾਰਾਜ ਬੋਲ ਵਾਕਾਂ ਨੂੰ ਪ੍ਰਮਾਤਮਾ ਦੇ ਪ੍ਰੇਮ ਨਾਲੋਂ ਖਰਾਬ ਕਰ ਲਿਆ, ਵਿਗਾੜ ਲਿਆ, ਅਸੀਂ ਤੇਰੀ ਰਜਾ ਨਾ ਮੰਨੀ ਮਹਾਰਾਜ। ਇਸ ਕਰਕੇ ਸਾਡਾ ਨਾਮ ਹੀ ਜਿਹੜਾ ਨਾ ਉਹ ਬੋਲ ਵਿਗਾੜ ਪੈ ਗਿਆ। ਤੂੰ ਮਹਾਰਾਜ ਕਿਰਪਾ ਕਰ, ਅਸੀਂ ਜੀਵ ਤਾਂ ਵਿਗਾੜਾਂ ਬੋਲ ਹੰਗਤਾ 'ਚ ਬੋਲ ਬੋਲ ਕੇ ਵਿਗਾੜ ਲੈਂਦੇ ਆ। ਕਈ ਵਾਰੀ ਹੰਕਾਰ 'ਚ ਬੰਦਾ ਬੋਲ ਬੋਲ ਕੇ ਬਹੁਤ ਕੁਝ ਵਿਗਾੜ ਲੈਂਦਾ ਹੈ, ਉਹਨੂੰ ਬੋਲ ਵਿਗਾੜ ਕਹਿੰਦੇ, ਜਿਹੜਾ ਬੋਲ ਕੇ ਨਾ ਆਪਣਾ ਕੰਮ ਵਿਗਾੜ ਲਵੇ। ਇਸ ਕਰਕੇ ਕਹਿੰਦੇ ਜੂਨੀਆਂ 'ਚ ਫਿਰ ਭਟਕਦੇ ਆ ਸਾਰੇ ਜੀਵ। ਇਹ ਬੋਲ ਵਿਗਾੜਾ, ਤੇਰੇ ਨਾਲ ਵਿਰੋਧ ਕਰ ਲਿਆ ਇਹਨਾਂ ਨੇ। ਜੋ ਨਜ਼ਰੀ ਅੰਦਰ ਤੋਲਹਿ ਤੋਲ, ਪਰ ਜੀਵਾਂ ਨੂੰ ਆਪਣੀ ਨਜ਼ਰੀ ਦ੍ਰਿਸ਼ਟੀ ਦੇ ਅੰਦਰ ਤੋਲਣ ਵਾਲਾ ਹੈ, ਭਾਵ ਜੀਵਾਂ ਨੂੰ ਚੰਗੇ ਮਾੜੇ ਕਰਮਾਂ ਦਾ ਨਿਆਂ ਰੂਪੀ ਤਰਾਜੂ ਤੇਰੇ ਹੱਥ ਵਿੱਚ ਹੈ। ਹੇ ਕਿਰਪਾਲੂ, ਇਹਨਾਂ ਜੀਵਾਂ ਤੇ ਨਜ਼ਰੀ ਕਿਰਪਾ ਦ੍ਰਿਸ਼ਟੀ ਕਰ ਦੇ। ਉਹ ਆਪਣੇ ਅੰਦਰ ਤੋਲੈ ਤੋਲ, ਤੇਰੇ ਵਿਚਾਰ ਨੂੰ ਵਿਚਾਰ ਵਿਚਾਰ ਕੇ ਤੋਲ, ਤੇਰਾ ਭਾਣਾ ਮੰਨਣ ਲੱਗ ਜਾਣ। ਜਹ ਕਰਨੀ ਤਹ ਪੂਰੀ ਮਤ, ਹੇ ਵਾਹਿਗੁਰੂ, ਜਿੱਥੇ ਤੇਰੇ ਨਾਮ ਦੀ ਕਰਨੀ ਕਮਾਈ ਹੈ, ਕਹਿੰਦੇ ਉਹਨੂੰ ਪੂਰੀ ਅਕਲ ਸਮਝਦੇ ਹਾਂ ਅਸੀਂ। ਇਹ ਬਿਆਕਲੀ ਦਾ ਕੰਮ ਕਰਿਆ ਸਿੱਧਾਂ ਨੇ, ਜਿਹੜਾ ਕਰਾਮਾਤਾਂ ਦੁਹਾ ਕੇ ਮੀਂਹ ਪਵਾਇਆ ਹੈ। ਤੇ ਇਸ ਕਰ ਕਮਾਈ ਵਾਲੇ ਤੱਤ ਵੇਤੇ ਜਿਹੜੇ ਉਹ ਪੂਰਨ ਮਤ ਦੇ ਮਾਲਕ ਹੁੰਦੇ ਨੇ, ਉਹੀ ਅਕਲਵਾਨ ਹਨ ਸਾਰੇ। ਕਰਨੀ ਵਾਜੋ ਘਟੇ ਘਟ, ਇਹ ਪਾਠ ਦਾ ਭਾਈ ਧਿਆਨ ਰੱਖਣਾ ਹੈ, ਇਹਨੂੰ ਘਟੇ ਘਟ ਨਾ ਬਣ ਜਾਏ। ਘਟੇ ਤਾਂ ਫਿਰ ਘਟਾਂ ਬਣ ਜਾਣਗੀਆਂ ਸਾਵਣ ਭਾਦਰੋਂ ਦੀਆਂ। ਘਟੇ ਘਟ ਅਧਿਕ ਦੋਨਾਂ ਤੇ ਬੋਲਣੀ ਹੈ, ਕਸ ਕੇ ਬੋਲਣਾ ਥੋੜਾ ਜਿਹਾ। ਕਰਨੀ ਬਾਜੋ ਕਮਾਈ ਜਿਹੜੀ ਨਾਮ ਦੀ ਆ, ਉਹ ਤੋਂ ਬਿਨਾਂ ਘਾਟੇ ਹੀ ਘਾਟੇ ਨੇ, ਪਏ ਰਹਿੰਦੇ ਨੇ ਘਾਟੇ। ਘਾਟੇ ਕਾਰਨ ਟੇਢੀਆਂ ਜੂਨਾਂ, ਫਿਰ ਸੱਪ ਕਿਰਲੀਆਂ, ਚੂਹੇ, ਕੋੜ ਕਿਰਲੀਆਂ ਆਦਿ ਗਰਭ ਜੂਨੀ ਵਿੱਚ, ਇਹ ਫਿਰ ਉਹਨਾਂ ਘਾਟਾਂ ਤੇ ਵੀ ਉਹਨ ਭੋਗਦੇ ਫਿਰਦੇ ਆ। ਉਹਨਾਂ ਦੇ ਘਟ ਸਰੀਰ ਨੂੰ ਲਾਹਣਤਾਂ ਰੂਪੀ ਘੱਟੇ ਵਿੱਚ ਉਹਦੇ 'ਚ ਪਏ ਰਹਿੰਦੇ ਆ। ਲਾਹਣਤਾਂ ਰੂਪੀ ਖੇ ਸਿਰ ਦੇ ਉੱਤੇ ਪੈਂਦੀ ਰਹਿੰਦੀ ਹੈ। ਬੜਵਤ ਨਾਨਕ ਗਿਆਨੀ ਕੈਸਾ ਹੋਏ। ਸਿੱਧਾਂ ਨੇ ਪੁੱਛਿਆ, ਮਾਰੇ ਫਿਰ ਗਿਆਨਵਾਨ ਕਿਹਾ ਜਾ ਤੁਹਾਡੇ ਮਤ ਅਨੁਸਾਰ, ਤੁਹਾਡੇ ਨਜ਼ਰੀਏ ਦੇ ਨਾਲ ਗਿਆਨਵਾਨ ਕਿਹੋ ਜਿਹਾ ਹੋਣਾ ਚਾਹੀਦਾ ਹੈ? ਤਾਂ ਮਹਾਰਾਜ ਸਾਹਿਬ ਦੀ ਉਚਾਰਨ ਕਰਦੇ ਨੇ, ਬੇਨਤੀ ਪੂਰਵਕ ਸ਼ਬਦ ਹੈ। ਸਿੱਧਾਂ ਨੂੰ ਕਿਹਾ ਕਿ ਸਾਡੀ ਨਜ਼ਰਾਂ ਦੇ ਵਿੱਚ ਤਾਂ ਗਿਆਨੀ ਗਿਆਨਵਾਨ, ਗਿਆਨੀ ਕੈਸਾ ਹੋਏ ਤੁਸੀਂ ਪੁੱਛਿਆ, ਭਾਈ ਇਹੋ ਜਿਹਾ ਹੋਣਾ ਚਾਹੀਦਾ। ਆਪ ਪਛਾਣੈ ਬੂਝੈ ਸੋਏ। ਗਿਆਨੀ ਤਾਂ ਹੋਏ ਜਿਹੜੇ ਆਪਣੀ ਆਤਮਾ ਨੂੰ ਬ੍ਰਹਮ ਰੂਪ ਕਰਕੇ ਪਛਾਣ ਲਵੇ, ਆਪਣੇ ਸਰੂਪ ਨੂੰ ਪਛਾਣ ਲਵੇ। ਗਿਆਨੀ ਉਹ ਥੋੜਾ ਵੀ 4 ਪੁਸਤਕਾਂ ਪੜ੍ਹ ਲੀਆਂ ਗਿਆਨੀ ਬਣ ਗਿਆ, ਜਾਂ ਡਿਗਰੀ ਲੈ ਲਈ ਸੰਸਾਰ ਤੋਂ। ਸੋਏ ਉਸ ਪਰਮੇਸ਼ਰ ਦੇ ਬਾਰੇ ਬੁੱਝੇ, ਪੁੱਛੇ ਆਪਣੇ ਗੁਰੂ ਤੋਂ, ਗੁਰਾਂ ਤੋਂ ਗਿਆਨ ਪ੍ਰਾਪਤ ਕਰਕੇ ਫੇਰ ਪ੍ਰਭੂ ਨੂੰ ਦੇਖੇ, ਆਪਣੇ ਆਤਮਾ ਨੂੰ ਪਛਾਣ ਲਵੇ। ਕਹਿੰਦੇ ਉਹ ਹੈ ਗਿਆਨੀ। ਆਪ ਪਛਾਣੈ ਬੁੱਝੈ ਸੋਏ, ਉਹਨੂੰ ਕਹਿੰਦੇ ਨੇ ਗਿਆਨੀ। ਗੁਰ ਪ੍ਰਸਾਦ ਕਰੇ ਵਿਚਾਰ, ਗੁਰੂ ਦੀ ਕਿਰਪਾ ਕਰਕੇ ਸਤ ਅਸਤ ਦਾ ਨਿਰਣੇ ਕਰਨ ਰੂਪੀ ਵਿਚਾਰ ਕਰੇ। ਸੋ ਗਿਆਨੀ ਦਰਗਹਿ ਪਰਵਾਨ, ਸਿੱਧੋ ਉਹ ਗਿਆਨੀ ਗਿਆਨਵਾਨ ਬ੍ਰਹਮ ਗਿਆਨੀ ਦਰਗਾਹ ਦੇ ਵਿੱਚ, ਜਿੱਥੇ ਨਿਆਂ ਕਰਦਾ ਪਰਮਾਤਮਾ ਸੱਚਖੰਡ ਵਿੱਚ, ਕਹਿੰਦੇ ਉਹ ਪਰਵਾਨਿਕ ਹੋ ਜਾਂਦਾ ਹੈ। ਇਸ ਕਰਕੇ ਇਹ ਸ਼ਬਦ ਸੁਣ ਕੇ ਸਿੱਧਾਂ ਨੇ ਫਿਰ ਨਮਸਕਾਰਾਂ ਕੀਤੀਆਂ, ਬੇਨਤੀ ਕਰਨ ਲੱਗੇ, ਮਹਾਰਾਜ ਅਸੀਂ ਭੁੱਲ ਗਏ, ਗਾਹਾਂ ਤੋਂ ਅਸੀਂ ਭੁੱਲ ਨਹੀਂ ਕਰਾਂਗੇ ਤੇ ਸ਼ਕਤੀਆਂ ਨਹੀਂ ਦਿਖਾਉਣ ਕਰਾਂਗੇ, ਤੁਸੀਂ ਵਾਪਸ ਕਰਤੀਆਂ, ਤੁਹਾਡਾ ਧੰਨਵਾਦ ਹੈ। ਕਹਿੰਦੇ ਬੱਚੇ ਦਾ ਧੰਨਵਾਦ ਕਰੋ ਜਿਹਦੇ ਦੁਆਰਾ ਤੁਹਾਨੂੰ ਵਾਪਸ ਮਿਲੀ ਹੈ। ਤੇ ਇਸ ਕਰਕੇ ਫਿਰ ਗਿਆਨ ਪ੍ਰਾਪਤ ਕਰਕੇ ਨਿਹਾਲ ਹੋ ਗਏ। ਸਤਿਗੁਰੂ ਦੀ ਕਿਰਪਾ ਦੇ ਨਾਲ ਜਿਹੜੇ ਗੜੇ ਸੀ ਉਹ ਵੀ ਬੰਦ ਹੋ ਗਏ, ਝੱਖੜ ਬੰਦ ਹੋ ਗਿਆ। ਫਿਰ ਸਾਧ ਸਿੰਘ ਜੀ ਜਿਹੜੇ ਜੀਵ ਮਰੇ ਸੀ ਉਹ ਵੀ ਮਹਾਰਾਜ ਦੀ ਕਿਰਪਾ ਦੇ ਨਾਲ ਨਿਰੰਕਾਰ ਨੇ ਖੁਸ਼ ਹੋ ਕੇ ਨਾ ਆਹ ਸ਼ਬਦ ਸੁਣਦਿਆਂ ਹੀ ਉਹ ਜੀਵ ਜਿਹੜੇ ਸੀ ਮਰੇ ਸੀ ਉਹ ਵੀ ਜਿਉਂਦੇ ਕਰ ਦਿੱਤੇ। ਐਸਾ ਇਹ ਭਾਣਾ ਵਰਤਿਆ ਜੇ। ਸ੍ਰੀ ਰਾਗ ਮਹਲਾ ਪਹਿਲਾ ਘਰ ਚੌਥਾ। ਸ੍ਰੀ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦਾ ਅਗਲਾ ਸ਼ਬਦ ਹੈ ਰਾਗ ਦੇ ਚੌਥੇ ਸੁਰਤਾਲ ਵਿੱਚ। ਇਹ ਸ਼ਬਦ ਦੀ ਉਥਾਨ ਕੇ ਜਦੋਂ ਮਹਾਰਾਜ ਕਰਤਾਰਪੁਰ ਰਹਿੰਦੇ ਸੀ ਨਾ, ਦਰਿਆ ਰਾਵੀ ਦੇ ਕਿਨਾਰੇ ਵੱਡੇ ਤੜਕੇ ਉੱਠ ਕੇ ਇਸ਼ਨਾਨ ਕਰਨ ਜਾਇਆ ਕਰਦੇ ਆਪ। ਇਹ ਨਿਯਮ ਸੀ। ਇੱਕ ਸੈਦੋ ਘਿਓ ਹੋਇਆ, ਇਤਿਹਾਸ 'ਚ ਬੜਾ ਨਾਮ ਹੁੰਦਾ ਹੈ। ਨਾਂ ਤਾਂ ਉਹਦਾ ਭਾਈ ਸੈਦੋ ਸੀ। ਉਹ ਤੜਕੇ ਹੀ ਘਿਓ ਵੇਚਣ ਜਾਇਆ ਕਰਦਾ ਸੀ। ਉਹ ਘਿਓ ਵੇਚਣ ਜਾਣ ਕਰਕੇ ਨਾ ਫਿਰ ਉਹਨੂੰ ਸੈਦੋ ਘਿਓ ਹੀ ਕਹਿਣ ਵਾਲੇ, ਘਿਓ ਵਾਲਾ ਸੈਦੋ। ਸੈਦੋ ਘਿਓ ਉਹ ਤੜਕੇ ਜਾਂਦਾ ਦਾ ਘਿਓ ਵੇਚਣ। ਉਹ ਗੁਰੂ ਨਾਨਕ ਸਾਹਿਬ ਨੂੰ ਦੇਖਿਆ ਕਰੇ ਵੀ ਇਹ ਸਵਾ ਪਹਿਰ ਦੇ ਤੜਕੇ ਆ ਕੇ ਇਸ਼ਨਾਨ ਕਰਕੇ ਦਰਿਆ ਰਾਵੀ ਦੇ ਕੰਢੇ ਤੇ ਬਹਿੰਦੇ ਆ। ਉਹਨੇ ਆਪਣੇ ਮਨ ਦੇ ਨਾਲ ਹੀ ਹਿਸਾਬ ਲਾ ਗਿਆ ਵੀ ਇਹ ਕਿਉਂ ਬਹਿੰਦੇ ਆ। ਕਹਿੰਦਾ ਹੁਣ ਸਮਝ ਆਈ। ਕਹਿੰਦਾ ਇਹ ਜਿਹੜਾ ਵਰਨ ਦੇਵਤਾ ਹੈ ਉਹਨੂੰ ਸਿੱਧ ਕਰਿਆ ਇਹਨਾਂ ਨੇ। ਵਰਨ ਦੇਵਤੇ ਦੀ ਪੂਜਾ ਕਰਦੇ ਆ ਗੁਰੂ ਨਾਨਕ ਸਾਹਿਬ, ਵੀ ਤਾਂ ਇਹਨਾਂ ਨੂੰ ਸਾਰੀ ਦੁਨੀਆ ਦੇ ਵਿੱਚ ਇਹਨਾਂ ਦੀ ਮੰਨਤਾ ਹੋ ਗਈ। ਕਹਿੰਦਾ ਵੀ ਮੈਂ ਵੀ ਵਰਨ ਦੇਵਤਾ ਦੀ ਪੂਜਾ ਕਰਿਆ ਕਰੂੰ। ਉਹ ਅਗਿਆਨ ਕਰਕੇ ਉਹਨੇ ਗੁਰੂ ਨਾਨਕ ਸਾਹਿਬ ਨੂੰ ਕਲਪਿਆ ਵੀ ਪੂਜਾ ਕਰਦੇ ਹੋਣਗੇ। ਮਹਾਰਾਜ ਥੋੜੀ ਵਰਨ ਦੇਵਤਾ ਦੀ ਪੂਜਾ ਕਰਦੇ ਸੀ। ਇਹ ਗੁਰੂ ਨਾਨਕ ਸਾਹਿਬ ਤੋਂ ਵੀ ਸਵਖਤੇ ਉੱਠ ਕੇ ਪਹਿਲਾਂ ਹੀ ਆ ਗਿਆ। ਜਦੋਂ ਉੱਥੇ ਆਇਆ
ਐਸੀ ਕਲਾ ਵਰਤੀ। ਉਹ ਵਰਨ ਦੇਵਤਾ ਦਾ ਜਿਹੜਾ ਪਾਣੀ ਦਾ ਅਧਿਕਸ਼ ਦੇਵਤਾ ਹੈ, ਉਹ ਪ੍ਰਾਣਾਧਾਰੀ ਹੋ ਕੇ ਇਹ ਜਦ ਮਿਲਿਆ, ਉਹ ਸੈਦੋ ਕੋਈ ਪੁੱਛਦਾ, ਕਹਿੰਦਾ ਜੀ ਤੁਸੀਂ ਕੌਣ ਹੋ? ਕਹਿੰਦਾ ਮੈਂ ਵਰਨ ਦੇਵਤਾ ਹਾਂ। ਕਹਿੰਦਾ ਜੀ ਠੀਕ ਹੈ, ਬਸ ਤੁਸੀਂ ਤਾਂ ਪਹਿਲੇ ਦਿਨ ਪ੍ਰਗਟ ਹੋ ਗਏ। ਕਹਿੰਦਾ ਮੈਂ ਤਾਂ ਤੁਹਾਨੂੰ ਮਿਲਣੇ ਆਇਆ ਸੀ, ਤੁਹਾਡੀ ਪੂਜਾ ਕਰਿਆ ਕਰੂੰ ਮੈਂ। ਉਹ ਕਹਿੰਦਾ ਠਹਿਰ ਜਾ, ਮੇਰਾ ਬੇਲ ਨਹੀਂ ਹੈ। ਕਹਿੰਦੇ ਆਖਿਰ ਤੁਸੀਂ ਕਿੱਥੇ ਚੱਲੇ ਹੋ? ਕਹਿੰਦਾ ਮੈਂ ਗੁਰੂ ਨਾਨਕ ਸਾਹਿਬ ਦੀ ਪੂਜਾ ਕਰਿਆ ਵਾਂ। ਵੀ ਉਹਨਾਂ ਦਾ ਉੱਥੇ ਜਾ ਕੇ ਪੂਜਾ ਕਰਨੇ, ਇੱਥੇ ਆਉਣਗੇ ਫਿਰ ਇੱਥੇ ਪੂਜਾ ਨਹੀਂ, ਮੈਂ ਉਹਨਾਂ ਦਾ ਉੱਥੇ ਜਾ ਕੇ ਪੂਜਾ ਕਰਦਾ, ਨਾਲੇ ਬੇਨਤੀ ਕਰਦਾ ਮਹਾਰਾਜ ਮੈਨੂੰ ਵੀ ਸਫਲਾ ਕਰੋ, ਮੇਰੇ ਕਿਨਾਰੇ ਤੇ ਆਓ। ਕਹਿੰਦਾ ਤੂੰ ਗੁਰੂ ਨਾਨਕ ਸਾਹਿਬ ਦੀ ਪੂਜਾ ਕਰਦਾ? ਕਹਿੰਦਾ ਕੱਲਾ ਮੈਂ ਥੋੜੀ ਕਰਦਾ, 33 ਕਰੋੜ ਦੇਵਤੇ ਕਰਦੇ ਨੇ, ਮੈਂ ਤਾਂ ਬਹੁਤ ਛੋਟਾ ਜਿਹਾ। ਸਾਰੇ ਦੇਵੀ ਦੇਵਤੇ ਗੁਰੂ ਨਾਨਕ ਸਾਹਿਬ ਤੋਂ ਤਾਂ ਸ਼ਕਤੀਆਂ ਲੈਂਦੇ ਆ। ਇਹ ਫਿਰ ਸਾਸ ਸੀ, ਉਹ ਤਾਂ ਕਹਿ ਕੇ ਲੋਪ ਹੋਇਆ। ਜਦੋਂ ਗੁਰੂ ਨਾਨਕ ਸਾਹਿਬ ਆਏ, ਮਹਾਰਾਜ ਕਹਿੰਦੇ ਸੈਦੋ ਕਿਉਂ ਅੱਜ ਤੂੰ ਮੇਤੋਂ ਵੀ ਪਹਿਲਾਂ ਆ ਗਿਆ ਇੱਥੇ, ਅੱਗੇ ਤਾਂ ਬਾਅਦ ਚ ਆਉਣਾ ਹੁੰਦਾ। ਬਸ ਵਿੱਚ ਚਰਨ ਫੜ ਕੇ ਧਾਹਾਂ ਮਾਰ ਮਾਰ ਕੇ ਰੋਣ ਲੱਗਾ। ਕਹਿੰਦਾ ਮਹਾਰਾਜ ਬਖਸ਼ ਲਓ। ਮਹਾਰਾਜ ਕਹਿੰਦੇ ਕੀ ਹੋ ਗਿਆ? ਕਹਿੰਦਾ ਮਹਾਰਾਜ ਮੈਂ ਭੁੱਲ ਗਿਆ ਅਗਿਆਨ ਕਰਕੇ, ਹੁਣ ਮੈਨੂੰ ਸਮਝ ਆਈ ਤਾਂ ਪਾਰਵੇਂ ਪਰਮੇਸ਼ਰ ਦਾ ਸਰੂਪ ਹੋਈ ਹੋ, ਨਿਰੰਕਾਰ ਹੋ ਤੁਸੀਂ, ਤੁਹਾਡੀ ਤਾਂ ਦੇਵੀ ਦੇਵਤੇ ਪੂਜਾ ਕਰਦੇ। ਕਹਿੰਦੇ ਨਾ ਨਾ, ਮੈਂ ਤਾਂ ਇੱਕ ਸਿੱਧਾ ਜਿਹਾ ਬੰਦਾ, ਮੈਂ ਤਾਂ ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਕਹਿੰਦੇ ਦਾਸਾਂ ਦਾ ਵੀ ਦਾਸ ਹੈ ਮੈਂ ਤਾਂ। ਤੇ ਇਹ ਨਿਮਰਤਾ ਦੇ ਵਿੱਚ ਉੱਥੇ ਵੀ ਕਹਿੰਦਾ ਨਹੀਂ ਮਹਾਰਾਜ ਹੁਣ ਤੁਸੀਂ ਮੈਨੂੰ ਉਪਦੇਸ਼ ਬਖਸ਼ੋ, ਮੈਂ ਅੱਗੇ ਤੋਂ ਭੁੱਲਾਂ ਨਾ। ਉਸ ਵੇਲੇ ਮਹਾਰਾਜ ਨੇ ਇਹ ਸ਼ਬਦ ਉਚਾਰਨ ਕੀਤਾ, ਸੈਦੋ ਘਿਓ ਦੇ ਪ੍ਰਥਾਏ ਤੂੰ ਦਰਿਆਓ ਦਾਨਾ ਵੀਨਾ। ਲੈ ਭਾਈ ਤੈਨੂੰ ਬੇਨਤੀ ਕਰਨ ਦਾ ਢੰਗ ਦੱਸਦੇ ਆ। ਹੇ ਪ੍ਰਭੂ ਤੂੰ ਮਾਲਕ ਨੂੰ ਕਹਿ ਤੂੰ ਦਰਿਆਓ, ਦਰਿਆ ਰੂਪ ਹੈ। ਫਾਰਸੀ ਦੀ ਜੋ ਦਰਿਆਓ ਸਮੁੰਦਰ ਨੂੰ ਕਹਿੰਦੇ ਨੇ, ਤੂੰ ਸਮੁੰਦਰ ਰੂਪ ਹੈ ਅਤੇ ਦਾਨਾ ਤੇ ਦਾਨਾਈ ਵਾਲਾ ਹੈ। ਦਾਨਾ ਕਹਿੰਦੇ ਨੇ ਜਿਹੜਾ ਜਾਣਨ ਵਾਲਾ ਹੋਵੇ, ਦਿਲ ਦੀ ਜਾਣ ਲਵੇ, ਉਹਨੂੰ ਦਾਨਾ ਕਹਿੰਦੇ ਨੇ। ਬਹੁਤ ਜ਼ਿਆਦੇ ਜਿਹੜੀ ਬੁੱਧੀ ਐਨੀ ਤਿਕਸ਼ਾ ਦੂਸਰੇ ਦੇ ਬਿਨਾਂ ਕਹੇ ਵਚਨ ਜਾਣ ਲਵੇ, ਉਹਨੂੰ ਦਾਨਾ ਕਹਿੰਦੇ। ਬੰਦਾ ਦਾਨਾ ਹੈ। ਤੇ ਦਾਨਾ ਅਸਲ ਦੇ ਵਿੱਚ ਜਾਣਨ ਵਾਲਾ ਉਹ ਪਰਮੇਸ਼ਰ ਹੀ ਹੈ। ਬੀਨਾ ਕਹਿੰਦੇ ਨੇ ਜਿਹੜਾ ਸਾਰਿਆਂ ਨੂੰ ਦੇਖ ਰਿਹਾ ਹੈ। ਤੂੰ ਦਰਿਆਓ ਦਾਨਾ ਬੀਨਾ, ਤੂੰ ਦੇਖਦਾ ਵੀ ਹੈ ਤੇ ਅੰਤਰਜਾਮੀ ਵੀ ਹੈ ਮਹਾਰਾਜ। ਮੈਂ ਮਛਲੀ ਕੈਸੇ ਅੰਤਲਾ, ਕਿਉਂਕਿ ਸਾਰੇ ਦਿਲਾਂ ਦੀਆਂ ਜਾਣਨ ਵਾਲਾ ਤੇ ਸਾਰੇ ਜੀਵਾਂ ਨੂੰ ਦੇਖਣ ਵਾਲਾ, ਤੇ ਮੈਂ ਤਾਂ ਮਛਲੀ ਦੀ ਨਿਆਈ। ਮੱਛੀ ਕੀ ਹੁੰਦੀ ਹੈ? ਛੱਛੇ ਨੂੰ ਔਂਕੜਾ, ਮਛਲੀ ਐਂ ਹੀ ਬੋਲਣਾ ਹੈ। ਮੱਛੀ ਦੀ ਨਿਆਈ ਤੁੱਛ ਜੀਵ ਹਾਂ ਜੀ ਅਸੀਂ। ਤੇ ਇਸ ਕਰਕੇ ਆਪ ਦੇ ਅੰਤ ਨੂੰ ਕਿਵੇਂ ਲੈ ਸਕਦੇ ਹਾਂ, ਭਾਵ ਪ੍ਰਾਪਤ ਕਿਵੇਂ ਕਰ ਸਕਦੇ ਹਾਂ? ਜਿਵੇਂ ਮੱਛੀ ਸਮੁੰਦਰ ਦਾ ਅੰਤ ਨਹੀਂ ਲੈ ਸਕਦੇ। ਜਹ ਜਹ ਦੇਖਾ ਤਹ ਤਹ ਤੂੰ ਹੈ। ਹੁਣ ਮੱਛੀ ਹੈ ਸਮੁੰਦਰ ਦੇ ਵਿੱਚ, ਜਿੱਥੇ ਜਿੱਥੇ ਵੀ ਦੇਖਦੀ ਹੈ, ਕੀ ਦੇਖਦੀ ਹੈ? ਪਾਣੀਓ ਪਾਣੀ ਦੇਖਦੀ ਹੈ। ਤਹ ਤਾਂ ਉੱਥੇ ਉੱਥੇ ਹੀ ਪਾਣੀ ਉਹ ਨਜ਼ਰ ਆਉਂਦਾ ਹੈ, ਤੇ ਉੱਥੇ ਪਾਣੀ ਤੋਂ ਬਿਨਾਂ ਹੋਰ ਕੁਝ ਨਹੀਂ ਹੈ। ਤੇ ਇਸ ਕਰਕੇ ਜਿਹੜੀ ਮੱਛੀ ਆ ਉਹਦਾ ਜੀਵਨ ਪਾਣੀ ਹੈ ਜੇ। ਤੁਝਦੇ ਨਿਕਸੀ ਫੂਟ ਮਰਾ, ਤੇ ਮੱਛੀ ਪਾਣੀ ਤੋਂ ਨਿਕਸ ਕੇ ਬਾਹਰ ਨਿਕਲ ਕੇ ਫੁੱਟ ਫੁੱਟ ਕੇ ਭਾਵ ਤੜਫ ਤੜਫ ਕੇ ਮਰ ਜਾਂਦੀ ਹੈ। ਇਸੇ ਤਰ੍ਹਾਂ ਜਹ ਜਹ ਜਿੱਥੇ ਜਿੱਥੇ ਵੀ ਮੈਂ ਦੇਖਦਾ, ਜਗਿਆਸੂ ਕਹਿੰਦਾ ਮੈਂ ਤਾਂ ਮੱਛੀ ਰੂਪ ਆ ਮਹਾਰਾਜ, ਤਿੰਨਾਂ ਭਵਨਾਂ ਦੇ ਵਿੱਚ ਸਮੁੰਦਰ ਰੂਪ ਤੂੰ, ਤੈਨੂੰ ਹੀ ਦੇਖਦਾ। ਤਹਿ ਤਹਿ ਤੂੰ, ਉੱਥੇ ਉੱਥੇ ਤੂੰ ਹੈ ਮਹਾਰਾਜ ਪਰਮੇਸ਼ਰ। ਤੂੰ ਵਿਆਪਕ ਸਰੂਪ ਹੋ ਰਿਹਾ ਹੈ। ਤੁਝ ਤੇ ਤੁਹਾਡੇ ਵੱਲੋਂ ਮੇਰੀ ਬਿਰਤੀ ਬੇਮੁਖ ਹੋ ਜਾਵੇ, ਬਾਹਰ ਨਿਕਲ ਜਾਵੇ, ਤਾਂ ਫੁੱਟ ਫੁੱਟ ਕੇ ਤੜਫ ਤੜਫ ਕੇ ਮਰਨ ਵਾਲੀ ਗੱਲ ਹੋ ਜਾਂਦੀ ਹੈ। ਮੱਛੀ ਦੀ ਤਰ੍ਹਾਂ ਜੀਵਨ ਹੈ ਗੁਰਸਿੱਖ ਦਾ। ਮੱਛੀ ਜਿਹੜੀ ਉਹ ਪਾਣੀ ਤੋਂ ਬਿਨਾਂ ਨਹੀਂ ਜੀ ਸਕਦੀ, ਤੇ ਗੁਰਸਿੱਖ ਬਾਣੀ ਤੋਂ ਬਿਨਾਂ ਨਹੀਂ ਜੀ ਸਕਦਾ। ਉਹ ਦ੍ਰਿਸ਼ਟਾਂਤ ਕਲਪੇ ਹੋਏ ਨੇ। ਕਹਿੰਦੇ ਇੱਕ ਵਾਰੀ ਮੱਛੀ, ਕੱਛੂ ਕੁੰਮੇ ਵੀ ਪਾਣੀ ਚ ਰਹਿੰਦੇ, ਮੱਛੀ ਕਹਿੰਦੀ ਆ ਇਹਨੂੰ, ਕੱਛੂ ਨੂੰ ਕਹਿੰਦੀ ਕੱਛੂ ਬਈ ਮੈਂ ਪਾਣੀ ਦੇਖਣਾ, ਸਮੁੰਦਰ ਕਿਹਾ ਜਾ ਹੁੰਦਾ ਹੈ। ਉਹਨੇ ਦੇਖ ਲਿਆ ਵੀ ਇਹਨੂੰ ਤਾਂ ਭਰਮ ਹੋ ਗਿਆ, ਰਹਿੰਦੇ ਅਸੀਂ ਸਮੁੰਦਰ ਦੇ ਵਿੱਚ, ਇਹ ਕਹਿੰਦੇ ਸਮੁੰਦਰ ਕਿਹਾ ਜਾ। ਕਹਿੰਦਾ ਮੈਂ ਦਿਖਾਵਾਂ? ਕਹਿੰਦੀ ਹਾਂ ਦਿਖਾ ਦੇ। ਕਹਿੰਦਾ ਆ ਜਾ ਮੇਰੇ ਨਾਲ, ਪਿੱਠ ਤੇ ਬਹਿ ਜਾ। ਉਹ ਕੱਛੂ ਨੇ ਆਪਣੀ ਪਿੱਠ ਦੇ ਉੱਤੇ ਬਿਠਾ ਲਈ ਮੱਛੀ, ਕਿਨਾਰੇ ਤੇ ਜਾ ਕੇ ਨਾ ਰੇਤੇ ਦੇ ਉੱਤੇ ਐਂ ਭਗਾ ਕੇ ਮਾਰੀ ਰੇਤੇ ਦੇ ਉੱਤੇ। ਹੁਣ ਮੱਛੀ ਪਾਣੀ 'ਚ ਤੈਰ ਸਕਦੀ ਹੈ। ਉਧਰ ਗਰਮ ਰੇਤਾ ਸੀ, ਲੱਗੀ ਤੜਫਣ। ਜਦੋਂ ਦੇਖਿਆ ਵੀ ਇਹ ਤਾਂ ਦਾਣਿਆਂ ਦੀ ਤਰ੍ਹਾਂ ਭੁੱਜ ਜਾਊਗੀ, ਉਹ ਤੜਫ ਤੜਫ ਕੇ ਕੁਰਲਾ ਦੀ, ਉਹਦੀ ਪੂੰਛ ਫੜ ਕੇ ਖਿੱਚ ਕੇ ਨਾ ਕਹਿੰਦਾ ਆਹ ਹੈ ਸਮੁੰਦਰ। ਕਹਿੰਦਾ ਜੀ ਤੋਂ ਬਿਨਾਂ ਤੜਫਦੀ ਸੀ। ਹੁਣ ਤੇਰੇ ਸਮਝ ਆ ਗਈ ਸਮੁੰਦਰ ਕਿਹਨੂੰ ਕਹਿੰਦੇ ਆ? ਕਹਿੰਦੀ ਹਾਂ ਹੁਣ ਪਤਾ ਲੱਗ ਗਿਆ। ਇਹ ਦ੍ਰਿਸ਼ਟਾਂਤ ਹੈ ਸਾਧ ਸਿੰਘ ਜੀ। ਇਸ ਤਰ੍ਹਾਂ ਅਗਿਆਨੀ ਜੀਵ ਕਹਿੰਦਾ ਦਿਖਾਓ ਰੱਬ ਕਿੱਥੇ ਹੈ, ਤੇ ਉਹ ਸਾਧ ਸਿੰਘ ਜੀ ਉਹਨਾਂ ਦੀ ਬਿਰਤੀ ਰੂਪੀ ਪੂੰਛ ਫੜ ਕੇ ਨਾ ਜਦੋਂ ਉਹਨੂੰ ਦੁੱਖ ਰੂਪ ਦੇ ਛੱਡਦਿਆ ਹੈ ਕਰਦਾ, ਜਾਂ ਫਿਰ ਉਹਦੀ ਜਾਨ ਕੱਢਣ ਵਾਲੀ ਪੋਜੀਸ਼ਨ ਦੇ ਚਾਹ, ਫਿਰ ਕਹਿੰਦਾ ਵੀ ਹਾਂ ਹੈਗਾ। ਜੀ ਤੋਂ ਬਿਨਾਂ ਤੂੰ ਬੋਲ ਨਹੀਂ ਸਕਦਾ, ਤੂੰ ਦੇਖ ਨਹੀਂ ਸਕਦਾ, ਤੂੰ ਬਚ ਨਹੀਂ ਸਕਦਾ। ਮੱਛੀ ਦੀ ਤਰ੍ਹਾਂ ਤੜਫਣ ਲੱਗ, ਉਹਦੀ ਚੇਤਨ ਸੱਤਾ ਉਹ ਬ੍ਰਹਮ ਹੈ। ਅੰਤ ਨਹੀਂ ਉਹਦਾ ਲੈ ਸਕਦੇ ਜੇ। ਨਾ ਜਾਣਾ ਮਿਓ ਨਾ ਜਾਣਾ ਜਾਲੀ। ਹੇ ਮੇਰੇ ਪ੍ਰਭੂ ਜੀ, ਮੈਂ ਨਾ ਤਾਂ ਜਮ ਰੂਪੀ ਮਿਓ ਮਲਾਹ ਨੂੰ
ਮਲਾਹ ਕਹਿ ਲੋ, ਝੀਵਰ ਕਹਿ ਲੋ, ਮਾਛੀ ਕਹਿ ਲੋ। ਮੈਂ ਨਾ ਤਾਂ ਉਸ ਨੂੰ ਮਲਾਹ ਨੂੰ ਜਾਣਿਆ, ਝੀਵਰ ਨੂੰ ਜਾਣਿਆ, ਫੰਦਕ ਨੂੰ, ਨਾ ਹੀ ਉਸ ਦੇ ਨਾਲ ਜਿਹੜਾ ਕਾੜ ਰੂਪੀ ਨਾ ਜਾਣਾ ਮਿਓ, ਅੱਗੇ ਜੀ ਨਾ ਜਾਣਾ ਮਿਓ ਨਾ ਜਾਣਾ ਜਾਲੀ, ਨਾ ਉਹਦਾ ਜਿਹੜਾ ਕਾਰ ਰੂਪ ਜਾਲੀ ਹੈ ਉਹਨੂੰ ਜਿਹਦੇ 'ਚ ਫਸਾਉਂਦਾ ਮੱਛੀਆਂ ਨੂੰ, ਉਹ ਵੀ ਨਹੀਂ ਜਾਣਿਆ। ਇਸ ਕਰਕੇ ਮਹਾਰਾਜ ਇਹ ਅਗਿਆਨ ਦੇ ਵਿੱਚ ਹੀ ਜੀਵਨ ਬਤੀਤ ਹੋ ਰਿਹਾ ਹੈ। ਜਾਂ ਦੁੱਖ ਲੱਗੈ ਤਾਂ ਤੁਝੈ ਸੰਭਾਲੇ, ਜਦੋਂ ਦੁੱਖ ਲੱਗਦਾ ਤਾਂ ਤੈਨੂੰ ਸੰਭਾਲਦੇ ਆ, ਫੇਰ ਰੱਬ ਚੇਤੇ ਆਉਂਦਾ ਹੈ। ਜੀਵ ਸੁੱਖਾਂ ਦੇ ਪ੍ਰਭੂ ਨੂੰ ਭੁੱਲਦਾ ਹੈ, ਪਰ ਜਦੋਂ ਦੁੱਖ ਮੁਸੀਬਤ ਆਉਂਦੀ ਹੈ ਫਿਰ ਰੱਬ ਯਾਦ ਆਉਂਦਾ ਹੈ। ਦੁੱਖ ਮੈਂ ਸਿਮਰਨ ਸਭ ਕੋ ਕਰੈ, ਸੁਖ ਮੈਂ ਕਰੇ ਨਾ ਕੋਏ। ਕਹਿੰਦੇ ਜੋ ਸੁਖ ਮੈਂ ਸਿਮਰਨ ਕੇ ਤਾਂ ਦੁੱਖ ਕਾਹੇ ਹੋਵੇ, ਫਿਰ ਦੁੱਖ ਕਾਹਨੂੰ ਹੋਵੇ ਜੇ ਸਿਮਰਨ ਕਰਦੇ ਰਹੀਏ। ਸੋ ਇਸ ਕਰਕੇ ਸੁੱਖਾਂ ਵਿੱਚ ਪਹਿਲਾਂ ਤੋਂ ਹੀ ਸਿਮਰਨ ਕਰਦੇ ਰਹੀਏ, ਦੁੱਖਾਂ ਦੀ ਸਜ਼ਾ ਕਾਹਨੂੰ ਭੋਗਣੀ ਪਵੇ। ਅੱਗੋਂ ਦੇ ਜੇ ਚੇਤਿਆ ਤਾਂ ਕਾਇਤ ਮਿਲਾ ਸਜਾਏ, ਫਿਰ ਸਜ਼ਾਵਾਂ ਕਾਹਨੂੰ ਮਿਲਣ। ਤੇ ਇੱਥੇ ਮੱਛੀ ਦਾ ਦ੍ਰਿਸ਼ਟਾਂਤ ਖਤਮ ਹੋਇਆ ਕਿ ਜਗਿਆਸੂ ਭਾਵ ਦੇ ਵਿੱਚ ਬੇਨਤੀ ਕਰਦੇ ਹਨ ਜੀ, ਅਸਥਾਈ ਦੇ ਕੇ ਫਰਮਾਉਂਦੇ ਆ ਜੀ, ਤੂੰ ਭਰਪੂਰ ਜਾਣੈ ਦੂਰ। ਇਹ ਵਾਹਿਗੁਰੂ ਤੋਂ ਭਰਪੂਰ ਸਾਰਿਆਂ ਥਾਵਾਂ ਤੇ ਵਿਆਪਕ ਹੈ, ਪਰਿਪੂਰਨ ਹੈ, ਆਕਾਸ਼ ਦੀ ਨਿਆਈ ਪਰਿਪੂਰਨ ਹੋ ਰਹੇ ਹੈ। ਭਾਵ ਸਾਰਿਆਂ ਥਾਵਾਂ ਤੇ ਲਵਾਲਾ ਭਰੇ ਹੋਏ ਹੈ। ਮੈਂ ਮੂਰਖ ਨੇ ਬੇਮੁਖਤਾਈ ਕਰਕੇ, ਤੁੱਛ ਬੁੱਧੀ ਕਰਕੇ ਤੈਨੂੰ ਦੂਰ ਸਮਝਿਆ, ਪਰ ਤੂੰ ਦੂਰ ਨਹੀਂ ਹੈ। ਤੂੰ ਤਾਂ ਸਾਰਿਆਂ ਦੇ ਨੇੜੇ ਹੈ, ਸਾਰਿਆਂ ਦੇ ਵਿੱਚ ਵਸ ਰਿਹਾ ਹੈ। ਘਟ ਘਟ ਮੈਂ ਹਰਜੂ ਵਸੈ, ਜੋ ਕਛ ਕਰੀ ਸੋ ਤੇਰਾ ਹਦੂਰ। ਮੈਂ ਜਗਿਆਸੂ ਜੋ ਕੁਝ ਵੀ ਲੁਕ ਛਿਪ ਕੇ ਕੁਕਰਮ ਕਰੀ ਕਰਦਾ ਹਾਂ, ਪਰ ਉਹ ਸਭ ਤੇਰੇ ਹਦੂਰ ਪਾਸ ਹੀ ਕਰਦਾ। ਭਾਵ ਤੂੰ ਸਾਰੀ ਜਗ੍ਹਾ ਤੇ ਐਸਾ ਕੋਈ ਥਾਂ ਨਹੀਂ ਜਿੱਥੇ ਤੂੰ ਨਹੀਂ ਹੈ। ਲੋਕ ਕਰਤ ਵਿਕਾਰ ਵਿਖੜੇ ਪਰ ਨੇਰੂਹੂ ਤੇ ਨੇਰਿਆ, ਉਹ ਤਾਂ ਨੇੜੇ ਤੋਂ ਸਦ ਸੁਣਦਾ, ਸਦ ਵੇਖਦਾ। ਕਿਤਨੇ ਲੋਕੇ ਪਾਪ ਕਮਾ ਲਈਏ, ਪਰਮਾਤਮਾ ਨੂੰ ਸਭ ਪਤਾ ਹੈ, ਅੰਤਰਜਾਮੀ ਸਭ ਕੁਝ ਜਾਣੇ। ਉਹ ਸਭ ਦੇ ਗਿਆਨਵਾਨ, ਸਭ ਦੇ ਗੱਲਾਂ ਦੀਆਂ ਜਾਣਦਾ। ਪਰਮੇਸ਼ਰ ਆਪ ਐਸਾ ਹੈ। ਇਹਦੇ ਤੇ ਦ੍ਰਿਸ਼ਟਾਂਤ ਆਉਂਦਾ, ਕਹਿੰਦੇ ਇੱਕ ਮਹਾਤਮਾ ਸੀ, ਬੜੇ ਤ੍ਰਿਕਾਲਦਰ ਸੀ। ਉਹਦੇ 2 ਸ਼ਿਸ਼, ਉਹਨਾਂ ਨੂੰ ਉਹਨੇ ਵੇਦ ਸ਼ਾਸਤਰ ਗ੍ਰੰਥ ਪੜ੍ਹਾਉਂਦਾ ਗਿਆ, ਗਿਆਨ ਪੜ੍ਹਾਉਂਦਾ ਗਿਆ। ਉਹਨਾਂ ਨੂੰ ਵੀ ਜੀਵ ਹਿੰਸਾ ਨਹੀਂ ਕਰਨੀ, ਸਾਰਿਆਂ ਦੀ ਪਰਮਾਤਮਾ ਦੇਖਣਾ ਹੈ। ਉਹਨਾਂ ਨੂੰ ਜਦੋਂ ਪੂਰਾ ਗਿਆਨ ਦੇ ਦਿੱਤਾ, ਉਹਨੇ ਕਿਹਾ ਵੀ ਹੁਣ ਪਰਖਣਾ ਵੀ ਕਰ ਲਈਏ ਵੀ ਇਹ ਗਿਆਨੀ ਬਣ ਗਏ ਕਿ ਨਹੀਂ ਬਣ ਗਏ, ਜਾਂ ਕਾਗਜ਼ਾਂ ਦੇ ਗਿਆਨੀ ਤਾਂ ਨਹੀਂ ਬਣ ਗਏ, ਕਿਤੇ ਲੋਕਾਂ ਨੂੰ ਐਵੇਂ ਜ਼ਬਾਨਾਂ ਦਾ ਭੇੜ ਕਰ ਕਰਕੇ ਦੱਸਣ ਵੀ ਅਸੀਂ ਗਿਆਨੀ ਬਣ ਗਏ। ਤੇ ਉਹ ਮਹਾਤਮਾ ਦੀ ਗੱਲ ਨੂੰ ਤਾਂ ਸਮਝ ਨਹੀਂ ਸਕੇ, ਕਿਉਂਕਿ ਸਤਪੁਰਸ਼ਾਂ ਦੇ ਐਸੀ ਕਰਤੱਵ ਹਨ। ਜਿਵੇਂ ਗੁਰੂ ਨਾਨਕ ਸਾਹਿਬ ਨੇ ਧਾਰਨਿਕ ਰੂਪ ਧਾਰਨ ਕਰ ਲਿਆ। ਉਹ 2 ਕਬੂਤਰ ਮੰਗਾ ਕੇ ਰੱਖੇ ਹੋਏ ਸੀ, ਤੇ ਮਹਾਤਮਾ ਨੇ ਪਿੰਜਰੇ 'ਚ ਰੱਖੇ ਹੋਏ ਸੀ ਕਬੂਤਰ। ਕਹਿੰਦੇ ਦੋਨਾਂ ਚੇਲੇ ਨੂੰ, ਕਹਿੰਦੇ ਲੈ ਵੀ ਐਂ ਕਰ, ਇੱਕ ਤੈਨੂੰ ਦਿੱਤਾ, ਇੱਕ ਇਹਨੂੰ, ਤੂੰ ਪੂਰਬ ਨੂੰ ਜਾ, ਇਹ ਪੱਛਮ ਨੂੰ ਜਾਊਗਾ। ਹਮਾਰੇ ਕੀ ਕਰਨਾ ਹੈ? ਕਹਿੰਦੇ ਵੀ ਇਸ ਤਰ੍ਹਾਂ ਕਰਨਾ ਹੈ ਵੀ ਇਹ ਕਬੂਤਰ ਮਾਰ ਕੇ ਲਿਆਉਣਾ ਹੈ। ਕਹਿੰਦੇ ਵੀ ਕਬੂਤਰ ਮਾਰ ਕੇ ਲਿਆਉਣਾ ਹੈ। ਮੇਰਾ ਜੀ ਕਰਦਾ ਮਾਸ ਖਾਣ ਨੂੰ, ਪਰ ਆਪਾਂ ਧਰਮੀ ਲੋਕ ਹੈ, ਜੇ ਕਿਸੇ ਨੇ ਕਬੂਤਰ ਮਾਰਦਿਆਂ ਨੂੰ ਦੇਖ ਲਿਆ ਤਾਂ ਵੀ ਬੁਰਾ ਹੋਊਗਾ। ਇਹਨੂੰ ਪਰਦੇ ਦੇ ਵਿੱਚ ਕਰਨਾ। ਉਹ ਥੋੜਾ ਜਿਹਾ ਹੈਰਾਨ ਹੋ ਗਏ, ਕਹਿੰਦੇ ਗੁਰੂ ਜੀ ਦਾ ਤਾਂ ਦਿਮਾਗ ਚੱਲ ਗਿਆ। ਪਹਿਲਾਂ ਤਾਂ ਸ਼ੰਕਾ ਹੋਊਗੀ ਗੁਰੂ ਦੇ ਉੱਤੇ, ਇੱਕ ਦੀ ਹੋਈ ਦੂਸਰੇ ਦੀ। ਉਹ ਕਹਿੰਦਾ ਮਾਰੇ 7 ਵਜੇ। ਕਹਿੰਦੇ ਪਰ ਇੱਕ ਸ਼ਰਤ ਹੈ, ਮਾਰਿਓ ਉੱਥੇ ਜਿੱਥੇ ਕੋਈ ਨਾ ਦੇਖਦਾ ਹੋਵੇ। ਕਹਿੰਦਾ ਜੀ ਠੀਕ ਹੈ। ਚਲੇ ਗਏ। ਉਹ ਜਿਹੜਾ ਬਾਲਾ ਕਾਲਾ ਸੀ ਨਾ ਮੇਰੇ ਵਰਗਾ, ਉਹ ਤਾਂ ਮਾੜਾ ਜਿਹਾ ਗਿਆ ਜੰਗਲ, ਇੱਧਰ ਉੱਧਰ ਦੇਖਿਆ, ਗਰਦੀ ਮਰੋੜੀ। ਮੇਰਾ ਖਿਆਲ ਵੀ ਜਾਣ ਨੂੰ ਦੇਰ ਲੱਗੀ, ਉਹ ਆਉਣ ਨੂੰ ਦੇਰ ਹੀ ਲੱਗੀ। ਕਹਿੰਦਾ ਆ ਲੋ ਜੀ, ਕਹਿੰਦਾ ਪਾਤਾ ਭੋਗੇ ਦਾ, ਕਹਿੰਦਾ ਕਰਤਾ ਕੰਮ ਸਾਂਭ ਲੋ। ਕਹਿੰਦੇ ਠੀਕ ਹੈ ਬਹਿ ਜਾ, ਤੇਰਾ ਗੁਰ ਭਾਈ ਆ ਲੈਣ ਦੇ। ਉਹ ਵਿਚਾਰਾ ਗਿਆ ਜੰਗਲ ਵਿੱਚ, ਆਲੇ ਦੁਆਲੇ ਦੇਖੇ, ਬਿਰਛਾਂ ਦੇ ਉੱਤੇ ਜਾਨਵਰ ਬੈਠੇ। ਕਹਿੰਦੇ ਗੁਰੂ ਨੇ ਕਿਹਾ ਸੀ ਕੋਈ ਨਾ ਦੇਖਦਾ ਹੋਵੇ, ਜਾਨਵਰ ਦੇਖ ਰਹੇ ਨੇ ਮੈਨੂੰ। ਫਿਰ ਹੋਰ ਗਾਹਾਂ ਚਲਿਆ ਗਿਆ, ਜਿੱਥੇ ਜਾਨਵਰ ਨਹੀਂ ਸੀ, ਇੱਕ ਗੁਫਾ ਸੀ, ਉਹਦੇ 'ਚ ਵੜ ਗਿਆ। ਉਹਦੇ 'ਚ ਦੇਖਿਆ, ਕਹਿੰਦਾ ਵੀ ਇੱਥੇ ਜਾਨਵਰ ਤਾਂ ਨਹੀਂ ਕੋਈ ਦੇਖਦਾ। ਜਦ ਦੇਖਿਆ ਕਬੂਤਰ ਦੇਖੇ ਉਹਦੇ ਕੰਨੀ ਨੂੰ, ਕਹਿੰਦਾ ਓਹੋ, ਕਹਿੰਦਾ ਕਬੂਤਰ ਦੇਖਦਾ। ਗੁਰੂ ਨੇ ਤਾਂ ਕਿਹਾ ਸੀ ਕੋਈ ਨਾ ਦੇਖਦਾ ਹੋਵੇ। ਉਹਨੇ ਪੱਟੀ ਲੈ ਕੇ ਕਬੂਤਰ ਦੀਆਂ ਅੱਖਾਂ ਤੇ ਬੰਨ੍ਹਦੀ। ਕਹਿੰਦਾ ਵੀ ਹੁਣ ਇਹਦੀ ਗਰਦਨ ਮਰੋੜ ਦੇ। ਫਿਰ ਕਹਿੰਦਾ ਓਹੋ, ਮੇਰੀਆਂ ਹੀ ਅੱਖਾਂ ਦੇਖ ਰਹੀਆਂ ਨੇ ਇਹਨੂੰ। ਫਿਰ ਆਪਣੀ ਅੱਖਾਂ ਤੇ ਪੱਟੀ ਬੰਨ੍ਹ ਲਈ। ਜਦੋਂ ਗਰਦਨ ਨੂੰ ਹੱਥ ਪਾਇਆ, ਉਹਦੇ ਗਿਆਨ ਯਾਦ ਆ ਗਿਆ ਵੀ ਗੁਰੂ ਨੇ ਤਾਂ ਕਿਹਾ ਸੀ ਸਾਰੀ ਜਗ੍ਹਾ ਹੀ ਰੱਬ ਦੇਖਦਾ। ਪੱਟੀ ਖੋਲਤੀ ਕਬੂਤਰ ਦੀ ਵੀ, ਆਪਣੀ ਵੀ। ਜਿਉਂਦਾ ਕਬੂਤਰ ਲੈ ਕੇ ਆ ਗਿਆ। ਕਹਿੰਦਾ ਗੁਰਦੇਵ ਮੈਨੂੰ ਖਿਮਾ ਕਰ ਦਿਓ, ਮੈਂ ਤੁਹਾਡਾ ਵਚਨ ਨਹੀਂ ਮੰਨ ਸਕਿਆ, ਵੀ ਤੁਹਾਡੀ ਸ਼ਰਤ ਮੈਂ ਪੂਰੀ ਨਹੀਂ ਕਰ ਸਕਿਆ। ਕਹਿੰਦੇ ਕੀ ਹੋਇਆ ਕਾਕਾ? ਉਹਨੇ ਦੱਸਿਆ ਜੀ ਵੀ ਆਹ ਕੰਮ ਹੋਇਆ ਹੈ। ਪਹਿਲਾਂ ਜਾਨਵਰ ਦੇਖਦੇ ਸੀ, ਫਿਰ ਕਬੂਤਰ ਦੇਖਦਾ ਸੀ, ਫਿਰ ਮੈਂ ਦੇਖਦਾ ਸੀ। ਜਦੋਂ ਮਾਰਨ ਲੱਗਿਆ ਮੈਨੂੰ ਚੇਤੇ ਆ ਗਿਆ ਵੀ ਪਰਮਾਤਮਾ ਸਾਰੀ ਜਗ੍ਹਾ ਦੇਖਦਾ। ਉਹਨੂੰ ਉੱਠ ਕੇ ਮਹਾਤਮਾ ਨੇ ਛਾਤੀ ਨਾਲ ਲਾਇਆ। ਕਹਿੰਦੇ ਮੈਂ ਮਾਸ ਖਾਣ ਦਾ ਉਪਦੇਸ਼ ਕਿਵੇਂ ਦੇ ਸਕਦਾ, ਤੁਸੀਂ ਕਿਵੇਂ ਸੋਚ ਲਿਆ? ਮੈਂ ਪਰਖਣਾ ਕੀਤੀ ਸੀ, ਇਹਨੇ ਜੀਵ ਹਿੰਸਾ ਕੀਤੀ ਹੈ, ਇਹ ਗਿਆਨਵਾਨ ਨਹੀਂ ਹੈ।
ਇਹਨੇ ਪਰਮਾਤਮਾ ਨੂੰ ਹਾਜ਼ਰ ਨਹੀਂ ਜਾਣਿਆ। ਜੋ ਕਰਨਾ ਰੱਬ ਨੂੰ ਹਾਜ਼ਰ ਕਰਕੇ ਕਰੋਗੇ, ਗਲਤ ਕੰਮ ਨਹੀਂ ਹੋਊਗਾ। ਤੈਂ ਹਾਜ਼ਰ ਸਮਝਿਆ, ਤੂੰ ਪਾਪ ਤੋਂ ਬਚ ਗਿਆ। ਇਹਨੇ ਹਾਜ਼ਰ ਨਹੀਂ ਸਮਝਿਆ, ਇਹ ਪਾਪੀ ਬਣ ਗਿਆ ਹੈ। ਕਹਿੰਦੇ ਇਹ ਗਿਆਨ ਦਿੱਤਾ ਹੈ। ਉਹ ਕਹਿੰਦਾ ਜੀ ਮੈਂ ਅੱਗੇ ਤੋਂ ਫਿਰ ਮੈਂ ਵੀ ਹਾਜ਼ਰ ਮੰਨਿਆ ਕਰੂੰਗਾ। ਐ ਸਾਸੀ ਇਹ ਪੰਕਤੀ ਦੇ ਵਿਚਾਰ ਲੱਗਦੀ ਸੀ। ਤੂੰ ਦੇਖ ਹੈ ਹੋ ਮੁਕਰ ਪਾਉ। ਇਹ ਵਾਹਿਗੁਰੂ ਤੂੰ ਸਾਰਿਆਂ ਦੀ ਕਰਤੂਤਾਂ ਨੂੰ ਵੇਖਦਾ ਹੈ। ਹਾਂ ਮੈਂ ਅਸੀਂ ਜੀਵ ਮੁਨਕਰ ਹੋ ਜਾਂਦੇ ਹਾਂ, ਮੁਕਰ ਪੈਂਦੀਆਂ ਗਲਤੀ ਕਰਦੇ ਹਾਂ। ਫਿਰ ਕਹਿੰਦੇ ਨਾ ਜੀ ਨੇਮ ਚੱਕਣ ਨੂੰ ਤਿਆਰ ਹੋ ਜਾਂਦੇ, ਕਹਿੰਦੇ ਨਾ ਜੀ। ਤੇ ਇਸ ਕਰਕੇ ਤੇਰੇ ਦਰ ਦੇ ਉੱਤੇ ਹਾਂ ਮੁਕਰ ਪਾਉ, ਅਸੀਂ ਮੁਕਰ ਜਾਣੇ, ਮਾਰਾ ਕੀਤਾ ਨਹੀਂ ਹੈ। ਤੇ ਇਸ ਕਰਕੇ ਉੱਥੇ ਸੱਚੇ ਹੀ ਸੱਚ ਨਿਬੜਿਆ, ਚੁਣ ਬਾਕੜੇ ਜਜਮਾ ਲਿਆ। ਥਾਨ ਪਾਇਨ ਕੂੜਿਆਰ, ਮੂੰਹ ਕਾਲੇ ਦੋਜਕ ਚਾਲਿਆ ਦੀ ਹਾਲਤ ਹੋ ਰਹੀ ਹੈ। ਤੇਰਾ ਕੰਮ ਨਾ ਤੇਰਾ ਨਾਏ। ਇਹ ਮਾਲਕ ਨਾ ਤਾਂ ਮੈਂ ਤੇਰੇ ਕੰਮ ਆਉਣ ਵਾਲਾ ਬਣ ਸਕਿਆ, ਨਾ ਤੀ ਤੇਰਾ ਨਾਇਕੀਏ ਨਾਮ ਹੀ ਜਪਿਆ, ਨਾ ਸੇਵਾ ਟਹਿਲ ਕੀਤੀ, ਤੇ ਨਾ ਹੀ ਸੱਚੇ ਪਾਤਸ਼ਾਹ ਜੀ ਨਾਮ ਜਪਿਆ। ਤੇਰਾ ਨਾਮ ਜ਼ਰੂਰ ਲੈਣਾ ਚਾਹੀਦਾ ਸੀ, ਪਰ ਮੈਂ ਨਹੀਂ ਲਿਆ। ਮੈਂ ਨਾਮ ਤਰੀਕ ਸਿੱਖ ਹੀ ਬਣ ਗਿਆ, ਪਰ ਤੇਰੇ ਕੰਮ ਨਹੀਂ ਆ ਰਿਹਾ। ਗੁਰੂ ਘਰ ਰਹਿ ਕੇ ਵੀ ਮੈਂ ਸੇਵਾ ਨਹੀਂ ਕੀਤੀ, ਮੈਂ ਤਾਂ ਐਸਾ ਅਪਰਾਧੀ ਬਣ ਗਿਆ। ਬਿਨ ਸੇਵਾ ਜੋ ਖਾਂਦੇ ਪਹਿਨਦੇ, ਸੇ ਮੂਹੇ ਮਰ ਜੰਮੇ ਕੋੜੇ ਹੋ ਜਾਂਦੇ ਐ। ਇਸ ਕਰਕੇ ਮਹਾਰਾਜ ਕਿਰਪਾ ਕਰੋ। ਜੇਤਾ ਦੇਹ ਤੇਤਾ ਹੋ ਖਾਓ। ਇਹ ਪ੍ਰਭੂ ਜੇਤਾ ਜਿੰਨਾ ਵੀ ਤੁਸੀਂ ਬਖਸ਼ ਕਰਦੇ ਹੋ, ਤੇਤਾ ਉਨਾ ਹੀ ਮੈਂ ਪਦਾਰਥ ਖਾਂਦਾ ਖਾ ਲੈਂਦਾ ਹਾਂ। ਵਿਆਦਰ ਨਾਹੀ ਕੈਦਰ ਜਾਓ। ਵਿਆਹ ਦੂਜਾ ਹੋਰ ਕੋਈ ਮੇਰੇ ਵਾਸਤੇ ਟਿਕਾਣਾ ਨਹੀਂ। ਮੈਂ ਕਿਹੜੇ ਥਾਂ ਤੇ ਕਹਿ ਕਿਹਦੇ ਦਰ ਤੇ ਜਾਵਾਂ ਤੁਹਾਨੂੰ ਛੱਡ ਕੇ। ਕਿਸੀ ਕੋਈ ਮੰਝ ਨਮਾਣੀ ਇੱਕ ਤੋਂ ਕਿਉਂ ਨਾ ਮਰੀਜਾ ਰੋਏ। ਨਾਨਕ ਏਕ ਕਹੈ ਅਰਦਾਸ। ਮਹਾਰਾਜ ਪਰਾਉਂਦੇ ਸੱਚੇ ਪਾਤਸ਼ਾਹ ਇਉਂ ਬੇਨਤੀ ਕਰੋ ਭਾਈ। ਜਗਿਆਸੂ ਮੁਖ ਦੁਆਰਾ ਕਹਿੰਦੇ ਮੈਂ ਤੁਹਾਡੇ ਅੱਗੇ ਇੱਕ ਅਰਦਾਸ ਬੇਨਤੀ ਕਹਿੰਦਾ ਹਾਂ, ਕਰਦਾ ਹਾਂ। ਜੀਉ ਪਿੰਡ ਸਭ ਤੇਰੇ ਪਾਸ। ਜੀਉ ਪਿੰਡ ਮੇਰਾ ਜੀਉ ਜੀਵ, ਸੂਖਮ ਸਰੀਰ ਪਿੰਡ ਅਸਥੂਲ ਸਰੀਰ, ਸਭ ਸਾਰਾ ਇਹ ਤੁਹਾਡੇ ਪਾਸ ਕੋਲ ਹੀ ਅਰਪਣ ਕੀਤਾ ਹੈ। ਭਾਵ ਅਹੰ ਭਾਵ ਤੋਂ ਮੁਕਤ ਹੋ ਕਰਕੇ ਇਸ ਪ੍ਰਕਾਰ ਰਹੀਏ। ਆਪੇ ਨੇੜੇ ਦੂਰ ਆਪੇ ਹੀ। ਇਹ ਪ੍ਰਭੂ ਤੁਸੀਂ ਆਪ ਹੀ ਗੁਰਮੁਖਾਂ ਦੇ ਨੇੜੇ ਹੋ, ਆਪ ਹੀ ਮਨਮੁਖਾਂ ਦੇ ਦੂਰ ਹੋ। ਆਪ ਜੇ ਆਪੇ ਮੰਝ ਮਿਆਨੋ। ਤੇ ਆਪ ਹੀ ਜਗਿਆਸੂਆਂ ਦੇ ਮੰਝ ਕੀਏ ਵਿੱਚ, ਮੱਧ ਭਾਗ ਦੇ ਵਿੱਚ, ਤੇ ਉਹਦੇ ਮਿਆਨੋਂ ਕੀਏ ਵਿਚਕਾਰ, ਉਹਦੇ ਦਰਮਿਆਨ ਭਾਗ ਦੇ ਵਿੱਚ ਤਤ ਬੇਤਿਆਂ ਦੇ ਸਾਹ ਰਗ ਤੋਂ ਵੀ ਨੇੜੇ ਯੋਗ। ਕਹਿ ਰਵਿਦਾਸ ਹਾਥ ਪੈ ਨੇੜੇ, ਸਹਿਜੇ ਹੋਏ ਸੋ ਹੋਈ। ਇਹ ਤਿੰਨ ਦਰਜੇ ਹੈ। ਗੁਰਮੁਖਾਂ ਦੇ ਅੰਤਰ ਗਿਆਨ ਪ੍ਰਤੱਖ ਰੂਪ ਹੋ ਕੇ ਹੋ, ਉਹਨਾਂ ਦੇ ਨੇੜਿਓਂ। ਅਗਿਆਨੀਆਂ ਤੇ ਜਿਹੜੇ ਬੇਮੁਖ ਉਹਨਾਂ ਤੇ ਦੂਰੋਂ। ਜਿਗਿਆਸੂਆਂ ਦੇ ਅੰਦਰ ਸਾਖੀ ਰੂਪ ਕਰਕੇ ਹੋ ਜੇ। ਆਪੇ ਵੇਖੈ ਸੁਣੇ ਆਪੇ ਹੀ। ਇਹ ਵਾਹਿਗੁਰੂ ਤੂੰ ਆਪ ਹੀ ਤਤ ਵੇਤਾ ਹੋ ਕੇ ਆਤਮਾ ਨੂੰ ਵੇਖਿਆ ਵੇਖ ਰਿਹਾ ਹੈ। ਅੰਦਰ ਦੀ ਆਵਾਜ਼ ਆਪ ਹੀ ਸੱਚੇ ਪਾਤਸ਼ਾਹ ਜੀ ਸੁਣਦਾ ਹੈ। ਤੇ ਆਪ ਹੀ ਕੁਦਰਤ ਕਰੇ ਜਹਾਨ। ਕੁਦਰਤ ਨਾਮ ਸ਼ਕਤੀ ਦਾ, ਤੇਰੀ ਸ਼ਕਤੀ ਦੁਆਰਾ ਸਾਰੇ ਜਹਾਨ ਨੂੰ ਪੈਦਾ ਕਰਿਆ ਤੂੰ ਆਪਣੀ ਮਾਇਆ ਦੁਆਰਾ। ਜੋਤ ਸੁਭਾਵੈ ਨਾਨਕਾ। ਤੇ ਗੁਰੂ ਸਾਹਿਬ ਜੀ ਫਰਮਾਉਣ ਕੇ ਸੱਚੇ ਪਾਤਸ਼ਾਹ ਹੇ ਵਾਹਿਗੁਰੂ ਜੀ, ਇਉਂ ਜਗਿਆਸੂ ਨੂੰ ਕਹਿੰਦੇ ਐਂ ਬੇਨਤੀਆਂ ਕਰੋ ਇਹ ਜੋ ਤੈਨੂੰ ਭਾਉਂਦਾ ਹੈ। ਹੇ ਭਾਈ ਜੋ ਤਿਸ ਵਾਹਿਗੁਰੂ ਨੂੰ ਹੁਕਮ ਭਾਵੇਂ ਚੰਗਾ ਲੱਗਦਾ ਹੈ ਤੇ ਜੋ ਵੀ ਉਹ ਕਰਦਾ ਹੈ, ਹੁਕਮ ਸੋਈ ਪਰਵਾਨਾ। ਉਹਨੂੰ ਪ੍ਰਵਾਨ ਨਹੀਂ। ਇੱਕ ਭਗ ਜੋ ਤੈਨੂੰ ਪਾਉਂਦਾ, ਜੋ ਤੁਧ ਭਾਵੈ ਸਾਈ ਪਰਿਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਉਹਨੂੰ ਪ੍ਰਵਾਨ ਨਹੀਂ ਕਰ ਲੈ। ਹੁਕਮ ਦੇ ਅੱਗੇ ਕੋਈ ਵੀ ਉਜ਼ਰ ਨਾ ਕਰ, ਤਾਂ ਤੇਰਾ ਜੀਵਨ ਸਫਲਾ ਹੋਏਗਾ। ਜੇ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ। ਸ੍ਰੀ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦਾ ਅਗਲਾ ਸ਼ਬਦ ਹੈ, ਚੌਥੀ ਸੁਰਤਾਲ ਵਿੱਚ ਹੈ। ਜਦੋਂ ਮਹਾਰਾਜ ਸਾਹਿਬ ਜੀ ਨੇ ਆ ਜਾਦੂਗਰੀਆਂ ਦੇ ਦੇਸ਼ ਦੇ ਜਿੱਥੇ ਨੂਰ ਸ਼ਾਹ ਦਾ ਨਿਸਤਾਰਾ ਕੀਤਾ ਹੈ, ਸੰਸਾਰ ਦੇ ਕਾਮਰੂਪ ਦੇਸ਼ ਦੇ ਵਿੱਚ, ਇਹ ਅਸਾਮ ਨੂੰ ਕਾਮਰੂਪ ਕਹਿੰਦੇ ਸੀ ਭਾਈ, ਹੁਣ ਅਸਾਮ ਕਹਿੰਦੇ ਆ। ਉੱਥੇ ਮਹਾਰਾਜ ਗਏ ਤੇ ਮਰਦਾਨਾ ਕਹਿੰਦਾ ਮਹਾਰਾਜ ਮੈਨੂੰ ਪਿਆਸ ਬੜੀ ਲੱਗੀ ਆ, ਪਾਣੀ ਪੀ ਆਵਾਂ। ਮਹਾਰਾਜ ਕਹਿੰਦੇ ਮਰਦਾਨਿਆ ਜਾ ਨਾ। ਕਹਿੰਦਾ ਕਿਉਂ ਮਹਾਰਾਜ? ਕਹਿੰਦੇ ਬਹੁਤ ਧੋਖਾ ਹੋ ਜਾਊਗਾ ਤੇਰੇ ਨਾਲ। ਕਹਿੰਦਾ ਨਹੀਂ ਮਹਾਰਾਜ ਮੈਂ ਤਾਂ ਕੀ ਧੋਖਾ ਹੋ ਜਾਊਗਾ, ਮੈਂ ਖੜਨੇ ਨਹੀਂ ਕਿਸੇ ਕੋਲ, ਪਾਣੀ ਪੀ ਕੇ ਆਇਆ ਮੈਂ। ਕਹਿੰਦੇ ਚੰਗਾ ਤੇਰੀ ਮਰਜ਼ੀ ਹੈ। ਉਹ ਨੂਰ ਸ਼ਾਹ ਦੀਆਂ ਸਾਥ ਸੀ ਜਾਦੂਗਰਨੀਆਂ। ਉਹਨੇ ਦੇਖਿਆ ਮਨੁੱਖ ਆਇਆ, ਕਾਬੂ ਕਰ ਲਿਆ, ਧਾਗਾ ਗਲ ਦੇ ਵਿੱਚ ਪਾਤਾ। ਉਹਨੂੰ ਲੱਗਣ ਲੱਗ ਗਿਆ ਵੀ ਮੈਂ ਤਾਂ ਮੇਢਾ ਬਣ ਗਿਆ, ਭੈਂ ਕਰਨ ਲੱਗ ਗਿਆ। ਉਹ ਭੁੱਲ ਗਿਆ ਸਾਰੇ। ਮਹਾਰਾਜ ਕਹਿੰਦੇ ਭਾਈ ਵਾਲਿਆ, ਕਹਿੰਦੇ ਮਰਦਾਨਾ ਤਾਂ ਫਸ ਗਿਆ। ਕਹਿੰਦੇ ਮਹਾਰਾਜ ਵੀ ਹੁਣ ਕਰੀਏ ਕੀ, ਮੰਨਦਾ ਹੈ ਨਹੀਂ ਕਿਸੇ ਦੀ। ਕਹਿੰਦੇ ਨਹੀਂ ਨਾਲ ਲੈ ਇਹਦੀ ਲੱਜਾ, ਚੱਲ ਚੱਲੀਏ। ਮਹਾਰਾਜ ਆ ਕੇ ਮਰਦਾਨਾ ਦੇਖ ਕੇ ਨਾ ਉਹ ਭੈਂ ਕਰੇ, ਨਾਨਕ ਪ੍ਰਕਾਸ਼ ਦੇ ਅੰਦਰ ਲਿਖਿਆ ਹੋਇਆ।
ਮਹਾਰਾਜ ਕਹਿੰਦੇ ਮਰਦਾਨਿਆਂ ਸਤਨਾਮ ਵਾਹਿਗੁਰੂ ਕਹਿ ਦੇ। ਉਹਨੇ ਅੰਤਰਾਤਮੇ ਵਾਹਿਗੁਰੂ ਕਿਹਾ, ਗੁਰੂ ਦੀ ਕਿਰਪਾ ਦ੍ਰਿਸ਼ਟੀ ਹੋਈ, ਧਾਗਾ ਟੁੱਟ ਗਿਆ ਤੇ ਮਰਦਾਨੇ ਨਰਕੇ ਮਹਾਰਾਜ ਦੇ ਚਰਨਾਂ 'ਚ ਆ ਗਿਆ। ਫਿਰ ਉਹ ਜਿਹੜੀਆਂ ਜਾਦੂ ਕਰਨੀਆਂ ਸੀ ਘੜੇ ਸਿਰਾਂ ਦੇ ਉੱਤੇ ਹੀ ਜੁੜ ਗਏ ਉਹਨਾਂ ਦੇ। ਨੂਰ ਸ਼ਾਹ ਜਿਹੜੀ ਸੀ ਇਹ ਸਾਰਿਆਂ ਦੀ ਰਾਜਾ ਰੂਪ ਸੀ। ਉੱਥੇ ਰਾਜ ਗੱਦੀ ਤੇ ਉੱਤੇ ਨੂਰ ਸ਼ਾਹ ਬੈਠੀ ਸੀ ਅਸਾਮ ਦੀ। ਉਹਨੇ ਬੜੇ ਯਤਨ ਕੀਤੇ, ਘੜੇ ਨਾਲ ਲਿਖ ਪਏ, ਮਹਾਰਾਜ ਦੇ ਚਰਨੀ ਪੈ ਗਏ। ਮਹਾਰਾਜ ਸਾਹਿਬ ਨੇ ਉੱਥੇ ਫਿਰ ਇੰਨੀਆਂ ਗੱਲਾਂ ਕੀਤੀਆਂ, ਕਹਿੰਦੇ ਗੱਲੀਆਂ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਗੱਲਾਂ ਨਾਲੇ ਚੰਗੀਆਂ ਤੁਸੀਂ, ਮਨੋਂ ਕਸੁੱਧਾ ਕਾਲੀਆਂ, ਬਾਹਰੋਂ ਚਿਟਵੀਆਂ। ਆ ਕਈ ਫੋਟੋਆਂ ਬਣਾਉਣ ਵਾਲੇ ਨਾ ਇਹ ਜੀ ਮਨਮਤ ਕਰਦੇ। ਗੁਰੂ ਨਾਨਕ ਸਾਹਿਬ ਦੀ ਫੋਟੋ ਬਣਾਈ ਹੈ, ਉਹਦੇ ਤੇ ਲਿਖਿਆ ਗੱਲੀਆਂ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਉਹ ਭਲੇ ਉਹ ਪੁਰਸ਼ ਹੋਏ ਤਾਂ ਦੇਖ ਲਓ ਵੀ ਤੁਕ ਮਹਾਰਾਜ ਦੇ ਇੱਥੇ ਢੁਕਦੀ ਹੈਗੀ ਫੋਟੋ ਦੇ ਉੱਤੇ। ਮਨਮਤ ਕਰਦੇ ਆ। ਮਹਾਰਾਜ ਸਾਹਿਬ ਦੇ ਚਰਨੀ ਜਦੋਂ ਪਈਆਂ, ਫਿਰ ਮਹਾਰਾਜ ਨੇ ਇਹ ਸ਼ਬਦ ਦੁਆਰਾ ਜਾਦੂਗਰਨੀਆਂ ਨੂੰ ਅਸਾਮ ਦੇ ਵਿੱਚ ਉਪਦੇਸ਼ ਬਖਸ਼ਿਆ ਹੈ। ਕੀਤਾ ਕਹਾ ਕਰੇ ਮਨ ਮਾਨ। ਇਹ ਭਾਈ ਰੱਬ ਦਾ ਪੈਦਾ ਕੀਤੇ ਹੋਏ ਜੀਵਨ ਮਨਮਾਨੀਆਂ, ਮਨ ਦੇ ਹਿਰਦੇ ਵਿੱਚ ਕਹਾਂ ਕੀ ਮਾਨ ਹੰਕਾਰ ਕਰਦੀਆਂ ਜਾਦੂਗਰਨੀਆਂ ਵੀ ਅਸੀਂ ਮਨੁੱਖਾਂ ਨੂੰ ਭੇਡੂ ਬਣਾ ਲੈਂਦੀਆਂ। ਇਹ ਕਾਹਦਾ ਗਿਆਨ ਹੈ ਤੁਹਾਡਾ? ਨਰਕਾਂ ਨੂੰ ਜਾਓਗੀਆਂ ਜੇ ਤੁਸੀਂ ਨਾ ਸਮਝੀਆਂ। ਉਹ ਫਿਰ ਚਰਨੀ ਪਈਆਂ ਨੂਰ ਸ਼ਾਹ ਨੂੰ ਗੁਰਮਤਿ ਬਖਸ਼ੀ। ਫਿਰ ਉਹ ਸਾਰੀਆਂ ਬੀਬੀਆਂ ਜਿੱਥੇ ਜਾਦੂ ਸਿਖਾਉਂਦੀਆਂ, ਮਹਾਰਾਜ ਸਾਹਿਬ ਨੇ ਕਥਾ ਕੀਰਤਨ ਕਰਨ ਲਾ ਦਿੱਤੀਆਂ ਸੀ। ਇਉਂ ਕਿਰਪਾ ਕਰਦੇ ਨੇ ਮਹਾਰਾਜ। ਜੀਵਨ ਹਾਰੇ ਕੈ ਹੱਥ ਦਾਨ। ਕੈ ਦੇ ਉੱਤੇ ਵਿਸਾਰਾ ਰੱਖਣਾ ਭਾਈ, ਜਿਵੇਂ ਸੁਣਿਆ, ਕਿਉਂਕਿ ਦੇਵਨ ਵਾਲਾ ਦਾਤਾ ਵਾਹਿਗੁਰੂ ਹੈ। ਉਹਦੇ ਹੱਥ ਵਿੱਚ, ਉਹਦੇ ਹੁਕਮ ਰੂਪੀ ਹੱਥ ਵਿੱਚ ਸਭ ਨੂੰ ਦਾਨ ਜੋ ਕਰਦਾ ਉਹਦੇ ਹੱਥ ਵਿੱਚ ਹੈ। ਜੋ ਰੋਜੀ ਦੇਣਾ ਦਾਨ ਕਰਦਾ ਉਹਦੇ ਹੱਥ ਵਿੱਚ ਹੈ। ਦਾਤਾਂ ਜਿੰਨੀਆਂ ਵੀ ਦਿੰਦਾ ਹੈ, ਬਖਸ਼ਾਂ ਕਰਦਾ ਉਹਦੀ ਹੱਥ ਵਿੱਚ ਹੈ। ਕਿਸੇ ਨੂੰ ਗਿਆਨ ਦੀ ਦਾਤ ਦਿੰਦਾ ਹੈ, ਕਿਸੇ ਨੂੰ ਧਨ ਪਦਾਰਥ ਦਿੰਦਾ ਹੈ, ਕਿਸੇ ਨੂੰ ਸੁੰਦਰਤਾ ਦਿੰਦਾ ਹੈ, ਕਿਸੇ ਨੂੰ ਉੱਚੇ ਮਰਾਤਬੇ ਦਿੰਦਾ ਹੈ। ਜੀਵਨ ਤੇ ਮੌਤ ਉਹਦੇ ਹੱਥ ਵਿੱਚ ਹੈ। ਕਿਸੇ ਨੂੰ ਬੰਨਣਾ, ਕਿਸੇ ਨੂੰ ਮੁਕਤ ਕਰ ਦੇਣਾ। ਇਹ ਜੀਵ ਤਾਂ ਝੂਠਾ ਹੀ ਐਵੇਂ ਹੰਕਾਰ ਕਰਦੇ ਨੇ, ਪਰ ਹੈ ਵਾਹਿਗੁਰੂ ਦੇ ਹੱਥ ਵਿੱਚ। ਭਾਵੇਂ ਦੇ ਨਾ ਦੇਈ ਸੋਏ। ਸੋਏ ਉਹ ਭਾਵੇਂ ਦਾਨ ਦੇ ਦੇਵੇ, ਪਰ ਜੇ ਨਾ ਪਾਵੇ ਤਾਂ ਨਾ ਦੇਈ ਦੇਵੇ। ਉਹਦੇ ਤੇ ਜ਼ੋਰ ਨਹੀਂ ਕਿਸੇ ਦਾ, ਉਹਦੀ ਆਪਣੀ ਮੌਜ ਹੈ ਪ੍ਰਮਾਤਮਾ ਦੀ। ਜੀਵਾਂ ਦੀ ਭਾਵਨਾ ਦੇਖ ਕੇ ਦਾਨ ਦਿੰਦਾ ਹੈ। ਆਪਨ ਬਾਪੇ ਨਾਹੀ ਕਿਸ ਕੋ, ਭਾਵਨ ਕੋ ਹਰ ਰਾਜਾ। ਉਹ ਤਾਂ ਭਾਵਨਾ ਦਾ ਹੈ ਵਾਹਿਗੁਰੂ। ਕੀਤੇ ਕੈ ਕਹਿਆ ਕਿਆ ਹੋਏ। ਕੀਤੇ ਹੋਏ ਅਲਪੱਗ ਜੀਵ ਦਾ ਕਿਹਾ ਹੋਇਆ ਭਲਾ ਕੀ ਹੋ ਜਾਊਗਾ? ਜਿਹੜੇ ਲੋਕ ਕਹਿੰਦੇ ਰੱਬ ਹੈ ਹੀ ਨਹੀਂ, ਉਹਨਾਂ ਦੇ ਕਹਿਣ ਨਾਲ ਕੀ ਹੋ ਜਾਊਗਾ ਭਲਾ? ਭਾਵ ਕੁਝ ਨਹੀਂ ਹੋ ਸਕਦਾ। ਉਹ ਝੂਠ ਬੋਲਦੇ ਹੈ ਤੇ ਝੂਠ ਦਾ ਅੱਗੇ ਫਲਾ ਕਰਦੇ ਹੈ। ਤੇ ਇਸ ਕਰਕੇ ਇਹ ਕਰ ਦਿੱਤਾ ਹੈ। ਉਹ ਝੂਠ ਹੀ ਬੋਲਦਾ ਹੈ ਕਿ ਮੈਂ ਆਹ ਕਰ ਦਿੱਤਾ ਜੀ, ਮੈਂ ਆਹ ਕਰ ਦਿੱਤਾ, ਜੀਵ ਇਹ ਸਭ ਕੁਝ ਕਰ ਦਿੱਤਾ ਹੈ। ਬੰਦੇ ਨੂੰ ਆਪ ਕਰਨਾ ਚਾਹੀਦਾ, ਇਹ ਰੱਬ ਕੁਝ ਨਹੀਂ ਕਰਦਾ। ਇਹ ਹੰਕਾਰ ਹੈ। ਕੁਝ ਨਹੀਂ ਕਰ ਸਕਦਾ, ਉਹ ਤੋਂ ਬਿਨਾਂ ਪੱਤਾ ਵੀ ਨਹੀਂ ਹਿਲ ਸਕਦਾ। ਇਹ ਉਹਦੇ ਹੁਕਮ 'ਚ ਹਿਲਦਾ ਪੱਤਾ ਵੀ। ਆਪੇ ਸੱਚ ਭਾਵੈ ਤਿਸ ਸੱਚ। ਉਹ ਪ੍ਰਭੂ ਆਪ ਸੱਚਾ ਹੈ, ਤ੍ਰੈ ਕਾਲ ਆਵਾਜ਼ ਰੂਪ ਹੈ। ਉਹਨੂੰ ਸਭ ਤੋਂ ਚੰਗੀ ਚੀਜ਼ ਲੱਗਣ ਵਾਲੀ ਸੱਚ ਹੈ ਰੱਬ ਨੂੰ, ਕਿਉਂਕਿ ਸੱਚ ਉਹਨੂੰ ਮਾਫਕ ਹੈ, ਝੂਠ ਨਹੀਂ ਮਾਫਕ ਹੈ। ਉਹਨੂੰ ਪਾਉਂਦਾ ਹੈ ਤੇ ਇਸ ਕਰਕੇ ਉਹਦਾ ਹੁਕਮ ਹੈ ਤੇ ਉਹੀ ਸੱਚਾ ਹੈ। ਜੇ ਅੰਧਾ ਕੱਚਾ ਕੱਚਨ ਕੱਚ। ਇਹ ਭਾਈ ਦੋ ਪਾਠ ਨੇ, ਜਿਹੜਾ ਅੰਧਾ ਕੱਚਾ ਕੱਚਨ ਕੱਚ, ਇਹ ਮੁੱਖ ਪਾਠ ਨੇ। ਕੱਚਨ ਕੱਚ ਮੁੱਖ ਪਾਠ ਨੇ। ਕੱਚ ਨਿਕੱਚ ਇਹ ਅੰਮ੍ਰਿਤਸਰ ਵਾਲੇ ਕਰਦੇ ਆ। ਦਮਦਮੇ ਸਾਹਿਬ ਦਾ ਪਾਠ ਇਹੀ ਸਮਝਣਾ। ਇਸ ਕਰਕੇ ਅੰਧਾ ਅਗਿਆਨੀ ਪੁਰਸ਼ ਜਿਹੜਾ ਵਿਵੇਕ ਤੇ ਵਿਰਾਗ ਦੇ ਨੇਤਰ ਨਹੀਂ ਹੈ, ਇਸ ਕਰਕੇ ਅੰਨਾ ਹੈ। ਕੱਚਾ ਕੱਚੇ ਵਿਸ਼ੇ ਪਦਾਰਥਾਂ 'ਚ ਲੱਗਣ ਕਰਕੇ ਕੱਚਨ ਕੱਚ, ਕੱਚਿਆਂ ਤੋਂ ਵੀ ਕੱਚਾ ਹੋ ਰਿਹਾ ਹੈ। ਅਗਿਆਨੀ ਕੱਚਾ ਪੁਰਖ ਕੁਕਰਮ ਕਰਨ ਕਰਕੇ ਕੱਚਿਆਂ ਤੋਂ ਕੱਚਾ ਹੈ। ਮਨ ਬਾਣੀ ਸਰੀਰ ਕਰਕੇ ਕੱਚਿਆਂ ਤੋਂ ਕੱਚਾ ਹੋ ਰਿਹਾ ਹੈ। ਤੋ ਇਸ ਕਰਕੇ ਕੱਚਿਆਂ ਦੀ ਨਿਆਈ ਕੱਚਿਆਂ ਤੋਂ ਵੀ ਕੱਚਾ। ਅੰਧਾ ਅਗਿਆਨੀ ਜੀਵ ਕੱਚਾ ਕੱਚੇ ਸਕਾਮ ਕਰਮ ਦੁਆਰਾ ਕੱਚ ਕੱਚੇ ਭਾਵ ਝੂਠੇ ਪਦਾਰਥਾਂ ਦੀ ਪ੍ਰਾਪਤੀ ਵਿੱਚ ਲੱਗ ਕੇ ਪਰਮਾਰਥ ਵੱਲੋਂ ਨਿਕੱਚਾ ਹੀ ਹੋ ਰਿਹਾ ਹੈ। ਤੋ ਇਸ ਕਰਕੇ ਦੋਨੇ ਅਰਥ ਦੇ ਦੋਨਾਂ ਦੇ ਬਣਦੇ ਆ, ਪਰ ਪਾਠ ਇਸ ਤਰ੍ਹਾਂ ਹੀ ਕਰਨਾ ਹੈ। ਉਹਦੇ ਕੱਚਨ ਕਹਿ ਕੇ ਕੱਚ ਕਹਿਣਾ, ਕੱਚਨ ਕੱਚ। ਹਾਂਜੀ ਰਹਾਉ ਅਸਥਾਈ ਦੇ ਕੇ ਫਰਮਾਉਂਦੇ ਨੇ, ਜਾ ਕੇ ਰੁੱਖ ਬਿਰਖ ਆਰਾਉ। ਜਿਸ ਪ੍ਰਭੂ ਦੇ ਆਰਾਉ ਨਾਮ ਹੁੰਦਾ ਆਸਰੇ, ਸਾਰੇ ਰੁੱਖ ਤੇ ਬਿਰਸ਼ ਆਦ ਹਨ। ਇੱਕ ਤਾਂ ਇਹ ਅਰਥ ਬਣ ਗਿਆ। ਰੁੱਖ ਨਾਮ ਜੜਦਾ ਤੇ ਬਿਰਖ ਨਾਮ ਚੇਤਨ ਦਾ ਸਮਝਣਾ ਅਰਥ ਵਿੱਚ। ਇਹ ਗੌਣੀ ਅਰਥ ਹੁੰਦੇ ਨੇ। ਅਰਥਾਤ ਜਿਸ ਪ੍ਰਭੂ ਨੇ ਆਰਾਉ ਆਸਰੇ ਸਭ ਜੜ ਤੇ ਚੇਤਨ ਸ੍ਰਿਸ਼ਟੀ ਹੈ, ਜਿਸ ਪਰਮੇਸ਼ਰ ਦੀ ਧਰਤੀ ਰੂਪ ਆਰਾਉ ਰਸਤੇ ਤੇ ਰੁੱਖ ਬਿਰਖ ਪੈਦਾ ਕੀਤੇ ਹੋਏ ਨੇ, ਜਿਸ ਵਾਹਿਗੁਰੂ ਨੇ ਜੀਵਾਂ ਦੇ ਲਈ ਪਾਪ ਪੁੰਨ ਦੁੱਖ ਸੁੱਖ ਰੂਪੀ ਆਰਾਉ ਰਸਤੇ ਬਣਾਏ ਹੋਏ ਨੇ, ਜਿਸ ਪਰਮੇਸ਼ਰ ਨੇ ਪੈਦਾ ਕੀਤੇ ਰੁੱਖਾਂ ਵਿੱਚ ਆਰਾਉ ਸਜਾਵਟ ਹੋ ਰਹੀ ਹੈ। ਆਰਾਉ ਸਜਾਵਟ ਦਾ ਨਾਮ ਵੀ ਹੈ। ਜੋ ਜੰਗਲਾਂ ਦੇ ਵਿੱਚ ਆਪਣੇ ਆਪ ਪੈਦਾ ਹੋ ਜਾਣ
ਤੇ ਜਿਨ੍ਹਾਂ ਨੂੰ ਫੁੱਲ ਤੋਂ ਬਿਨਾਂ ਹੀ ਫਲ ਲੱਗ ਜਾਣ ਉਹਨਾਂ ਨੂੰ ਕਹਿੰਦੇ ਆ ਰੁੱਖ। ਉਹਨਾਂ 'ਚ ਜਿਵੇਂ ਕਟਹਰ ਹੋਇਆ, ਅੰਜੀਰ ਹੋਈ, ਗੁੱਲਰ ਹੋਏ, ਇਹਨਾਂ ਨੂੰ ਫੁੱਲ ਨਹੀਂ ਆਉਂਦੇ, ਸਿੱਧਾ ਫਲ ਹੀ ਲੱਗਦਾ। ਜੋ ਬਾਗਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਖੇਤਾਂ ਬੰਨਿਆਂ ਦੇ ਵਿੱਚ ਪਾਣੀ ਦੇ ਦੇ ਕੇ ਪਾਲੇ ਜਾਣ, ਸੇਵਾ ਕੀਤੇ, ਉਹਨਾਂ ਨੂੰ ਫੁੱਲ ਲੱਗਣ, ਫਿਰ ਫਲ ਲੱਗਣ, ਉਹਨਾਂ ਨੂੰ ਕਹਿੰਦੇ ਆ ਬਿਰਖ। ਰੁੱਖ ਤੇ ਬਿਰਖਾਂ ਦਾ ਅੰਤਰ ਆ ਜਾਣਾ। ਜਿਵੇਂ ਅੰਬ ਹੋਵੇ, ਅਨਾਰ ਹੋ ਗਏ, ਸੇਬ ਹੋ ਗਏ, ਸੰਗਤਰ ਹੋ ਗਏ ਆਦਿ। ਤੇ ਇਹ ਸਾਰੇ ਤੇਰੇ ਹੀ ਪੈਦਾ ਕੀਤੇ ਹਨ ਜੇ। ਜਿਹੀ ਧਾਤ ਤਿਹਾ ਤਿਨ ਨਾਉ। ਜਿਹੋ ਜੀ ਧਾਤ ਅਸਲੀਅਤ ਜਿਸ ਧਾਤੂ ਤੋਂ ਪੈਦਾ ਹੋਇਆ, ਜਿਵੇਂ ਪਿਤਾ ਦੀ ਧਾਤੂ ਤੋਂ ਸਾਡਾ ਸਰੀਰ ਪੈਦਾ ਹੋਇਆ, ਜਿਹਾ ਜਿਹਾ ਬੀਜ ਹੁੰਦਾ ਹੈ ਤੇ ਜਿਹਾ ਜਿਹਾ ਪਿਤਾ ਦਾ ਬੀਜ ਰੂਪ ਸੀ, ਉਹ ਜਿਹਾ ਸਾਡਾ ਸਰੀਰ ਮਿਲ ਗਿਆ। ਜਿਹਾ ਜਿਹਾ ਪੌਦੇ ਦਾ ਬੀਜ ਹੈ, ਧਾਤ ਹੈ, ਉਹ ਜਿਹਾ ਬਿਰਛ ਪੈਦਾ ਹੁੰਦਾ ਹੈ। ਜਿਹੀ ਧਾਤ ਤਿਹਾ ਤਿਨ ਨਾਉ, ਉਹਦਾ ਨਾਮ ਵੀ ਉਹ ਜਿਹਾ ਹੋ ਜਾਂਦਾ ਹੈ। ਤੇ ਇਸੇ ਤਰ੍ਹਾਂ ਤੇ ਨਾਮ ਉਹਦਾ ਪੈ ਜਾਂਦਾ। ਜਿਹੋ ਜੀ ਧਾਤ ਵਸਤੂ ਹੁੰਦੀ ਹੈ ਉਹਦਾ ਨਾਮ ਪੈ ਜਾਂਦਾ। ਮੈਂ ਸੋਨਾ, ਚਾਂਦੀ, ਲੋਹਾ, ਜਿਸਤ, ਕਲੀ, ਤਾਂਬਾ, ਸਿੱਕਾ, ਪਾਰਾ। ਇਹ ਜਿਹੜਾ ਪਿੱਤਲ ਹੈ ਇਹ ਧਾਤ 'ਚ ਨਹੀਂ ਆਉਂਦਾ, ਦੋ ਧਾਤਾਂ ਇਕੱਠੀਆਂ ਕਰਕੇ ਬਣਦਾ। ਇਸ ਕਰਕੇ ਪਿੱਤਲ ਦਾ ਭੁਲੇਖਾ ਨਹੀਂ ਪੈਣਾ ਚਾਹੀਦਾ। ਇਸ ਕਰਕੇ ਜਿਹੀ ਜੀ ਧਾਤ ਹੈ ਉਹਦਾ ਨਾਮ ਪੈ ਗਿਆ। ਜਿਹੋ ਜੀ ਕਿਸੇ ਵਸਤੂ ਦੀ ਧਾਤ ਵਾਸ਼ਨਾ ਹੈ ਉਹ ਜਿਹਾ ਉਹਦਾ ਨਾਮ ਪੈ ਜਾਂਦਾ ਹੈ। ਜਿਵੇਂ ਚੋਰੀ ਕਰਨ ਵਾਲੇ ਦੀ ਚੋਰੀ ਦੀ ਵਾਸ਼ਨਾ ਹੈ, ਉਹਦਾ ਨਾਮ ਚੋਰ ਪੈ ਗਿਆ। ਜਿਹੜਾ ਸਤਸੰਗ ਵੱਲ ਨੂੰ ਜਾਊਗਾ ਉਹਦਾ ਨਾਮ ਸਤਸੰਗ। ਜਿੱਧਰ ਨੂੰ ਧਾ ਰਿਹਾ ਜਾ ਰਿਹਾ, ਜਿੱਧਰ ਧਾਤ ਹੈ, ਧਾਤ ਨਾਮ ਦੌੜਨ ਦਾ, ਜਾਣ ਦਾ ਭਾਵ ਕਰਮਾਂ ਕਰਕੇ ਪਛਾਣ ਹੁੰਦੀ ਹੈ। ਜਿਹੋ ਜੀ ਕਿਸੇ ਵਸਤੂ ਦਾ ਧਾਤ ਨਾਮ ਗੁਣ ਦਾ ਵੀ ਹੁੰਦਾ ਹੈ। ਜਿਵੇਂ ਕੋਈ ਰਜੋਗੁਣ ਅੰਸ਼ ਵਾਲਾ, ਕੋਈ ਰਜੋਗੁਣੀ, ਉਹਨੂੰ ਕਹਿੰਦੇ ਆ ਵੀ ਇਹ ਰਜੋਗੁਣੀਆ। ਕੋਈ ਸਤੋਗੁਣੀਆ ਕਹਿੰਦਾ ਬੜਾ ਦੇਵਤਾ ਹੀ ਹੈ। ਕੋਈ ਤਮੋਗੁਣੀਆ ਕਹਿੰਦਾ ਬਾਹਲਾ ਹੀ ਕਰੋਧੀ ਹੈ। ਤਾਂ ਇਹੋ ਜਿਹੇ ਨਾਮ ਪੈ ਗਏ ਨਾ ਵੀ ਇਹ ਕਰੋਧੀ ਹੈ ਤਮੋਗੁਣ ਕਰਕੇ। ਜੀਵਾਂ ਦੇ ਨਾਮ ਪੈ ਜਾਂਦੇ ਨੇ। ਫੁੱਲ ਭਾਉ ਫਲ ਲਿਖਿਆ ਪਾਏ। ਉਸੇ ਅਨਾਰ ਬਿਰਛਾਂ ਨੂੰ ਫੁੱਲ ਫਲ ਪੈਦਾ ਹੁੰਦੇ ਨੇ। ਇਸੇ ਪ੍ਰਕਾਰ ਜੀਵਾਂ ਦਾ ਭਾਵ ਭਾਵਨਾ ਰੂਪ ਫੁੱਲ ਦੀ ਨਿਆਈ ਲਿਖੇ ਲੇਖੇ ਅਨੁਸਾਰ ਹੀ ਜੀਵ ਫਲ ਪਾਏ ਪ੍ਰਾਪਤ ਕਰਦਾ ਹੈ। ਤੇ ਭਾਵ ਕੀ ਹੈ? ਅੰਤःਕਰਨ ਰੂਪੀ ਧਰਤੀ ਦੇ ਸ਼ਰਧਾ ਰੂਪੀ ਬੀਜ ਦੁਆਰਾ ਨਾਮ ਰੂਪੀ ਬਿਰਛ ਪੈਦਾ ਹੁੰਦਾ ਹੈ। ਪ੍ਰੇਮ ਰੂਪੀ ਫੁੱਲ ਲੱਗਣਗੇ। ਕਰਨਾ ਮੈਤਰੀ ਦੀਆਂ ਉਪੇਖਾ ਦੀਆਂ ਟਾਹਣੀਆਂ ਪੈਦਾ ਹੋਣਗੀਆਂ। ਫਿਰ ਸ਼ੁਭ ਗੁਣ ਰੂਪੀ ਪੱਤਰੇ ਪੈਦਾ ਹੋਣਗੇ। ਸ਼ਾਂਤੀ ਦੀ ਛਾਂ ਹੋਏਗੀ ਉਹਦੇ ਵਿੱਚੋਂ। ਬਰਮ ਗਿਆਨ ਰੂਪੀ ਫਲ ਵੀ ਲੱਗੇਗਾ। ਆਪ ਬੀਜ ਆਪੇ ਹੀ ਖਾਏ। ਜੀਵ ਆਪ ਹੀ ਕਰਮਾਂ ਰੂਪੀ ਬੀਜ ਬੀਜਦਾ, ਫਿਰ ਆਪ ਹੀ ਉਹਦਾ ਫਲ ਖਾਏ ਭੋਗਦਾ ਹੈ। ਕੱਚੀ ਕੰਧ ਕੱਚਾ ਵਿੱਚ ਰਾਜ। ਜਿਵੇਂ ਕੋਈ ਗਰੀਬ ਜਾਂ ਕੱਚਾ ਰਾਜਾ ਹੋਵੇ, ਉਹ ਕੱਚੀਆਂ ਕੰਧਾਂ ਬਣਾਉਂਦਾ ਕਿਲੇ ਦੀਆਂ ਦੀਵਾਰਾਂ, ਉਸੇ ਤਰ੍ਹਾਂ ਦੀ ਕੋਟ ਉਸਾਰਦਾ ਹੈ। ਕਿਉਂਕਿ ਰਾਜਾ ਕੱਚਾ ਹੈ, ਰਾਜ ਕਰਨ ਵਾਲਾ ਰਾਜਾ ਕੱਚਾ ਹੈ। ਇਸ ਕਰਕੇ ਜਿਹੜੇ ਰਾਜੇ ਪੱਕੇ ਨੇ ਉਹ ਕੋਟ ਕੰਧਾਂ ਕਿਲੇ, ਜਿਹੜੀਆਂ ਪੁਰਾਣੇ ਕਿਲੇ ਦੇਖੋ ਜਾ ਜਾ ਕੇ 16-16 ਫੁੱਟ ਦੀਆਂ ਕੰਧਾਂ ਚੌੜੀਆਂ ਅੱਜ ਵੀ ਜਾ ਕੇ ਦੇਖੀਆਂ ਜਾ ਸਕਦੀਆਂ। ਬਠਿੰਡੇ ਵਾਲਾ ਕਿਲਾ ਦੇਖੋ ਜਾ ਕੇ, ਉਹ 16-17-20 ਫੁੱਟ ਤੋਂ ਘੱਟ ਨਹੀਂ ਹੋਊਗਾ ਉਹਦੀ ਕੰਧ ਜਿਹੜੀ ਚੌੜੀ ਹੈ। ਉੱਪਰ 2-3 ਟਰੱਕ ਲੰਘ ਜਾਣ ਭਾਵੇਂ। ਤੇ ਇਸ ਕਰਕੇ ਉਹ ਪੱਕਾ ਬਣਾਉਂਦਾ ਹੈ। ਪਰ ਕੱਚਾ ਰਾਜਾ ਕੱਚੀ ਕੰਧ ਉਸਾਰ ਕੇ ਕੱਚਾ ਕੋਟ ਕਰ ਲੈਂਦਾ ਹੈ। ਹੁਣ ਇਹਦਾ ਭਾਵ ਕੀ ਹੈ? ਕੱਚੀ ਕੰਧ ਕੱਚਾ ਵਿੱਚ ਰਾਜ ਕਿਉਂ ਕਿਹਾ ਹੈ? ਕਹਿੰਦੇ ਮੋਹ ਰੂਪੀ ਕੰਧ ਤੇ ਕੱਚੀ ਤੇ ਰਾਜ ਕਰਨ ਵਾਲਾ ਜੀਵ ਰੂਪੀ ਰਾਜਾ ਕੱਚਾ ਹੈ। ਸੰਕਲਪਾਂ ਵਿਕਲਪਾਂ ਰੂਪੀ ਕੰਧਾਂ ਵੀ ਕੱਚੀਆਂ ਉਸਾਰਦਾ ਹੈ। ਮਨ ਰੂਪੀ ਰਾਜਾ ਕੱਚਾ ਹੀ ਹੈ। ਰਾਜਾ ਬਾਲਕ ਨਗਰੀ ਕਾਚੀ, ਦੁਸ਼ਟਾਂ ਨਾਲ ਪਿਆਰੋ, ਦੋਏ ਮਾਈ ਦੋਏ ਬਾਪਾ ਪੜੀ ਹੈ, ਪੰਡਤ ਕਰੋ ਵਿਚਾਰੋ। ਹੇ ਵਿਦਵਾਨੋ ਇਹ ਵਿਚਾਰ ਕਰ ਲਓ। ਮਤ ਅਲੋਣੀ ਫਿੱਕਾ ਸਾਦ। ਜਿਹੜੀ ਮਤ ਬੁੱਧੀ ਅਲੋਣੀ ਪ੍ਰੇਮ ਰੂਪੀ ਲੂਣ ਤੋਂ ਰਹਿਤ ਹੀ ਹੈ, ਨਮਕੀਨ ਹੈ ਨਹੀਂ, ਸਵਾਦ ਨਹੀਂ ਹੈ ਪ੍ਰੇਮ ਦਾ। ਉਹ ਵਿਸ਼ਿਆਂ ਦਾ ਰਸ ਰੂਪੀ ਸਵਾਦ ਜਿਹੜਾ ਫਿੱਕਾ ਪਾਉਣ ਵਾਲਾ ਹੈ, ਬੇਰਸੀ ਕਰਨ ਵਾਲਾ ਹੈ। ਉਹਦੀਆਂ ਗੱਲਾਂ ਦੇ ਵਿੱਚ ਸਾਧ ਸਵਾਦ, ਜਿਹੜੇ ਗੱਲਾਂ ਦਾ ਸਵਾਦ ਲੈਂਦੇ ਹੈ, ਉਹ ਫਿੱਕਾ ਹੈ। ਰੱਬ ਦਾ ਨਾਮ ਜਿਹੜਾ ਸਾਧ ਸੰਗੀ, ਉਹ ਮਤ ਅਲੂਣੀ ਹੈ। ਅਲੂਣੀ ਸਿਲਾ ਇਹ, ਉਹਦੇ ਚ ਪਹਿਲਾਂ ਰਸ ਥੋੜੀ ਹੁੰਦਾ। ਨਾਮ ਚ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ, ਗੱਲਾਂ ਚ ਦੇਖੋ ਕਿੰਨਾ ਰਸ ਹੁੰਦਾ। ਝੂਠ ਬੋਲਣ ਦੇ ਚ ਰਸ ਮੰਨਦਾ ਹੈ। ਤੇ ਇਸ ਕਰਕੇ ਇਹਨੂੰ ਮਤ ਅਲੂਣੀ, ਜਿਹਨਾਂ ਦੀ ਮਤ ਅਲੂਣੀ ਹੈ, ਪ੍ਰਮਾਤਮਾ ਦੇ ਨਾਮ ਦਾ ਉਹਨੂੰ ਰਸ ਨਹੀਂ ਆਉਂਦਾ, ਵਿਸ਼ੇ ਵਿਕਾਰਾਂ ਦਾ ਰਸ ਆਉਂਦਾ ਹੈ। ਇਸ ਕਰਕੇ ਬੇਰਸੀ ਫਿੱਕੇ ਵਚਨ ਬੋਲਦੇ। ਫਿੱਕਾ ਸਾਧ ਇਹੀ ਹੈ ਜਿਹੜੇ ਵਿਸ਼ੇ ਵਿਕਾਰਾਂ ਦੀਆਂ ਗੱਲਾਂ, ਕਿਉਂਕਿ ਬਾਅਦ ਚ ਫਿੱਕਾ ਪੈ ਜਾਂਦਾ। ਨਿੰਦਿਆ ਚੁਗਲੀ ਕਰਨ ਵਾਲਾ ਉਹ ਛਿੱਥਾ ਪੈ ਜਾਂਦਾ, ਕਹਿੰਦਾ ਫਿੱਕਾ ਪੈ ਗਿਆ। ਕਿਉਂ? ਨਿੰਦਿਆ ਕੀਤੀ ਸੀ, ਝੂਠ ਬੋਲਿਆ ਸੀ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸੱਦਿਆ ਫਿੱਕੇ ਫਿੱਕੀ ਸੋਏ। ਫਿੱਕਾ ਦਰਗਾ ਸਟੀਐ ਮੂੰਹ ਥੋਕਾ ਫਿੱਕੇ ਪਾਏ। ਫਿੱਕਾ ਮੂਰਖ ਆਖੀਐ ਪਾਣਾ ਲਈ ਸਜਾਏ। ਉਹਨੂੰ ਦਰਗਾਹ ਸਜ਼ਾ ਮਿਲਦੀ ਹੈ। ਨਾਨਕ ਆਣੇ ਆਵੇ ਰਾਸ। ਸਤਿਗੁਰੂ ਮਹਾਰਾਜ ਜੀ ਫਰਮਾਨ ਕਰਦੇ, ਉਹ ਪਰਮੇਸ਼ਰ ਜੀਵ ਨੂੰ ਸਚਾਈ ਵਿੱਚ ਆਣੇ ਲਿਆਉਣਾ ਇਉਂ ਲਿਆਉਂਦਾ ਹੈ। ਤੇ ਉਹ ਜਿਹਨੂੰ ਸਚਾਈ ਵਿੱਚ ਲਿਆਉਣਾ ਚਾਹੁੰਦਾ ਫਿਕਰਦਾ, ਉਹ ਫਿਰ ਗੁਰੂਆਂ ਦੁਆਰਾ ਰਾਸ ਸਚਾਈ ਵਿੱਚ ਆਵੇ।
ਕਥਨ ਇਹ ਕੀਤਾ ਹੈ ਕਿ ਉਹ ਪਰਮੇਸ਼ਰ ਵਾਹਿਗੁਰੂ ਜਿਸ ਜੀਵ ਨੂੰ ਸੱਚ ਦੇ ਨਾਲ ਜੋੜਨਾ ਚਾਹੁੰਦਾ, ਸਚਾਈ ਵਿੱਚ ਲਿਆਉਣਾ ਚਾਹੁੰਦਾ ਹੈ, ਲਿਆਉਂਦਾ, ਉਹਨੂੰ ਗੁਰੂ ਦੁਆਰਾ ਰਾਸ ਸਚਾਈ ਵਿੱਚ ਆਉਂਦਾ ਹੈ। ਪਹਿਲਾਂ ਗੁਰੂ ਦੁਆਰਾ ਜਾਣਾ ਪਊਗਾ, ਉਸ ਨੂੰ ਨਾਮ ਰੂਪੀ ਰਾਸ ਪੂੰਜੀ ਆ ਕੇ ਪ੍ਰਾਪਤ ਹੋ ਜਾਂਦੀ ਹੈ। ਬਿਨ ਨਾਵੇ ਨਾਹੀ ਸਾਸ, ਭਾਈ ਬਿਨਾਂ ਨਾਮ ਤੋਂ ਨਾ ਕਿਸੇ ਨੂੰ ਸ਼ਾਬਾਸ਼ੀ ਨਹੀਂ ਮਿਲਣੀ ਦਰਗਾਹ 'ਚ, ਲਾਹਣਤਾਂ ਜ਼ਰੂਰ ਮਿਲਣਗੀਆਂ। ਨਾਮ ਸਿਮਰਤ ਤੋਂ ਬਿਨਾਂ ਕੋਈ ਵਿਅਕਤੀ ਤਨਤਾ ਯੋਗ ਨਹੀਂ ਹੋ ਸਕਦਾ। ਤੇ ਜਿਨ੍ਹਾਂ ਨੇ ਨਾਮ ਤੇ ਆਇਆ ਉਹਨਾਂ ਨੇ ਆਪ ਤਾਂ ਤਰਨਾ, ਤਾਂ ਹੋਰਾਂ ਨੂੰ ਵੀ ਤਾਰ ਕੇ ਲੈ ਜਾਂਦੇ ਆ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਹੋ ਜਾਂਦਾ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਨਾਮ ਦੀ ਵਡਿਆਈ ਕੀਤੀ ਹੈ। ਸ੍ਰੀ ਰਾਗ ਮਹੱਲਾ ਪਹਿਲਾ ਕਰ ਪੰਜਵਾ। ਸ੍ਰੀ ਰਾਗ ਦੇ ਅੰਦਰ ਪਹਿਲਾਂ ਚੌਥੇ ਸੁਰਤਾਲ ਦੇ ਸ਼ਬਦ ਸੀ, ਪੰਜਵੇਂ ਸੁਰਤਾਲ ਦਾ ਸ਼ਬਦ ਆ ਗਿਆ ਘਰ ਪੰਜਵਾ। ਗੁਰੂ ਨਾਨਕ ਸਾਹਿਬ ਦਾ ਹੀ ਸ਼ਬਦ ਹੈ। ਮਹਾਰਾਜ ਜਦੋਂ ਪਾਕਪਟਨ ਸ਼ਹਿਰ ਵਿੱਚ ਗਏ ਦਰਸ਼ਨਾਂ ਲਈ, ਉੱਥੇ ਸ਼ੇਖ ਬ੍ਰਹਮ ਜਿਹੜਾ ਸ਼ੇਖ ਇਬਰਾਹਿਮ ਵੀ ਕਹਿੰਦੇ ਹੈ, ਉਹ ਅੱਗੇ ਚੱਲ ਕੇ ਮਿਲਣ ਵਾਸਤੇ ਆਇਆ। ਫਰੀਦ ਸਾਹਿਬ ਦਾ ਪੋਤਰਾ ਚੇਲਾ ਸੀ। ਮਹਾਰਾਜ ਸਾਹਿਬ ਨੂੰ ਆ ਕੇ ਪੁੱਛਦਾ, ਮਹਾਰਾਜ ਮਾਇਆ ਦਾ ਕੀ ਸਰੂਪ ਹੈ, ਕਿਰਪਾ ਕਰਕੇ ਦੱਸੋ, ਇਹਦਾ ਲੱਖਣ ਕਰੋ ਮਾਇਆ ਦਾ। ਇਹ ਸ਼ਬਦ ਸ਼ੇਖ ਬ੍ਰਹਮ ਨੂੰ ਕੀਤੇ ਹੋਏ ਪ੍ਰਸ਼ਨ ਦਾ ਉੱਤਰ ਮਹਾਰਾਜ ਨੇ ਦਿੱਤਾ ਹੈ। ਤੇ ਉਸ ਉੱਤਰ ਦੇ ਵਿੱਚ ਮਹਾਰਾਜ ਸਾਹਿਬ ਨੇ ਇਹ ਸ਼ਬਦ ਦੇ ਵਿੱਚ ਮਾਇਆ ਦਾ ਸਰੂਪ ਵੀ ਵਰਣਨ ਕਰਨਗੇ। ਅਛਲ ਛਲਾਈ ਨਹਿ ਛਲੇ, ਕਹਿੰਦੇ ਪਹਿ ਸ਼ੇਖ ਬ੍ਰਹਮ, ਇਹ ਜਿਹੜਾ ਮਾਇਆ ਹੈ ਨਾ ਛਲਣ ਤੋਂ ਰਹਿਤ ਹੈ। ਮਾਇਆ ਅਛਲ ਰੂਪ ਹੈ ਤੇ ਇਸ ਕਰਕੇ ਇਸੇ ਨੂੰ ਛਲਿਆ ਨਹੀਂ ਜਾਂਦਾ। ਅਤੇ ਇਸ ਦਾ ਕਟਾਰਾ ਕਟਾਰ ਭਾਵ ਕੀ ਹੈ ਅੱਗੇ ਦੱਸ ਦੇਣ ਕਿ ਨਹਿ ਘਾਉ ਕਟਾਰਾ ਕਰ ਸਕੈ। ਨਾ ਤਾਂ ਇਹ ਛਲੀ ਜਾਂਦੀ ਹੈ, ਨਾ ਇਹਦੇ ਕੋਲ ਕਟਾਰ ਹੈ ਵੀ ਜ਼ਖਮ ਕਰ ਜਵੇ, ਵੀ ਫਲਾਣੇ ਦੇ ਮਾਇਆ ਆਈ ਸੀ ਵੀ ਉਹਦੇ ਪੇਟ ਵਿੱਚ ਉਹ ਖੰਜਰ ਮਾਰ ਗਈ, ਐਸਾ ਨਹੀਂ ਹੈ। ਜਿਹੜੇ ਅਛਲ ਕਹਾਉਂਦੇ ਨੇ ਸੌਰਵ ਰਿਸ਼ੀ ਵਰਗੇ, ਇਹ ਮਾਇਆ ਨੇ ਉਹਨੂੰ ਵੀ ਛਲ ਲਿਆ। ਇੱਕ ਸਾਧ ਸੀ ਸੌਰਵ ਰਿਸ਼ੀ ਹੋਇਆ, ਜੰਗਲ ਦੇ ਵਿੱਚ ਤਲਾਬ ਦੇ ਕਿਨਾਰੇ ਤਪੱਸਿਆ ਕਰਦਾ ਸੀ। ਮਿੱਟੀ ਘੱਟਾ ਪੈ ਕਹਿ ਕੇ ਨਾ ਸਾਰਾ ਸਰੀਰ ਐ ਹੋ ਗਿਆ ਮਿੱਟੀ ਰੂਪ ਹੋਇਆ ਪਿਆ। ਪਤਾ ਨਹੀਂ 10ਵੇਂ ਦੁਆਰਾ ਸਮਾਧੀ ਲਾਈ ਸੀ, ਦੇਰ ਦਾ ਬੈਠਾ ਸੀ। ਉੱਥੇ ਇੱਕ ਰਾਜਾ ਆ ਗਿਆ। ਉਹ ਰਾਜੇ ਦੇ ਨਾਲ ਉਹਦੀਆਂ ਧੀਆਂ ਸੀ, ਰਾਜੇ ਦੇ ਲੜਕੀਆਂ ਬਹੁਤ ਸੀ। ਉਹ ਬੱਚਿਆਂ ਦਾ ਸ਼ਰਾਰਤੀ ਸੁਭਾਅ ਹੁੰਦਾ ਹੈ। ਉਹ ਕੁੜੀਆਂ ਇੱਧਰ ਉੱਧਰ ਫਿਰਦੀਆਂ, ਰਾਜਾ ਆਪਣੇ ਸ਼ਿਕਾਰ ਵਾਲੇ ਪਾਸੇ ਨੂੰ ਚਲੇ ਗਿਆ, ਉੱਧਰ ਫਿਰਦਾ। ਉਹ ਕੁੜੀਆਂ ਨੇ ਦੇਖਿਆ ਕਿ ਇਹਦੀ ਭੈਣੇ ਇਹ ਕੀ ਹੈ, ਬਰਮੀ ਹੈ ਕਿ ਬੰਦਾ ਹੈ? ਉਹ ਕਹਿੰਦੀ ਅੰਗ ਪੈਰ ਤਾਂ ਇਹ ਤਾਂ ਬੰਦਾ ਲੱਗਦਾ ਹੈ। ਕਹਿੰਦੀ ਨਹੀਂ, ਮਿੱਟੀ ਦਾ ਬਣਾਇਆ ਹੋਇਆ ਹੈ। ਵੀ ਮਿੱਟੀ ਸੀ ਨਾ ਜ਼ਿਆਦਾ ਬਣੀ ਹੋਈ, ਜਾਨਵਰਾਂ ਨੂੰ ਭੁਲੇਖਾ ਪਾਉਣ ਵਾਸਤੇ ਹੋ ਸਕਦਾ ਉਹਨੇ ਗਾਰਾ ਮਾਰ ਲਿਆ ਹੋਵੇ, ਇਹ ਤਾਂ ਵਾਹਿਗੁਰੂ ਜਾਣੇ। ਉਹ ਕਹਿੰਦੇ ਵੀ ਮਿੱਟੀ ਹੈ। ਉਹ ਕਹਿੰਦੀ ਚਲੋ ਆਪਾਂ ਦੇਖ ਲੈਨੇ ਆ। ਉਹਨੇ ਸੂਲ ਲੈ ਕੇ ਨਾ ਜਿੱਥੇ ਅੱਖਾਂ ਸੀ ਉਹਦੀਆਂ ਐ ਅੱਖ ਦੇ ਵਿੱਚ ਮਾਰੀ, ਉਹ ਲੱਗੀ ਅੱਖ ਤੇ ਨੱਕ ਦੇ ਕੋਲ ਕੋਏ ਦੇ ਵਿੱਚ ਐ, ਉੱਥੇ ਖੂਨ ਸਿਮਿਆ ਆਇਆ। ਡਰ ਗਈਆਂ, ਕਹਿੰਦੀ ਉਹ ਤਾਂ ਬੰਦਾ ਹੈ। ਭੱਜ ਕੇ ਆਪਣੇ ਬਾਪ ਨੂੰ, ਧਰਮੀ ਬਾਪ ਦੀਆਂ ਧਰਮੀ ਬੇਟੀਆਂ ਸੀ, ਕਹਿੰਦੇ ਪਿਤਾ ਸਾਡੇ ਕੋਲੋਂ ਪਾਪ ਹੋ ਗਿਆ। ਅਖੇ ਕੀ ਪਾਪ ਹੋ ਗਿਆ? ਕਹਿੰਦੇ ਜੀ ਉਹ ਰਿਸ਼ੀ ਸੀ ਤਪ ਕਰਦਾ, ਉਹਦੇ ਸੂਲ ਅਸੀਂ ਤਾਂ ਭੁਲੇਖੇ 'ਚ ਮਾਰ ਬੈਠੇ। ਕਹਿੰਦੇ ਚਲੋ ਪੁੱਤਰੀ ਕਹਿਰ ਹੋ ਜਾਊਗਾ। ਲੋਕ ਸਾਧੂਆਂ ਸੰਤਾਂ ਤੋਂ ਇਸ ਕਰਕੇ ਡਰਦੇ ਸੀ, ਕਮਾਈ ਵਾਲੀ ਹੁੰਦੀ ਸੀ ਇਹਨਾਂ ਦੀ। ਰਾਜਾ ਆ ਗਿਆ ਉੱਧਰ, ਉਹਨੇ ਵੀ ਸਮਾਧੀ ਖੁੱਲੀ ਹੈ। ਆ ਕੇ ਰਿਸ਼ੀ ਦੇ ਚਰਨ ਫੜ ਲਏ। ਕਹਿੰਦੇ ਰਿਸ਼ੀ ਮੇਰੀਆਂ ਪੁੱਤਰੀਆਂ ਬੜੀਆਂ ਅਣਜਾਣ ਸੀ, ਤੂੰ ਮਾਫ ਕਰ ਦੇ। ਰਿਸ਼ੀ ਮਾਫ ਕਰ ਦਿੰਦੇ ਨੇ, ਰੋ ਰੋ ਕੇ ਕਿਹਾ ਉਹਨੇ। ਕਹਿੰਦਾ ਅੱਛਾ ਮਾਫ ਤਾਂ ਕਰ ਦੂੰਗਾ, ਪਹਿਲਾਂ ਕਹਿੰਦਾ ਜਿਹਨੇ ਸੂਲਾਂ ਮਾਰੀਆਂ ਮੇਰੇ ਨਾਲ ਵਿਆਹ ਦੇ, ਇਹਨੂੰ ਪੈ ਗਈ ਨਾ ਮਾਇਆ। ਉਹ ਕਹਿੰਦੇ ਰਿਸ਼ੀ ਵਰ ਤੂੰ ਆਪਣੀ ਉਮਰ ਤਾਂ ਦੇਖ, ਤੂੰ ਬੁੱਢਾ ਹੈ, ਇਹ ਜਵਾਨ, ਇਹ ਲੋਕ ਕੀ ਕਹਿਣਗੇ ਵੀ ਰਾਜੇ ਨੇ ਧੀਆਂ ਦੇ ਨਾਲ ਅਨਰਥ ਕੀਤਾ, ਬੁੱਢੇ ਨਾਲ ਵਿਆਹ ਧੀਆਂ। ਕਹਿੰਦਾ ਇਹਦੀ ਚਿੰਤਾ ਨਾ ਕਰ। ਉਹਨੇ ਉਸੇ ਵੇਲੇ 18 ਵਰ੍ਹਿਆਂ ਦਾ ਸੁੰਦਰ ਸਰੂਪ ਸਿੱਧੀ ਦੇ ਬਲ ਨਾਲ ਬਣਾ ਲਿਆ। ਕਹਿੰਦਾ ਹੁਣ ਤਾਂ ਕਰਦੇ ਰਿਸ਼ਤਾ। ਉਹ ਫਿਰ ਮੁੱਕਰ ਨਹੀਂ ਸੀ ਸਕਦਾ। ਕਹਿੰਦਾ ਦੱਸੋ ਕਹਿ ਵਿਆਹ? ਕਹਿੰਦਾ ਸਾਰੀਆਂ ਹੀ ਵਿਆਹ ਦੇ। 100 ਕੁੜੀਆਂ ਦੇ ਨਾਲ ਵਿਆਹ ਕਰ ਲਿਆ, ਜਿਹੜਾ ਮਾਇਆ ਦਾ ਤਿਆਗੀ ਹੋ ਕੇ ਸੌਰਵ ਬੈਠਾ ਸੀ ਉੱਥੇ। ਇਸ ਕਰਕੇ ਐਂ ਛੱਡਦੀ ਹੈ। ਜਿਹੜੇ ਕਹਿੰਦੇ ਅਸੀਂ ਮਾਇਆ ਨੂੰ ਛੱਡ ਲਿਆ ਨਾ, ਉਹਨਾਂ ਨੂੰ ਮਾਇਆ ਮਹਾਰਾਜ ਕਹਿੰਦੇ ਐਂ ਛੱਡ ਲੈਂਦੀ ਹੈ। ਸੌਰਵ ਵਰਗੇ ਇਹ ਛੱਡ ਲਏ ਨੇ। ਸ਼ੇਖ ਬਰਮ ਨੇ ਪੁੱਛਿਆ ਮਹਾਰਾਜ ਫਿਰ ਮਾਇਆ ਹੈ ਕੈਸੀ ਪਰਬਲ? ਇਹ ਮਾਇਆ ਦਾ ਸਾਰਾ ਛਲਿਆ ਸੰਸਾਰ ਛੱਡ ਲਿਆ, ਉਹ ਪਰਮੇਸ਼ਰ ਨੂੰ ਛੱਡ ਲੈਂਦੀ ਹੈ ਫਿਰ, ਜਿਵੇਂ ਬੰਦਿਆਂ ਨੂੰ ਛੱਡਦੀ ਹੈ। ਪਰ ਜਿਸ ਪਰਮੇਸ਼ਰ ਨੇ ਸੱਤਾ ਪ੍ਰਾਪਤ ਹੋਈ ਹੈ, ਉਹ ਸੱਤਾ ਕਿਹੋ ਜਿਹੀ ਹੈ? ਤਾਂ ਗੁਰੂ ਸਾਹਿਬ ਕਹਿੰਦੇ ਭਾਈ ਤੇ ਮਾਇਆ ਨੇ ਮਹਾਰਾਜ ਪਰਮੇਸ਼ਰ ਨੂੰ ਤਾਂ ਕੀ ਛੱਡਣਾ, ਇਹ ਤਾਂ ਕਬੀਰ ਵਰਗਿਆਂ ਨੇ ਉਹਨੂੰ ਛੱਡ ਲਿਆ। ਉਹ ਚੇਤਨ ਸੱਤਾ ਰੂਪ ਅਛਲ ਹੈ। ਹੁਣ ਇਹ ਬ੍ਰਹਮ ਤੇ ਅਰਥ ਰੱਖੂਗਾ। ਅਛਲ ਹੈ, ਉਹਨੂੰ ਕੋਈ ਛੱਡ ਨਹੀਂ ਸਕਦਾ, ਮਾਇਆ ਨਹੀਂ ਛੱਡ ਸਕਦੀ। ਇਸ ਤੋਂ ਛਲ ਕਰਕੇ ਛਲੀ ਨਹੀਂ ਜਾਂਦੀ, ਮਾਇਆ ਨਹੀਂ ਛੱਡ ਸਕਦੀ ਉਸ ਨੂੰ। ਪਰਮੇਸ਼ਰ ਦੀ ਜੋਤ ਇਹੋ ਜਿਹੀ ਹੈ, ਇਸ ਕਰਕੇ ਮਾਇਆ ਰੂਪੀ ਕਟਾਰਾ ਘਾਓ ਜ਼ਖਮ ਨਹੀਂ ਕਰ ਸਕਦੀ ਉਹਨੂੰ। ਤੇ ਇਸ ਕਰਕੇ ਪਰਮੇਸ਼ਰ ਦੀ ਸੱਤਾ ਰੂਪ ਜੋ ਆਤਮਾ ਹੈ,
ਉਹਨੂੰ ਸ਼ਸਤਰ ਨਹੀਂ ਕੱਟ ਸਕਦਾ, ਪਾਣੀ ਨਹੀਂ ਡੋਬ ਸਕਦਾ, ਅੱਗ ਨਹੀਂ ਸਾੜ ਸਕਦੀ। ਜਿਵੇਂ ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਦੇ ਦੂਸਰੇ ਅਧਿਆਇ ਵਿੱਚ ਕਿਹਾ ਹੈ, ਨੈਨ ਛਿਦੰਤੀ ਸ਼ਾਸਤਰਾਣੀ, ਹੇ ਅਰਜੁਨ ਇਸ ਆਤਮਾ ਨੂੰ ਸ਼ਸਤਰ ਨਹੀਂ ਕੱਟ ਸਕਦਾ। ਨੈਨ ਛਿਦੰਤੀ ਸ਼ਾਸਤਰਾਣੀ ਨੈਨੇ ਦਹੰਤੀ ਪਾਵਕਾ, ਇਹਨੂੰ ਅੱਗ ਸਾੜ ਨਹੀਂ ਸਕਦੀ। ਨਾ ਚੈਨੁੰ ਕਾਲੇਦਿਅੰਤ ਆਪੋ ਨਾ ਸ਼ੋਸ਼ਯਤੀ ਮਾਰੂਤੇ ਹੈ, ਹੇ ਅਰਜੁਨ ਇਹ ਐਸੀ ਆਤਮਾ ਹੈ, ਇਹਨੂੰ ਕੋਈ ਛੱਡ ਨਹੀਂ ਸਕਦਾ, ਕੱਟ ਨਹੀਂ ਸਕਦਾ। ਇਸ ਕਰਕੇ ਤੂੰ ਸ਼ਸਤਰ ਚੱਕ ਤੇ ਜੰਗ ਕਰ, ਇਹ ਤਾਂ ਮੇਰੀ ਖੇਡ ਹੈ। ਇਉਂ ਭਗਵਾਨ ਕ੍ਰਿਸ਼ਨ ਨੇ ਗੀਤਾ ਦੇ ਅੰਦਰ ਕਿਹਾ ਹੈ। ਇਸ ਕਰਕੇ ਆਤਮਾ ਨੂੰ ਕੋਈ ਸ਼ਸਤਰ ਨਹੀਂ ਕੱਟ ਸਕਦਾ, ਨਾ ਕੋਈ ਪਾਣੀ ਡੋਬ ਸਕਦਾ, ਅੱਗ ਸਾੜ ਨਹੀਂ ਸਕਦੀ। ਫਿਰ ਸ਼ੇਖ ਬ੍ਰਹਮ ਨੇ ਕਿਹਾ, ਮਹਾਰਾਜ ਇਹ ਮਾਇਆ ਦਾ ਸਾਰਾ ਛਲ, ਸੰਸਾਰ ਤਾਂ ਸਾਰੇ ਹੀ ਛਲ ਲਿਆ ਨੇ, ਉਹ ਪਰਮੇਸ਼ਰ ਨੂੰ ਵੀ ਛਲਣ ਵਾਲੀ। ਤਾਂ ਮਹਾਰਾਜ ਸਾਹਿਬ ਨੇ ਉਹਦੇ ਤੇ ਇਸ ਸ਼ਬਦ ਦੇ ਵਿੱਚ ਹੀ ਅੱਗੇ ਹੋਰ ਉੱਤਰ ਦਿੰਦੇ ਹਨ ਕਿ ਕਿਵੇਂ ਨਹੀਂ ਛਲ ਸਕਦੇ। ਜੋ ਸਾਹਿਬ ਰਾਖੈ ਤਿਉ ਰਹੈ। ਇਹ ਸ਼ੇਖ ਬ੍ਰਹਮ ਜੀ ਪਰਮੇਸ਼ਰ ਨੂੰ ਨਹੀਂ ਛਲ ਸਕਦੀ, ਕਿਉਂਕਿ ਉਹ ਪ੍ਰਭੂ ਦੇ ਅਧੀਨ ਹੈ। ਜਿਵੇਂ ਸਹਿ ਮਾਲਕ ਪ੍ਰਭੂ ਰੱਖਦਾ ਮਾਇਆ ਨੂੰ, ਇਹ ਮਾਇਆ ਉਹਦੇ ਹੁਕਮ ਵਿੱਚ ਰਹਿੰਦੀ ਹੈ, ਆਪਣੀ ਮਾਇਆ ਆਪ ਸਾਰੀ। ਤੇ ਇਸੇ ਤਰ੍ਹਾਂ ਤਿਉਂ ਇਹ ਉਸੇ ਪ੍ਰਕਾਰ ਹੀ ਉਹਦੇ ਆਗਿਆ ਵਿੱਚ ਰਹਿੰਦੀ ਹੈ। ਪਰ ਇਹ ਜਿਹੜਾ ਜੀਵ ਹੈ, ਇਸ ਲੋਭੀ ਕਾ ਜੀਉ ਟਲ ਪਲੈ, ਇਹ ਲੋਭੀ ਜੀਵ ਜੋ ਇਸ ਮਾਇਆ ਦੇ ਅਧੀਨ ਹੈ, ਇਹ ਲੋਭੀ ਲਾਲਚੀ ਜੀਵ ਜੀਉ, ਇਹਦਾ ਮਨ ਵਾਹਿਗੁਰੂ ਵੱਲੋਂ ਪਲੈ, ਪਲ ਪਲ ਦੇ ਵਿੱਚ ਟਲਦਾ ਰਹਿੰਦਾ, ਨਿਤਨੇਮ ਤੋਂ ਟਲਦਾ ਹੈ, ਬਾਣੀ ਨਾ ਪੜ੍ਹਨੀ ਪੈ ਜਾਵੇ ਇਦੋਂ ਟਲਦਾ ਹੈ। ਇਹ ਮਾੜੀ ਕਿਸਮ ਦਾ ਹੈ। ਤੇ ਪ੍ਰਭੂ ਦਾ ਸਿਮਰਨ, ਸੇਵਾ, ਤਪੱਸਿਆ ਆਦਿ ਵੱਲੋਂ ਹਰ ਸਮੇਂ ਆਲਸ ਕਰਦਾ ਹੈ। ਤੇ ਇਹ ਮਾਇਆ ਦੇ ਅਧੀਨ ਹੋਣ ਕਰਕੇ ਮਾਇਆ ਤੋੜਦੀ ਹੈ। ਤੇ ਇਸ ਕਰਕੇ ਰੱਬ ਇਹਦੇ ਅਧੀਨ ਨਹੀਂ ਹੈ। ਸ਼ੇਖ ਬ੍ਰਹਮ ਨੂੰ ਇਹ ਉੱਤਰ ਦਿੱਤਾ ਮਹਾਰਾਜ ਨੇ, ਇਹ ਮਾਇਆ ਕਿੰਨੀ ਤੇਜ਼ ਕਿਉਂ ਹੈ? ਮਹਾਰਾਜ ਕਹਿੰਦੇ ਸ਼ੇਖ ਬ੍ਰਹਮ ਇਹ ਹੈਗੀ ਅਨਰਵਚਨੀ। ਵਿਦਾਂਤ 'ਚ ਇਹ ਸ਼ਬਦ ਹੈ ਜਿਹਦਾ ਵਚਨੇ ਨਹੀਂ ਕੋਈ ਬਣਦਾ, ਕੀ ਕਹੀਏ ਇਹਨੂੰ। ਨਾ ਸਤ ਹੈ ਨਾ ਅਸਤ ਹੈ, ਨਾ ਸਤ ਅਸਤ ਉਭੇ ਹੈ। ਇਹਨੂੰ ਦੋਨੇ ਇਹ ਵੀ ਨਹੀਂ ਕਿਹਾ ਜਾ ਸਕਦਾ ਵੀ ਇਹ। ਤੇ ਇਸ ਕਰਕੇ ਮਾਇਆ ਜਿਹੜੀ ਹੈ ਇਹ ਅਨਰਵਚਨੀ ਕਹੀ ਹੈ। 9 ਜੁਗਤੀਆਂ ਨੂੰ ਜਿਹੜੀ ਨਾ ਸਾਰੇ ਉਹ ਸਾਰੀਆਂ ਆ ਰਹੀਆਂ, ਨਾ ਸਤ ਹੈ ਨਾ ਅਸਤ ਹੈ। ਕਿਉਂਕਿ ਸਤ ਇਸ ਕਰਕੇ ਗਿਆਨ ਹੋਣ ਕਰਕੇ ਫਿਰ ਨਾਸ ਹੋ ਜਾਂਦੀ ਹੈ। ਜੇ ਕਹੀਏ ਅਸਤ ਤਾਂ ਸਾਰਾ ਪਸਾਰਾ ਉਹਦਾ ਹੀ ਰੂਪ ਦਿਸਦਾ ਹੈ। ਫਿਰ ਸਤ ਅਸਤ ਦੋਨੇ ਕਹਿ ਦਈਏ ਤਾਂ ਵੀ ਨਹੀਂ ਬਣਦਾ, ਕਿਉਂ ਸਤ ਤੇ ਅਸਤ ਦਾ ਆਪਸ ਵਿੱਚ ਹੀ ਵਿਰੋਧ ਹੈ। ਜਿਹੜੀ ਚੀਜ਼ ਸਤ ਹੁੰਦੀ ਹੈ ਅਸਤ ਨਹੀਂ ਹੁੰਦੀ, ਜਿਹੜੀ ਅਸਤ ਹੁੰਦੀ ਹੈ ਉਹ ਸਤ ਨਹੀਂ ਹੋ ਸਕਦੀ। ਇਸ ਕਰਕੇ ਤੇ ਦਿਨ ਤੇ ਰਾਤ ਦੀ ਨਿਆਈ ਇਹਨਾਂ ਦਾ ਫਰਕ ਹੈ, ਭਿੰਨ ਹੈ, ਆਪਸ ਵਿੱਚ ਹੀ ਫਰਕ ਹੈ ਇਹਨਾਂ ਦਾ। ਜੇ ਇਹਨੂੰ ਕਹੀਏ ਵੀ ਅਭਿੰਨ ਹੈ, ਜੇ ਕਹੀਏ ਭਿੰਨ ਹੈ ਜਾਂ ਅਭਿੰਨ ਹੈ, ਜਾਂ ਭਿੰਨ ਅਭਿੰਨ ਉਭੇ ਹੈ, ਨਾ ਅਭਿੰਨ ਕਹੀਏ ਅਭਿੰਨ ਵੀ ਨਹੀਂ ਕਹੀ ਜਾ ਸਕਦੀ, ਕਿਉਂਕਿ ਸਤਿਚਿਤਨ ਦੁਆਰਾ ਚੇਤਨ ਪਰਮੇਸ਼ਰ ਵਾਹਿਗੁਰੂ ਦੇ ਆਸਰੇ ਹੈ। ਤੇ ਫਿਰ ਜੇਕਰ ਇਹਨੂੰ ਇਹ ਕਹਿ ਦਈਏ ਅਭਿੰਨ, ਨਾ ਵੱਖਰੀ ਨਾ ਅਲੱਗ, ਇਹ ਵੀ ਨਹੀਂ ਦੋਨੇ ਗਲਦੀਆਂ। ਤੇ ਫਿਰ ਜੇ ਇਸ ਨੂੰ ਕਹੀਏ ਕਿ ਮਾਇਆ ਵੈਵ ਹੈ ਜਾਂ ਨਿਰਵੈਵ ਹੈ ਜਾਂ ਵੈਵ ਨਿਰਵੈਰ ਉਭੇ ਹੈ, ਦੋਨੇ ਪ੍ਰਕਾਰ, ਇਹ ਵੀ ਨਹੀਂ ਬਣਦੀ ਵੀ ਅੰਗਾਂ ਵਾਲੀ ਹੈ। ਕਿਉਂਕਿ ਇਸ ਕਰਕੇ ਸਾਰੀ 9 ਜੁਗਤੀਆਂ ਨੂੰ ਜਿਹੜੀ ਨਾ ਸਾਰੇ ਅੱਗ ਦੇ ਵਿੱਚ ਅੰਗ ਸੜ ਜਾਂਦੇ ਨੇ। ਇਸ ਕਰਕੇ ਕੀ ਕਹੀਏ ਫਿਰ? ਨਾ ਇਹਨੂੰ ਕਿਹਾ ਜਾ ਸਕਦਾ ਸਤ ਨਾ ਅਸਤ, ਨਾ ਵੈਵ ਨਾ ਨਿਰਵੈਵ, ਨਾ ਭਿੰਨ ਨਾ ਅਭਿੰਨ, ਨਾ ਭਿੰਨ ਅਭਿੰਨ ਉਭੇ ਉਭੇ ਸ਼ਬਦ ਨਾਲ ਕਿ 9 ਜੁਗਤੀਆਂ ਨੂੰ ਜਿਹੜੀ ਨਾ ਸਹਾਰੇ। ਤੇ ਉਹ ਮਾਇਆ ਹੈ। ਮਾਇਆ ਕਿਸ ਨੂੰ ਆਖਿਆ ਕਿ ਮਾਇਆ ਕਰਮ ਕਮਾਏ। ਤੇ ਮਾਇਆ ਵਾਸਤੇ ਜੋ ਅਨਹੋਤੀ ਬਾਤ ਕੋ ਹੋਤੀ ਕਰ ਦਿਖਲਾਏ, ਅਰ ਹੋਤੀ ਬਾਤ का तां का लोप कराए, तां का लोप कराए जय माया का रूप, ਤੇ ਸਾਚ ਕੋ ਝੂਠ ਦਿਖਾਏ ਝੂਠ ਕੋ ਸੱਚ ਸੂਪ। ਤੇ ਇਸ ਕਰਕੇ ਲਖਣਾ ਸੇ ਪ੍ਰਤੀਤ ਨੂੰ ਸਤ ਨਾ ਭਾਸੇ, ਜੋ ਇਹ ਇਤਿਹਾਦਕ ਗਿਰਧਰ ਕਵਿਰਾਜ ਨੇ ਲਿਖਿਆ, ਉਹ ਸੱਚਾ ਸਾਰਿਆਂ ਚ ਸਾਹਿਬ ਮਾਲਕ ਹੈ। ਜਿਵੇਂ ਉਹ ਰੱਖਦਾ ਤਿਵੇਂ ਮਾਇਆ ਰਹਿੰਦੀ ਹੈ। ਜਿਹੜਾ ਪਦਾਰਥਾਂ ਦਾ ਲੋਭੀ ਜੀਵ ਹੈ, ਪਰਮੇਸ਼ਰ ਵੱਲੋਂ ਟਾਲ ਮਟੋਲੇ ਕਰਦਾ ਹੈ, ਉਹਦੇ ਵਿੱਚ ਲੱਗਿਆ ਰਹਿੰਦਾ ਹੈ। ਸ਼ੇਖ ਬ੍ਰਹਮ ਨੂੰ ਕਿਹਾ ਕਿ ਇਹ ਜੀਵ ਅੰਧਕਾਰ ਦਾ ਕਿਵੇਂ, ਅੰਧਕਾਰ ਇਹ ਜੀਵ ਦਾ ਮਿਟੇ ਕਿਵੇਂ, ਇਹ ਮਹਾਰਾਜ ਜੁਗਤੀ ਦੱਸੋ ਜੀ। ਬਿਨ ਤੇਲ ਦੀਵਾ ਕਿਉਂ ਜਲੇ, ਪ੍ਰਤੱਖ ਤੇਲ ਬੱਤੀ ਤੋਂ ਬਿਨਾਂ ਦੀਵਾ ਕਿਵੇਂ ਜਲ ਸਕਦਾ ਭਾਈ? ਬਿਨ ਤੇਲ ਦੀਵਾ ਕਿਉਂ ਜਲਿਆ, ਕਿਵੇਂ ਜਲੂਗਾ? ਜਾਂ ਤੇਲ ਹੀ ਨਹੀਂ, ਬੱਤੀ ਨਹੀਂ ਉਹਦੇ ਵਿੱਚ, ਇਹ ਪ੍ਰਮਾਣ ਦਿੱਤਾ ਹੈ। ਇਸ ਤਰ੍ਹਾਂ ਗਿਆਨ ਰੂਪੀ ਦੀਵਾ ਤੇਲ ਬੱਤੀ ਤੋਂ ਬਿਨਾਂ ਕਿਉਂ ਜਲੇ, ਪ੍ਰਕਾਸ਼ ਕਿਵੇਂ ਹੋਊਗਾ ਗਿਆਨ ਦਾ? ਪ੍ਰਸ਼ਨ ਕੀਤਾ ਸ਼ੇਖ ਬ੍ਰਹਮ ਨੇ। ਗਿਆਨ ਰੂਪੀ ਦਾ ਜਗਾਉਣ ਦੀ ਜੁਗਤੀ ਦੱਸੋ ਜੀ। ਫਿਰ ਦੀਵਾ ਕਿਵੇਂ ਜਗਾਇਆ ਜਾਂਦਾ ਹੈ? ਅਸਥਾਈ ਦੇ ਕੇ ਫਰਮਾਨ ਕਰਦੇ ਨੇ, ਪੋਥੀ ਪੁਰਾਣ ਕਮਾਈ ਹੈ। ਪੋਥੀ ਨਾਮ ਹੈ ਧਾਰਮਿਕ ਗ੍ਰੰਥ ਜਿਹਦੇ ਧਰਮ ਲਿਖਿਆ ਹੋਵੇ, ਰੱਬ ਦੇ ਮਿਲਣ ਦੀਆਂ ਗੱਲਾਂ ਹੋਣ, ਉਹਨੂੰ ਪੋਥੀ ਕਹਿੰਦੇ। ਪੋਥੀ ਪਰਮੇਸ਼ਰ ਕਾ ਥਾਨ। ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਸਰੂਪ ਦਾ ਨਾਮ ਪੋਥੀ ਸਾਹਿਬ ਰੱਖਿਆ ਸੀ ਗੁਰੂ ਅਰਜਨ ਦੇਵ ਜੀ ਨੇ।
ਤੇ ਇਹ ਗੁਰੂ ਗ੍ਰੰਥ ਸਾਹਿਬ ਵੀ ਕਿਹਾ, ਪੋਥੀ ਸਾਹਿਬ ਵੀ ਕਿਹਾ। ਤੋ ਇਸ ਕਰਕੇ ਪੁਰਾਣ ਧਾਰਮਿਕ ਗ੍ਰੰਥ ਉਹਨਾਂ ਦੇ ਸਿਧਾਂਤ ਬਚਨਾਂ ਨੂੰ ਕਮਾਈਏ, ਉਹਦੇ ਵਿੱਚ ਜਿਹੜਾ ਗਿਆਨ ਦੇ ਬਚਨ ਕਹੇ ਨਾ ਉਹਨਾਂ ਨੂੰ ਕਮਾਉਣਾ ਕਰੀਏ। ਤਤ ਤੇਲ ਨਾਮ ਕੀਆ ਬਾਤੀ ਦੀਪਕ ਦੇ ਉਜਿਆਰਾ, ਇਹ ਲਿਖਿਆ ਹੈ। ਵੱਟੀ ਤੇ ਤਨ ਪਾਈਐ, ਕਹਿੰਦੇ ਮਹਾਰਾਜ ਫਿਰ ਬੱਤੀ ਕਿਹੜੀ ਪਾਈਏ ਇਹਦੇ ਚ? ਬੱਟੀ ਨਾ ਇੱਥੇ ਬੱਤੀ ਦਾ ਬੋਲੀ ਹੁੰਦੀ ਹੈ ਤੇ ਇਲਾਕਿਆਂ ਦੀ ਵੱਖਰੀ ਵੱਖਰੀ। ਇਹਨੂੰ ਬੱਟੀ ਨੂੰ ਅਧਿਕ ਸਹਿਤ ਪਾਠ ਬੋਲਣਾ, ਜਣੀ ਵਟੀ ਨਾ ਬਣ ਜਾਏ। ਜੇ ਵਟੀ ਕਰ ਤਾਂ ਗਲਤ ਹੋ ਜਾਊਗਾ ਫਿਰ। ਬੱਟੀ ਬੱਟੀ ਬੱਤੀ ਨੂੰ ਜਿਵੇਂ ਬੱਤੀ ਦਾ ਨਹੀਂ ਕਹਿੰਦੇ, ਬੱਤੀ ਕਹਿੰਦੇ ਉਹਨੂੰ, ਇਸ ਤਰ੍ਹਾਂ ਬੱਟੀ ਕਹਿਣਾ, ਵਟੀ ਨਹੀਂ ਕਹਿਣਾ। ਪ੍ਰਭੂ ਜੀ ਦਾ ਭਾਉ ਭੈ ਰੂਪੀ ਬੱਤੀ ਜਿਹੜੀ ਹੈ ਇਹਦੇ ਚ ਇਸ ਤਨ ਸਰੀਰ ਰੂਪੀ ਠੂਠੀ ਦੇ ਚ ਪਾਈ ਹੈ, ਪਾਉਣਾ ਕਰੀਏ। ਭਾਵ ਹਰ ਸਮੇਂ ਰੱਬ ਦੇ ਭੈ ਵਿੱਚ ਰਹਿਣਾ ਸਿੱਖੀਏ। ਸਭ ਕੁਝ ਸਾਡੇ ਚੰਗੇ ਮਾੜੇ ਕਰਮਾਂ ਨੂੰ ਵੇਖਦਾ ਹੈ, ਸਭ ਕੁਝ ਸੁਣਦਾ ਵੇਖਦਾ ਕਿ ਮੁਕਰ ਪਾਇਆ ਜਾਏ। ਤੋ ਇਸ ਪ੍ਰਕਾਰ ਫਿਰ ਸੱਚ ਬੂਝਣ ਆਣ ਜਲਾਈਐ। ਜਦੋਂ ਇਹ ਬੱਤੀ ਤਿਆਰ ਹੋ ਗਈ ਤੇ ਗੁਰਾਂ ਪਾਸੋਂ ਸੱਚ ਸੱਚੇ ਪ੍ਰਭੂ ਦੇ ਬਾਰੇ ਸਿੱਖਿਆ ਪ੍ਰਾਪਤ ਕਰਨੀ ਚਾਹੀਦੀ ਹੈ। ਫਿਰ ਆਣ ਲਿਆ ਕੇ ਜਲਾਈਐ, ਅਗਨੀ ਪ੍ਰਜੁਲਤ ਕਰਨੀ ਬਾਲਣੀ। ਭਾਵ ਕੀ ਹੈ ਕਿ ਗਿਆਨ ਰੂਪੀ ਦੀਵਾ ਜਗ ਜਾਏਗਾ, ਅਗਿਆਨਤਾ ਦਾ ਅੰਧਕਾਰ ਮਿਟ ਜਾਏਗਾ। ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਇਉਂ ਕਹਿੰਦੇ ਹਨ ਜੀ। ਇਹੋ ਤੇਲ ਦੀਵਾ ਇਹੋ ਜਲ। ਇਹ ਧਾਰਮਿਕ ਗ੍ਰੰਥਾਂ ਪੁਰਾਣਾਂ ਦੁਆਰਾ ਸਿਧਾਂਤ ਰੂਪੀ ਬਚਨਾਂ ਨੂੰ ਕਮਾਉਣ ਕਰਕੇ ਇਹ ਤੇਲ ਭੈ ਰੂਪੀ ਬੱਤੀ ਦੁਆਰਾ ਇਸ ਪ੍ਰਕਾਰ ਗਿਆਨ ਰੂਪੀ ਦੀਪਕ ਦੀਵਾ ਜਗਦਾ ਹੈ। ਇਉਂ ਜਗ ਜਾਂਦਾ ਹੈ, ਪ੍ਰਕਾਸ਼ ਦਾ ਗਿਆਨ ਹੋ ਜਾਂਦਾ ਹੈ। ਕਰ ਚਾਨਣ ਸਾਹਿਬ ਤੋਂ ਮਿਲੇ। ਹੇ ਭਾਈ, ਇਸ ਤਰ੍ਹਾਂ ਆਪਣੇ ਹਿਰਦੇ ਅੰਤਸ਼ਕਰਨ ਦੇ ਵਿੱਚ ਗਿਆਨ ਰੂਪੀ ਦੀਵੇ ਦਾ ਚਾਨਣਾ ਪ੍ਰਕਾਸ਼ ਕਰ ਤਾਂ ਫਿਰ ਸਾਹਿਬ ਮਾਲਕ ਇਹ ਚਾਨਣੇ 'ਚ ਮਿਲੂਗਾ। ਮਾਲਕ ਖਰੰਡਾਂ ਬ੍ਰਹਮੰਡਾਂ ਦਾ ਮਾਲਕ ਪਰਮੇਸ਼ਰ ਦਾ ਪ੍ਰਕਾਸ਼ ਹੋ ਜਾਊਗਾ। ਜਿਹੜਾ ਕਹਿੰਦੇ ਸੀ ਕਿਤੇ ਨਹੀਂ ਦਿਸਦਾ, ਹਰ ਦਰਸ਼ਨ ਦੇਹੋ ਦਿਖਾਈ, ਉਹ ਕਹਿੰਦਾ ਵੀ ਅਕਲ ਨੰਜਨ ਡੀਠਾ। ਮਹਾਦੇਵ ਨੇ ਕਿਹਾ ਸੀ ਨਾ ਗੁਰੂ ਅਰਜਨ ਦੇਵ ਨੂੰ, ਐਂ ਦੇਖ ਲੈਂਦਾ ਤੂੰ ਹਿਰਦੇ ਗੋਤ ਬਸੈ ਨਿਰ ਰਾਤੀ, ਤੇਰਾ ਭਾਉ ਨਾ ਬੁਝੇ ਗਵਾਰੀ। ਹੇ ਵਾਹਿਗੁਰੂ, ਤੈਨੂੰ ਮੂਰਖਾਂ ਨੇ ਨਹੀਂ ਜਾਣਿਆ, ਹੈ ਤਾਂ ਮੂਰਖਾਂ ਦੇ ਹਿਰਦੇ 'ਚ ਵੀ, ਪਰ ਤੇਰਾ ਉਹਨਾਂ ਨੇ ਪ੍ਰੇਮ ਨਹੀਂ ਜਾਣਿਆ, ਤੇਰਾ ਡਰ ਨਹੀਂ ਜਾਣਿਆ ਹੈ। ਰਹਾਉ ਅਸਾਈ ਦੇ ਕੇ ਫਰਮਾਉਂਦੇ ਆ ਜੀ। ਇਤ ਤਨ ਲਾਗੈ ਬਾਣੀਆ। ਹੇ ਭਾਈ, ਇਸ ਤਨ ਸਰੀਰ ਦੇ ਹਿਸਾਬ ਕਿਤਾਬ ਕਰਨ ਵਾਸਤੇ ਹਰ ਵਕਤ ਧਰਮ ਰਾਜ ਰੂਪੀ ਬਾਣੀਆਂ ਲੱਗਿਆ ਹੋਇਆ ਹੈ। ਉਹਨੇ ਪਾਈ ਦਾ ਹਿਸਾਬ ਕਰਨਾ ਹੈ। ਘੜੀ ਮੋਹਤ ਕਾ ਲੇਖਾ ਲੇਵੈ, ਰਤੀ ਹੋ ਮਾਸਾ ਤੋਲ ਕਢਾਵਣਿਆ। ਨਾਨਕ ਆਖਾਇ ਰੇ ਮਨਾ ਸੁਣੀਆਂ ਸਿੱਖ ਸੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਈ। ਇਤ ਤਨ ਇਹ ਸੂਖਮ ਰੂਪ ਸਰੀਰ ਜਿਹੜਾ, ਇਹਦੇ ਮਨ ਅੰਦਰ ਗੁਰਾਂ ਦੀ ਬਾਣੀਆਂ ਬਾਕ ਰੂਪੀ ਬਾਣ ਤੀਰ ਲੱਗ ਜਾਏ ਨਾ। ਹਰ ਪ੍ਰੇਮ ਬਾਣੀ ਮਨ ਮਾਰਿਆ, ਜਾਂ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ। ਪ੍ਰੇਮ ਰੂਪੀ ਬਾਣੀਆਂ ਕਾਨੀਆਂ ਤੀਰ ਲੱਗ ਜਾਵੇ ਇੱਕ ਵਾਰੀ ਤਾਂ ਫਿਰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਵਿਰਾਗ ਰੂਪੀ ਜ਼ਖਮ ਹੋਏ ਤੋਂ ਸੁਖ ਹੋਵੇ ਸੇਵਕ ਮਾਣੀਆ। ਤਾਂ ਗੁਰੂ ਦੀ ਸੇਵਾ ਕਮਾਉਣ ਕਰਕੇ ਸੁਖ ਹੁੰਦਾ ਹੈ। ਆਤਮ ਸੁਖ, ਦੁਨੀਆ ਦੇ ਸੁਖ ਵੀ ਪ੍ਰਾਪਤ ਹੁੰਦੇ ਹੈ। ਜਿਹੜੇ ਆਤਮ ਸੁਖ ਨੂੰ ਦੁਨੀਆ ਤਰਸਦੀ ਆ ਉਹ ਮਿਲ ਜਾਂਦਾ ਹੈ। ਪਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਜੇ ਮੇਰੇ ਸਿੱਖੋ ਤਾਂ ਜਿਵੇਂ ਨਾਮ ਨਾਲ ਪਿਆਰ ਕਰਦੇ ਹੋ ਤਾਂ ਫਿਰ ਭਾਈ ਸੇਵਾ ਦੇ ਨਾਲ ਵੀ ਪਿਆਰ ਕਰਿਓ। ਜੇ ਸੇਵਾ ਨਹੀਂ ਹੋਊਗੀ ਤਾਂ ਸਿਮਰਨ ਨਹੀਂ ਹੋ ਸਕੂਗਾ। ਸੁਖ ਤਾਂ ਮਿਲੂਗਾ ਤੁਹਾਨੂੰ ਜੇ ਸੇਵਾ ਕਰੋਗੇ। ਜੋ ਬਿਨ ਸੇਵਾ ਖਾਂਦੇ ਪਹਿਨਦੇ, ਸੇ ਮੂਹੇ ਮਰ ਜੰਮੇ ਕੋੜੇ, ਕੋੜੀ ਹੋ ਕੇ ਮਰਦੇ ਜੰਮਦੇ ਹੈ। ਇਸ ਕਰਕੇ ਗੁਰਦੁਆਰੇ ਦੀਆਂ ਰੋਟੀਆਂ ਦਾ ਭਾਰ ਆਪਣੇ ਜੁਮੇ ਨਹੀਂ ਪਾਉਣਾ ਚਾਹੀਦਾ। ਰੋਟੀ ਜੋਗੀ ਤਾਂ ਭਾਵੀ ਜੇ ਉਹ ਤਾਂ ਸੇਵਾ ਵੀ ਨਹੀਂ ਹੈ, ਉਹ ਤਾਂ ਰੋਟੀ ਦੇ ਬਰਾਬਰ ਹੈ। ਸੇਵਾ ਉਹ ਹੈ ਜਿਹੜਾ ਆਪਣੀ ਰੋਟੀ ਟੁਕ ਤੋਂ ਖਾਣ ਪੀਣ ਤੋਂ ਉੱਪਰ ਮਤਲਬ ਹੋਵੇ, ਜਿਹੜਾ ਉਹਦੇ ਹਿਸਾਬ ਤੋਂ ਹੋਵੇ। ਗੁਰੂ ਕਿਰਪਾ ਕਰਕੇ ਦੱਸਦੇ ਹਨ, ਸਭ ਦੁਨੀਆ ਆਵਨ ਜਾਣੀਆ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਇਹ ਚੇਤੇ ਰੱਖੋ ਕਿ ਇਹ ਦ੍ਰਿਸ਼ਟਮਾਨ ਸਭ ਸਾਰੀ ਦੁਨੀਆ ਸ੍ਰਿਸ਼ਟੀ ਆਉਣ ਜਾਣ ਵਿੱਚ ਜੰਮ ਕੇ ਆ ਰਹੇ, ਮਰ ਕੇ ਜਾ ਰਹੇ। ਇਹ ਕੋਈ ਇੱਥੇ ਕਿਸੇ ਨੇ ਰਹਿਣਾ ਨਹੀਂ ਹੈ, ਸਭ ਨੇ ਚਲੇ ਜਾਣਾ ਹੈ। ਦੁਨੀਆ ਆਉਣ ਜਾਣ ਵਾਲੀ ਬਣਾਈ ਹੈ, ਰਹਿਣ ਵਾਸਤੇ ਇਹ ਜਗ੍ਹਾ ਨਹੀਂ ਬਣਾਈ ਹੈ। ਵਿੱਚ ਦੁਨੀਆ ਸੇਵਕ ਆਈ ਹੈ। ਬਸ ਕਹਿੰਦੇ ਜੇ ਦੁਨੀਆ ਵਿੱਚ ਰਹਿੰਦੇ ਹੋਏ ਨਿਸ਼ਕਾਮ ਸੇਵਾ ਕਰੋਗੇ, ਸ੍ਰਿਸ਼ਟੀ ਵਿੱਚ ਰਹਿੰਦੇ ਹੋਏ ਸਰੀਰ ਦੁਆਰਾ, ਉਹਨਾਂ ਚਿਰ ਗੁਰਾਂ ਦੀ ਸਤਸੰਗਤ ਦੀ ਸੇਵਾ, ਟਹਿਲ ਗੁਰਸਿੱਖਾਂ ਦੀ, ਲੰਗਰ ਦੇ ਝੂਠੇ ਭਾਂਡੇ, ਲੰਗਰ ਵਰਤਾਉਣਾ, ਝਾੜੂ ਮਾਰਨਾ, ਦਲਿਦਰੀਨ ਬਣਨਾ, ਤੇ ਇਹ ਸੇਵਾ ਕਮਾਉਣੀ ਕਰੋਗੇ ਜੇ ਤੁਸੀਂ। ਦਰਗਾਹ ਵੈਸਣ ਪਾਈਐ, ਤਾਂ ਦਰਗਾਹ ਸੱਚਖੰਡ ਵਿੱਚ ਬੈਠਣ ਨੂੰ ਜਗ੍ਹਾ ਮਿਲ ਜੂਗੀ, ਆਸਣ ਮਿਲ ਜੂਗਾ, ਉਹ ਬੈਸਣਾ। ਤੇ ਇਸ ਕਰਕੇ ਪ੍ਰਭੂ ਦੇ ਦਰ ਦੇ ਉੱਤੇ ਤੁਰਿਆ ਅਤੇ ਸ਼ਾਨ ਰੂਪ ਬੈਸਣ ਨਿਵਾਸ ਮਿਲ ਜਾਏਗਾ। ਤਾਂ ਦਰਗਾਹ ਬੈਸਣ ਪਾਈ ਹੈ। ਸੇਵਾ ਕਰਤ ਹੋਏ ਨਿਕਾਮੀ,
ਤਿਸ ਕੋ ਹੋਤ ਪ੍ਰਾਪਤ। ਸੁਆਮੀ ਰੱਬ ਦੀ ਪ੍ਰਾਪਤੀ ਹੋ ਜੂਗੀ। ਜੇ ਹੋਰ ਕੋਈ ਬਚਨ ਨਹੀਂ ਮਨ ਹੁੰਦਾ ਤਾਂ ਗੁਰੂ ਨਾਨਕ ਸਾਹਿਬ ਦਾ ਇਹੀ ਬਚਨ ਮੰਨ ਲਈਏ ਆਪਾਂ ਭਾਈ, ਵੀ ਹੱਥਾਂ ਦੇ ਨਾਲ ਸੇਵਾ ਕਰੀਏ ਰੱਜ ਰੱਜ ਕੇ, ਤੇ ਰਸਨਾ ਦੇ ਨਾਲ ਸਿਮਰਨ ਕਰੀਏ, ਭਲਾ ਹੋ ਜਾਊਗਾ। ਫਿਰ ਦਰਗਾਹ ਦੇ ਵਿੱਚ ਬੈਸਣਾ ਮਿਲ ਜਾਊਗਾ, ਨਹੀਂ ਤਾਂ ਦਰਗਾਹ 'ਚ ਢੋਈ ਨਹੀਂ ਮਿਲਣੀ। ਕਹਿਣਗੇ ਤੂੰ ਤਾਂ ਦਲਿਦਰੀਆ, ਗੁਰੂ ਘਰ ਦਾ ਖਾ ਖਾ ਕੇ ਰੂੜੀਆਂ ਹੀ ਸਾੜਦਾ ਰਿਹਾ, ਤੈਂ ਕੀ ਕਰਿਆ? ਤੂੰ ਤਾਂ ਉਹਨਾਂ ਵੀ ਨਹੀਂ ਕਰਦਾ ਰਿਹਾ। ਲੋਕਾਂ ਤੇ ਲੋਕ ਨੌਕਰ ਰੱਖਦੇ, ਨਾਲੇ ਨੌਕਰੀ ਦਿੰਦੇ ਆ ਤਾਂ ਵੀ ਉਹ ਵਫਾਦਾਰੀ ਦੇ ਨਾਲ ਕੰਮ ਕਰਦੇ ਆ। ਉਹ ਕਹਿੰਦੇ ਵੀ ਕੰਮ ਸਮਾਰ ਕੇ ਕਰਨਾ ਹੈ, ਤੇ ਤੂੰ ਤਾਂ ਕੁਝ ਵੀ ਨਹੀਂ ਕਰਿਆ। ਰੋਟੀਆਂ ਦੇ ਬਦਲੇ ਕੀ ਕਰਿਆ ਤੈਂ? ਗੁਰੂ ਘਰ ਰਹਿ ਕੇ ਦਲਿਦਰ, ਗੁਰਦੁਆਰੇ ਦੀ ਰੋਟੀਆਂ 3 ਕੰਮ ਕਰੇਨ। ਜੇ ਸੇਵਾ ਨਾ ਕਰੋ, ਸਿਮਰ ਨਾ ਕਰੋ। ਸਭ ਤੋਂ ਪਹਿਲਾਂ ਮੱਤ ਮਾਰੀ ਜਾਂਦੀ ਹੈ। ਪੜ੍ਹਨਾ ਤਾਂ ਇੱਕ ਪਾਸੇ ਰਿਹਾ, ਮੱਤ ਮਲੀਨ ਹੋ ਜੂਗੀ। ਹੱਡ ਗਾਲਣ, ਸੁਸਤੀ ਐ ਨਹੀਂ ਪਊ, ਦਿਨੇ ਵੀ ਸੁੱਤਾ ਰਹੂ, ਰਾਤ ਨੂੰ ਤਾਂ ਸੌਣਾ ਹੀ ਹੈ। ਉਦਮ ਕਰਨ ਨਾ ਦੇਣ, ਉਦਮ ਸਰੀਰ ਦੇ ਚੋਂ ਖਤਮੇ ਹੋ ਜਾਊਗਾ। ਇਸ ਕਰਕੇ ਫਿਰ ਭਾਈ ਤਾਂ ਇਹ ਬਚ ਕੇ ਦੁਨੀਆ 'ਚ ਸੇਵਾ ਕਰੀਏ, ਦਰਗਾਹ 'ਚ ਬੈਸਣਾ ਪਾ ਹੋਊਗਾ। ਕਹੋ ਨਾਨਕ ਵਾਹ ਲੁੜਾਈਐ। ਮਹਾਰਾਜ ਸਾਹਿਬ ਜੀ ਇੱਥੇ ਸ਼ਬਦ ਸਮਾਪਤ ਕਰਦੇ ਹੈ। ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਫਿਰ ਦਰਗਾਹ ਦੇ ਵਿੱਚ ਬਾਹਾਂ ਲੁੜਾਈਏ, ਭੁਜਾਂ ਲੁੜਾਈਏ ਦਾ ਅਰਥ ਹੈ ਫੈਲਾ ਕੇ ਤੁਰਨਾ। ਉਹ ਕਹਿੰਦਾ ਨਾ ਫਲਾਣਾ ਬੜਾ ਚੌੜਾ ਹੋ ਕੇ ਤੁਰਦਾ ਹੈ। ਚੌੜਾ ਕੀ ਹੋਇਆ? ਬਾਹਾਂ ਫੈਲਾ ਕੇ ਤੁਰਦਾ ਹੈ। ਉਹ ਬੇਫਿਕਰ ਹੋ ਕੇ ਤੁਰਨ ਨੂੰ ਕਹਿੰਦੇ ਨੇ ਬਾਹਾਂ ਲੁੜਾਈਏ। ਜਿਹੜਾ ਬੇਫਿਕਰ ਹੋ ਕੇ ਤੁਰਦਾ ਉਹਦੀ ਤੋਰ ਹੋਰ ਹੁੰਦੀ ਹੈ। ਬੇਫਿਕਰੀ ਦੇ ਨਾਲ ਚੱਲਣਾ ਚੱਲੇਗਾ, ਫਿਰ ਜਦੋਂ ਦਰਗਾਹ ਜਾਏਗਾ ਜਮਾਂ ਦਾ ਫਿਕਰ ਨਹੀਂ ਹੋਊਗਾ। ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ ਬਿਰਤੀ ਰੂਪੀ ਬਾਹਾਂ ਲੁੜਾ ਕੇ, ਬ੍ਰਹਮਾਕਾਰ ਬਿਰਤੀ ਰੂਪੀ ਫੈਲਾ ਕੇ ਤੇ ਬੇਫਿਕਰ ਹੋ ਕੇ ਆਤਮਿਕ ਆਨੰਦ ਦੇ ਵਿੱਚ ਵਿਚਰਦਾ ਜਾਏਗਾ। ਇੱਥੇ ਸ੍ਰੀ ਰਾਗ ਦੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ 33 ਸ਼ਬਦ ਸੰਪੂਰਨ ਹੋ ਗਏ। ਸਾਧ ਸੰਗਤ ਜੀ, ਗੁਰੂ ਕਿਰਪਾ ਕਰੇ, ਸ਼ਬਦ ਪੂਰੇ ਕਰਨੇ ਸੀ, ਗੁਰਮਤਾ ਹੋ ਗਿਆ ਸੀ। ਇਸ ਕਰਕੇ ਥੋੜੀ ਜਿਹੀ ਕਾਹਲੀ ਦੇ ਵਿੱਚ ਵੀ ਕਰਨੀ ਪਈ ਹੈ ਵਿਆਖਿਆ। ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਵਿਆਖਿਆ ਗੁਰੂ ਸਾਹਿਬ ਵੀ ਕਬੂਲ ਕਰਨ, ਆਪ ਖਾਲਸੇ ਦੀ ਵੀ ਕਬੂਲ ਕਰਨੀ। ਸਭ ਮਾਈ ਭਾਈ ਦਾ ਧੰਨਵਾਦ ਹੈ ਜਿਹੜੇ ਗੁਰਬਾਣੀ ਦਾ ਲਾਹਾ ਲੈਣ ਵਾਸਤੇ ਆਏ ਹੋ। ਉਥੀਆਂ ਵਾਲੇ ਗੁਰਮੁਖਾਂ ਦਾ ਜਿਨ੍ਹਾਂ ਨੇ ਪਾਠ ਬੋਧ ਦੀ ਵੀ ਹਾਸਲ ਕਰਦੇ ਹੋ ਤੇ ਅਰਥ ਬੋਧ ਵੀ। ਗੁਰੂ ਦੀ ਕਿਰਪਾ ਹੈ, ਇਹ ਤੋਂ ਲਾਹਾ ਲਓ। ਇਹਾਂ ਖਾੜ ਚਲੋ ਹਰ ਲਾਹਾ, ਆਗੇ ਵਸਨ ਸੇਲਾ। ਇੱਥੇ ਹੁਣ ਸਮਾਪਤੀ ਹੈ ਜੀ। ਵਿੱਚ ਦੁਨੀਆ ਸੇਵ ਕਮਾਈਐ, ਤਹ ਦਰਗਹਿ ਵਸਣ ਪਾਈਐ। ਕਹੋ ਨਾਨਕ ਵਾਹ ਲੁੜਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।